ਹਾਜ਼ਰੀ ਜੀ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਆਪਣੇ ਸਮੇਂ ਮੁਤਾਬਕ ਅਸੀਂ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹੋ ਜਾਂਦੇ ਹਾਂ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਵੀ ਨਾਲੇ ਹੋ ਜਾਣ ਗੱਲਾਂ ਤੇ ਨਾਲੇ ਬਾਤਾਂ ਤੇ ਨਾਲੇ ਖਬਰਾਂ ਦਾ ਅੱਗਾ ਪਿੱਛਾ ਨਾਲ ਆਪਣੇ ਵੀਰ ਪਰਮੀਤ ਬਾਠ ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ, ਸਤਿ ਸ਼੍ਰੀ ਅਕਾਲ। ਬਾਠ ਸਾਹਿਬ ਗੱਲ ਇੱਦਾਂ ਭਲਾ ਕਿੱਦਾਂ? ਇਹ ਤਾਂ ਤੁਸੀਂ ਦੱਸਣਾ ਕਿਉਂਕਿ ਵੱਧ ਤੋਂ ਵੱਧ ਪੰਜਾਬ ਨਾਲ ਲੱਗਦਾ ਦਿੱਲੀ ਤੇ ਸਾਰੇ ਦੇਸ਼ ਦਾ ਕਰੋਨਾ ਖੇਤੀ ਅੰਦੋਲਨ ਨਹੀਂ ਉਹਦੇ ਨਾਲ ਪੰਜਾਬ ਸਰਕਾਰ ਤੇ ਸਰਕਾਰ ਵਿਚਲਾ ਰਫੜ ਪਾਰਟੀ ਪ੍ਰਧਾਨਗੀ ਮੁੱਖ ਮੰਤਰੀ MLA ਕਿੰਨਾ ਕੁਛ ਮੰਤਰੀਆਂ ਦਾ ਰੌਲਾ, ਹਾਂ ਕੌਣ ਕਿੱਧਰਲੇ ਪਾਸੇ ਨੂੰ, ਵੈਂਟੀਲੇਟਰ, ਆਹ ਬਹੁਤ ਕੁਛ ਹੈ। ਮਤਲਬ ਜਾਣੀ ਇਦਾਂ ਆ ਜਿੱਦਾਂ ਮੰਨ ਲਓ ਕਿ ਮੇਲਾ ਆਇਆ ਹੋਵੇ ਤੇ ਉੱਥੇ ਪਤਾ ਨਾ ਲੱਗਦਾ ਹੋਵੇ ਕਿ ਪਹਿਲਾਂ ਭੂਆ ਨੂੰ ਮਿਲਣਾ ਹੈ, ਮਾਸੀ ਨੂੰ ਮਿਲਣਾ ਹੈ, ਫੁੱਫੜ ਨੂੰ ਮਿਲਣਾ ਹੈ, ਨਿਆਣਿਆਂ ਨੂੰ ਪਿਆਰ ਦੇਣਾ ਹੈ, ਉਹਨਾਂ ਦਾ ਝੋਲਾ ਫੜਨਾ ਹੈ, ਚਾਹ ਪਿਲਾਉਣੀ ਆ, ਕਰਨਾ ਕੀ ਆ। ਮਤਲਬ ਇਹ ਸਾਰਾ ਕੁਛ ਕਰਦਿਆਂ ਕਤਰਦਿਆਂ ਫਿਰ ਵੀ ਇੱਕ ਅੱਧੀ ਗੱਲ ਰਹਿ ਜਵੇ ਜਾਂ ਇੱਕ ਅੱਧਾ ਪ੍ਰਾਹੁਣਾ ਮਿਲਣ ਵਾਲਾ ਰਹਿ ਜਵੇ ਤੇ ਜਦੋਂ 10 ਮਿੰਟ ਗੇੜੇ ਤੋਂ ਬਾਅਦ ਆਣ ਕੇ ਉਹਨੂੰ ਟੱਕਰਿਓ ਇੱਥੋਂ ਗਿਆ ਮੇਰੇ ਲਾਗੋਂ ਨੇ ਤੈਨੂੰ ਉਦੋਂ ਮੈਂ ਦਿਸਿਆ ਨਹੀਂ ਇਦਾਂ ਵੀ ਹੁੰਦੀ ਆ ਕਦੇ ਚੇਤਾ ਭੁੱਲ ਜਾਂਦਾ। ਉਹ ਲੈ ਦੱਸ ਮਾਸੀ ਦਾ ਪੁੱਛਿਆ ਹੀ ਨਾ ਜਿਹੜੀ ਬੀਬੀ ਘਰੇ ਹੁੰਦੀ ਆ ਉਹ ਕਿੱਦਾਂ, ਹੁਣ ਸਿਹਤਾਂ ਠੀਕ ਆ, ਲੱਤਾਂ ਠੀਕ ਚੱਲਦੀਆਂ, ਹੁਣ ਆਪਰੇਸ਼ਨ ਕਰਾਇਆ ਸੀ ਪਿਛਲੇ ਦਿਨਾਂ 'ਚ। ਸੋ ਇਹ ਚਲੋ ਕੋਸ਼ਿਸ਼ ਆਪਾਂ ਕਰਾਂਗੇ ਵੀ ਜਿੰਨਿਆਂ ਕੁ ਨੂੰ ਮਿਲਿਆ ਜਾਵੇ। ਅੱਛਾ ਮਿਲਿਆ ਤਾਂ ਚਲੋ ਜਾਵੇ ਪਰ ਹੁਣ ਸ਼ੁਰੂ ਕਿੱਧਰੋਂ ਕਰਨਾ? ਗੱਲ ਤੇ ਹੈ ਦੇਖੋ ਮੈਨੂੰ ਐਂ ਲੱਗਦਾ ਕਿ ਆਪਾਂ ਸ਼ੁਰੂ ਕਰ ਲਈਏ ਵੀ ਮੈਂ ਤੇ ਕਹਿੰਦਾ ਕਰੀਏ ਕਿਉਂਕਿ ਕਾਰਨ ਹੈ ਵੀ ਕਿਸੇ ਪਾਸਿਓਂ ਨਾਲ ਗੱਲ ਕਰਨੀ ਪੈਣੀ ਹੈ। ਇੱਕ ਤਾਂ ਅੱਜ ਉਹ ਚਰਚਾ ਜੀ ਵੈਸੇ ਤਾਂ ਤੁਸੀਂ ਸਵੇਰੇ ਕਰ ਲਈ ਜੇ ਜਾਂਦੇ ਦੁਬਾਰਾ ਕਰਨੀ ਆ ਤਾਂ ਬਠਿੰਡੇ ਵਾਲੀ ਕਰ ਲੈਨੇ ਥੋੜੀ ਜਿਹੀ। ਦੇਖੋ ਸੰਧਾਲੀਆ ਸਾਹਿਬ ਉਹਦੇ ਵਿੱਚ ਤਾਂ ਦੋ ਹੀ ਗੱਲਾਂ ਨੇ ਕਿ ਚੰਗੇ ਬੰਦੇ ਵੀ ਆ ਤੇ ਮਾੜੇ ਬੰਦੇ ਵੀ ਆ, ਹਰ ਥਾਂ ਜਿੱਦਾਂ ਪੱਤਰਕਾਰਾਂ ਦੇ ਵਿੱਚ ਵੀ ਆ। ਹੁਣ ਉਹਦੇ ਵਿੱਚ ਇੱਦਾਂ ਕਿ ਬਠਿੰਡੇ ਦੇ ਆਸ-ਪਾਸ ਦੀ ਗੱਲ, ਆਪਾਂ ਪਿੰਡ ਦਾ ਨਾਂ ਨਹੀਂ ਲੈਂਦੇ, ਕਿਸੇ ਹੋਰ ਪਾਸੇ ਦਾ ਨਹੀਂ ਲੈਂਦੇ, ਕਿ ਇੱਕ ਔਰਤ ਨੇ ਆਪਣੇ ਪਰਿਵਾਰ ਨੂੰ ਵੀ ਦੱਸਿਆ ਸੀ, ਪਿੰਡ ਵਾਲਿਆਂ ਨੂੰ ਵੀ ਦੱਸਿਆ ਕਿ ਮੁੰਡੇ ਮੇਰੇ ਦੇ ਉੱਤੇ ਨਜਾਇਜ਼ ਪਰਚਾ ਦੇ ਦਿੱਤਾ। ਪੁਲਿਸ ਵਾਲੇ ਇੱਕ ਕਰਮਚਾਰੀ ਨੇ ਕਹਾ ਕੇ ਸਿਰਫ ਇਸ ਕਰਕੇ ਪਰਚਾ ਦਿੱਤਾ ਕਿਉਂਕਿ ਉਹ ਮੇਰੇ ਨਾਲ ਗਲਤ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ ਤੇ ਮੈਂ ਪਹਿਲਾਂ ਮੰਨੀ ਨਹੀਂ ਤੇ ਉਹਨੇ ਦੇਖਿਆ ਕਿ ਪਹਿਲਾਂ ਇਹਦੇ ਮੁੰਡੇ ਨੂੰ ਫਸਾਉਂ ਤੇ ਮੁੜ ਕੇ ਇਹ ਕਿਹਾ ਕਿ ਜੇ ਤੂੰ ਮੇਰਾ ਆਖਾ ਨਾ ਮੰਨਿਆ ਤਾਂ ਫਿਰ ਤੇਰੇ ਮੁੰਡੇ ਨੂੰ ਐਸਾ ਫਸਾਉਂ ਸਾਰੀ ਉਮਰ ਜੇਲ੍ਹ 'ਚੋਂ ਬਾਹਰ ਨਾ ਆਊ। ਤੇ ਫਿਰ ਔਰਤ ਉੱਤੇ ਦਬਾਅ ਬਣਾਇਆ। ਔਰਤ ਨੇ ਪਿੰਡ ਵਾਲਿਆਂ ਨੂੰ ਦੱਸਿਆ ਤਾਂ ਪਿੰਡ ਵਾਲੇ ਚੱਜ ਦੇ ਨਿਕਲੇ, ਚੰਗੇ ਨਿਕਲੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਐਤਕੀ ਆ ਲੈਣ ਦੇ ਤੇ ਉਹਨਾਂ ਨੇ ਸਾਰੀ ਯੋਜਨਾ ਬਣਾ ਕੇ ਫਿਰ ਰੰਗੇ ਹੱਥੀ ਬੰਦਾ ਫੜ ਲਿਆ। ਕੰਨਾਂ ਦੇ ਵਿੱਚੋਂ ਮਾੜਾ ਜਿਹਾ ਸੇਕ ਵੀ ਇੱਕ ਦੋ ਵਾਰੀ ਕੱਢਿਆ, ਪੁਲਿਸ ਨੂੰ ਨਾਲ ਲਿਆਏ ਸੀ, ਵੀਡੀਓ ਵਗੈਰਾ ਬਣ ਗਈਆਂ ਤੇ ਉਹਦੇ ਤੋਂ ਵੀ ਚੰਗੀ ਗੱਲ ਇਹ ਹੋਈ ਕਿ ਉਸੇ ਵੇਲੇ ਬਰਖਾਸਤ ਕਰ ਦਿੱਤਾ ਗਿਆ ਕਿ ਭਾਈ ਤੇਰੀ ਨੌਕਰੀ ਖਤਮ, ਚੱਕ ਕੇ ਅੰਦਰ ਵੀ ਦੇ ਦਿੱਤਾ। ਪਰ ਸੰਧਾਲੀਆ ਸਾਹਿਬ ਉਸ ਸਾਰੇ ਮਸਲੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ, ਪਹਿਲੀ ਗੱਲ ਕਿ ਤਾਕਤ ਦੀ ਦੁਰਵਰਤੋਂ, ਦੂਸਰੀ ਗੱਲ ਤਾਕਤ ਦੀ ਦੁਰਵਰਤੋਂ ਦੇ ਨਾਲ ਕਿ ਜੇ ਕੋਈ ਬੰਦਾ ਬੇਬਸ ਆ ਕਿਉਂਕਿ ਘਰ ਵਾਲਾ ਉਹਦਾ ਹੈ ਨਹੀਂ ਦੁਨੀਆ ਦੇ ਉੱਤੇ, ਉਹ ਦੁਨੀਆ ਤੋਂ ਚੜ੍ਹਾਈ ਕਰ ਚੁੱਕਿਆ, ਔਰਤ ਆਪ ਹੀ ਸਾਰਾ ਕੁਝ ਜਿਹੜਾ ਉਹ ਕਰਦੀ ਹੈ। ਹੁਣ ਦੂਸਰੀ ਗੱਲ ਕਿ ਜੇ ਕੋਈ ਬੰਦਾ ਬੇਬਸ ਹੈ ਤੇ ਤੁਸੀਂ ਉਹਦਾ ਨਜਾਇਜ਼ ਫਾਇਦਾ ਚੱਕਣਾ। ਤੀਸਰੀ ਗੱਲ ਤੁਸੀਂ ਸਿਸਟਮ ਦਾ ਮਿਸਯੂਜ਼ ਦੇਖੋ ਕਿ ਜੇ ਸੱਚੀ ਮੁੱਚੀ ਮੁੰਡੇ ਤੇ ਨਜਾਇਜ਼ ਪਰਚਾ ਦਿੱਤਾ ਉਹਦਾ ਤੇ ਲਾਈਫ ਤਬਾਹ ਕਰ ਦਿੱਤੀ। ਦੂਸਰੀ ਗੱਲ ਇਹਦੇ ਨਾਲ ਇਹ ਕਿ ਇਹ ਵੀ ਕਹੀ ਜਾਣਾ ਕਿ ਜਿੱਦਾਂ ਮੈਂ ਕਹਿੰਦਾ ਤੂੰ ਉੱਦਾਂ ਕਰੀ ਚੱਲ, ਗਵਾਹੀ ਤਾਂ ਮੇਰੀ ਆ, ਮੈਂ ਹੀ ਫੜਿਆ ਸੀ, ਮੈਂ ਗਵਾਹੀ ਥੋੜੀ ਜਿਹੀ ਢਿੱਲੀ ਦੇ ਦੂੰ, ਮੁੰਡਾ ਤੇਰਾ ਛੁੱਟ ਜੂ। ਜਾਣੀ ਜੇ ਅੱਜ 2021 ਦੇ ਵਿੱਚ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ, ਜਦੋਂ ਕਰੋਨਾ ਕਾਲ ਚੱਲਦਾ, ਜਦੋਂ ਅਸੀਂ ਰੋਜ਼ ਲਾਸ਼ਾਂ ਦੀ ਗੱਲ ਕਰਦੇ ਹਾਂ, ਤੜਫਦੇ ਮਰੀਜ਼ਾਂ ਦੀ ਗੱਲ ਕਰਦੇ ਹਾਂ, ਤੇ ਜਿਨ੍ਹਾਂ ਨੇ ਇਨਸਾਫ ਲੈ ਕੇ ਦੇਣਾ, ਜੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਆਹ ਕੁਛ ਕਰੂਗਾ ਤਾਂ ਫਿਰ ਲੋਕਾਂ ਦਾ ਤੇ ਪੁਲਿਸ ਦਾ ਟਰੈਕ ਤਾਂ ਅੱਡ ਹੀ ਹੋਇਆ ਨਾ। ਇਹਨੇ ਅੱਡ ਪੂਰਾ ਹੋਇਆ। ਜਿਹੜੀ ਅਸਲ ਮਾੜੀ ਗੱਲ ਮੈਨੂੰ ਲੱਗੀ, ਦੇਖੋ ਇਹ ਇੱਕ ਘਟਨਾ ਨਹੀਂ ਹੈ, ਇਹ ਤੇ ਇਦਾਂ ਦੀ ਗੱਲ ਹੈ ਨਾ ਵੀ ਚਲੋ ਸਾਹਮਣੇ ਆ ਗਈ, ਪਰ ਜਦੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਯਾਦ ਕਰਨਾ ਸ਼ੁਰੂ ਕਰੀਏ ਆਪਾਂ ਨੂੰ ਇਹੋ ਜਿਹੀਆਂ ਕਈ ਘਟਨਾਵਾਂ ਯਾਦ ਆ ਜਾਂਦੀਆਂ ਜਿੱਥੇ ਕੋਈ ਇਸ ਤਰ੍ਹਾਂ ਦੇ ਵਿਚਾਰੀ ਕੋਈ ਮਾਤੜ ਮਜ਼ਲੂਮ, ਕੋਈ ਕਰਮਾਂ ਦੀ ਮਾਰੀ ਬੀਬੀ ਜੇ ਕਿਤੇ ਇਸ ਤਰ੍ਹਾਂ ਦੇ ਦਰਿੰਦਿਆਂ ਦੇ ਕਾਬੂ ਆ ਜਾਂਦੀ ਤੇ ਮੋਸਟਲੀ ਉਹਦੇ ਨਾਲ ਇਹੋ ਕੁਛ ਹੀ ਹੁੰਦਾ। ਕਈ ਸਾਹਮਣੇ ਆ ਜਾਂਦੀਆਂ, ਕਈਆਂ ਦੇ ਨਾਲ ਉਹ ਇਹੋ ਜਿਹਾ ਕੁਛ ਹੁੰਦਾ ਵੀ ਬਾਅਦ 'ਚ ਉਹਨਾਂ ਦੀ ਜ਼ੁਬਾਨ ਹੀ ਖਾਮੋਸ਼ ਕਰ ਦਿੱਤੀ ਜਾਂਦੀ ਹੈ। ਪਰ ਇਹਦੇ 'ਚ ਸਵਾਲ ਇੱਕ ਵੱਡਾ ਇਹ ਹੈ ਬਾਠ ਸਾਹਿਬ ਕਿ ਆਪਾਂ ਕਈ ਵਾਰ ਇਹ ਜ਼ਿਕਰ ਕਰਦੇ ਹੁੰਦੇ ਹਾਂ ਵੀ ਯਾਰ ਹੁਣ ਜਿਹੜਾ ਨਵਾਂ ਪੂਰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਜਾਂ ਹੋ ਰਿਹਾ, ਉਹਨਾਂ ਦੀ ਸੋਚ 'ਚ ਫਰਕ ਹੈ। ਪਰ ਸਵਾਲ ਇਹ ਆ ਵੀ ਉਹ ਜਿਹੜਾ ਨਵਾਂ ਪੂਰ ਹੈ ਕਦੋਂ ਉਹ ਉਸ ਲੈਵਲ 'ਤੇ ਪਹੁੰਚੂਗਾ ਜਿੱਥੇ ਜਾ ਕੇ ਉਹ ਕੋਈ ਫੈਸਲਾ ਲੈ ਸਕਦੇ ਆ, ਚੰਗੇ ਨੂੰ ਚੰਗਾ, ਮਾੜੇ ਨੂੰ ਮਾੜਾ, ਠੀਕ ਨੂੰ ਠੀਕ, ਗਲਤ ਨੂੰ ਗਲਤ ਕਹਿ ਸਕਦੇ। ਇਹੋ ਜਿਹੇ ਜਿਹੜੇ ਸੀਨੀਅਰ ਹੋਣਗੇ ਅਗਲੇ ਪਾਸੇ ਲੱਗੇ, ਉਹਨਾਂ ਦੀਆਂ ਆਦਤਾਂ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਵੀ 10 ਸਾਲ ਜੇ ਲੱਗ ਗਏ ਉਹਨਾਂ ਨੂੰ ਉੱਥੋਂ ਤੱਕ ਪਹੁੰਚਦਿਆਂ ਤੇ ਜਿਹੜਾ ਨਵਾਂ ਪੂਰ ਕੋਈ ਚਾਹੀਦੇ ਮੁੰਡੇ ਕੁੜੀਆਂ ਵੀ ਉਹਦੇ ਵਿੱਚ ਗਏ ਆ ਉਹਨਾਂ ਨੂੰ ਵੀ ਆਪਣਾ ਕਰ ਜਾਣ। ਉਹੀ ਗੱਲ ਵੀ ਮੱਛੀ ਤਲਾਬ ਵਾਲੀ। ਸੰਧਾਲੀਆ ਸਾਹਿਬ ਇਹ ਦੋਨੋਂ ਚੀਜ਼ਾਂ ਬਹੁਤ ਧਿਆਨ ਮੰਗਦੀਆਂ ਕਿ ਕੀ ਨਵੇਂ ਜਿਹੜੇ ਭਰਤੀ ਹੋ ਰਹੇ ਨੇ ਉਹ ਸਿਸਟਮ ਦੇ ਜੰਗਾਲ ਨੂੰ ਲਾਉਣਗੇ ਜਾਂ ਉਹ ਵੀ ਜੰਗਾਲ ਦੇ ਨਾਲ ਜੰਗਾਲੇ ਜਾਣਗੇ। ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਤੁਸੀਂ ਜਿੱਦਾਂ ਰਹਿੰਦੇ ਹੋ ਤੁਹਾਡੇ ਉੱਤੇ ਫਰਕ ਪੈਂਦਾ। ਪਰ ਹੋ ਸਕਦਾ
ਕਿ ਜਿਹੜੇ ਨਵੇਂ ਬੰਦੇ ਨੇ, ਪੜ੍ਹੇ ਲਿਖੇ ਨੇ, ਬਹੁਤ ਸਾਰੇ ਡਿਗਰੀਧਾਰੀ ਨੇ, ਉਹਨਾਂ ਨੇ ਉਸ ਸਿਸਟਮ ਨੂੰ ਹੰਢਾਇਆ ਹੋਇਆ ਕਿ ਭਾਈ ਦੇਖੋ ਕਿੰਨਾ ਮਾੜਾ ਸਿਸਟਮ ਹੈ। ਤੇ ਉਹਦੇ ਵਿੱਚ ਜੇ ਉਹਨਾਂ ਦੇ ਵਿੱਚੋਂ ਅੱਧੇ ਬੰਦੇ ਵੀ ਉਸ ਜੰਗਾਲ ਤੋਂ, ਜੰਗ ਤੋਂ ਬਚੇ ਰਹਿ ਗਏ ਨਾ, ਤਾਂ ਸਿਸਟਮ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਊਗਾ। ਪਰ ਮੈਂ ਇੱਥੇ ਇੱਕ ਗੱਲ ਕਲੀਅਰ ਕਰਦਾ ਕਿ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਨਾ ਕਿ $5 ਵਾਲੀ, ਅਸਲ ਦੇ ਵਿੱਚ ਰੌਲਾ $5.5 ਦਾ ਨਹੀਂ ਹੈ। ਔਰਤ ਇਕੱਲੀ ਹੈ। ਮੈਂ ਕਹਿੰਦਾ ਕਿ ਪਿੰਡ ਵਾਲਿਆਂ ਨੂੰ ਜਾ ਕੇ ਆਖੇ, ਇੱਥੇ ਤਾਂ ਕੋਈ ਸਰਪੰਚ ਦੇ ਮੂਹਰੇ ਬੋਲਣ ਨੂੰ ਤਿਆਰ ਨਹੀਂ ਹੁੰਦਾ। ਜੇ ਪਿੰਡ ਵਾਲੇ ਇਕੱਠੇ ਹੋਏ ਆ, ਉਹਦੇ ਰਿਸ਼ਤੇਦਾਰ ਇਕੱਠੇ ਹੋਏ, ਤਾਂ ਵੀ ਕਹਿ ਸਕਦੇ ਛੱਡੋ ਯਾਰ, ਪੁਲਿਸ ਨਾਲ ਪੰਗਾ ਨਹੀਂ ਲਈਦਾ, ਕੱਲ੍ਹ ਨੂੰ ਬੰਦਾ ਛੁੱਟ ਕੇ ਆਜੂ ਬਾਹਰ, ਨਾ ਛੁੱਟ ਕੇ ਆਊ ਕੋਈ ਗੱਲ ਨਹੀਂ, ਕੋਈ ਹੋਰ ਸਾਡੇ ਆ ਕੇ ਗਲ ਪਊਗਾ, ਪਿੰਡ ਦੇ ਉੱਤੇ ਕਹਿਰੀ ਜੀ ਨਿਗਾਹ ਰੱਖਣਗੇ। ਪਰ ਉਹ ਇਕੱਠੇ ਹੋਏ, ਇਸ ਗੱਲ ਦੇ ਲਈ ਉਹਨਾਂ ਨੂੰ ਦਾਦ ਦੇਣੀ ਬਣਦੀ ਆ, ਸ਼ਲਾਘਾ ਕਰਨੀ ਬਣਦੀ ਆ ਕਿ ਉਹਨਾਂ ਨੇ ਆਣ ਕੇ ਹੱਥ ਪਾਇਆ। ਜੇ ਔਰਤ ਦਾ ਕੋਈ ਗੱਲ ਹੀ ਨਾ ਮੰਨਦਾ, ਇਹ ਕਹਿੰਦੇ ਕਿ ਨਾ ਭਾਈ ਅਸੀਂ ਕਿਉਂ ਜਾਈਏ, ਤੂੰ ਆਪਦੇ ਰਿਸ਼ਤੇਦਾਰਾਂ ਨੂੰ ਸੱਦ, ਤੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਕਹਿੰਦਾ ਨਹੀਂ 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 ਇਹ ਨਹੀਂ ਗੱਲ, ਕੱਲ ਨੂੰ ਸਾਡੇ ਉੱਤੇ ਛਾਪੇ ਮਾਰਦੇ ਫਿਰ ਨਹੀਂ ਕੁਝ ਕਰਦੇ ਫਿਰ ਅਸੀਂ ਨਹੀਂ ਜਾਣਾ। ਸਾਰਿਆਂ ਨੇ ਇਕੱਠੇ ਹੋ ਕੇ ਆ ਜਿਹੜੀ ਹਿੰਮਤ ਦਿਖਾਈ ਆ ਨਾ, ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਤੁਹਾਡੀ ਇਹ ਹਿੰਮਤ ਇੱਥੇ ਹੀ ਨਾ ਬੰਦ ਕਰਿਓ। ਸਭ ਤੋਂ ਵੱਡਾ ਸਵਾਲ, ਪਿੰਡ ਦੇ ਵਿੱਚ ਕਈ ਬੰਦੇ ਟੇਢੇ ਹੁੰਦੇ ਆ, ਉਹ ਮੁੰਡੇ ਨੇ ਵੀ ਬਾਹਰ ਆਉਣਾ, ਕਿਉਂਕਿ ਵੀਡੀਓ ਦੇ ਵਿੱਚ ਤਾਂ ਔਰਤ ਵੀ ਹੈ, ਉਹਦਾ 20 ਸਾਲ ਦਾ ਮੁੰਡਾ, ਉਹਨੇ ਵੀ ਬਾਹਰ ਆਉਣਾ। ਕੋਈ ਐਵੇਂ ਟੇਢੀ ਗੱਲ ਉਸ ਮੁੰਡੇ ਦੇ ਵਿੱਚ ਦੀ ਕੱਢਣ ਨੂੰ ਨਾ ਕਰ ਦਿਓ। ਔਰਤ ਨੇ ਵੀ ਲੰਘਣਾ ਉੱਥੋਂ ਦੀ। ਕਈ ਤਾਂ ਬਹੁਤ ਚੰਗੇ ਲੋਕ ਹੁੰਦੇ ਆ, ਪਰ ਮਾੜਿਆਂ ਦਾ ਵੀ ਕਈਆਂ ਦੀ ਜ਼ੁਬਾਨ ਹੀ ਇੰਨੀ ਕੌੜੀ ਹੁੰਦੀ ਆ ਮਿਰਚ ਵਰਗੀ ਕਿ ਉਹਨਾਂ ਨੇ ਟੇਢਾ ਹੀ ਹਮੇਸ਼ਾ ਬੋਲਣਾ। ਉਸ ਚੀਜ਼ ਤੋਂ ਬਚਣਾ ਇਸ ਲਈ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਸਮਾਜਿਕ ਤੌਰ ਤੇ ਉਹਨਾਂ ਨੂੰ ਮਾਣ ਤਾਣ ਪੂਰਾ ਦਈਏ, ਤੇ ਜਦੋਂ ਤੱਕ ਕੇਸ ਕਿਸੇ ਸਿਰੇ ਬੰਨੇ ਲੱਗਦਾ ਨਹੀਂ, ਇਕੱਠੇ ਹੋ ਕੇ ਰਹਿਣਾ ਹੈ। ਇਹ ਬੜਾ ਜ਼ਰੂਰੀ ਹੈ। ਵੈਸੇ ਇਕੱਠ ਦੇ ਵਿੱਚ ਹੀ ਬਰਕਤ ਆ, ਜੇ ਇਕੱਠ ਰਵੇ ਤਾਂ। ਕਿਉਂਕਿ ਜੇ ਕੱਲ੍ਹ ਨੂੰ ਮੰਨ ਲਓ ਵੀ ਇਹ ਪਿੰਡ ਵਾਲੇ ਪਿੱਛੇ ਰਹਿ ਜਾਂਦੇ ਆ, ਕੰਮ ਕਾਨੂੰਨੀ ਅੜਚਣਾਂ 'ਚ ਪੈ ਜਾਂਦਾ, ਤੇ ਫਿਰ ਜਦੋਂ ਵਕੀਲਾਂ ਦੇ ਦਾ ਆਈ ਹੁੰਦੀ ਹੈ ਚੀਜ਼, ਫਿਰ ਉਹਨਾਂ ਨੇ ਤੇ 100 ਘੁੰਡੀਆਂ ਕੱਢ ਲੈਣੀਆਂ। ਜੇ ਉਧਰ ਨੂੰ ਤੁਰ ਕੇ ਕੱਲ੍ਹ ਨੂੰ ਬੰਦਾ ਅੱਜ ਨਹੀਂ ਹੋਰ 2, 4, 6 ਮਹੀਨਿਆਂ ਨੂੰ ਫਿਰ ਉੱਥੇ ਹੀ ਫਿਰਦਾ ਹੋਇਆ, ਤੇ ਫਿਰ ਉਹ ਮੁੱਛਾਂ ਨੂੰ ਤਾ ਦੇ ਕੇ ਲੰਘਿਆ ਵੀ ਹਾਂ ਮੇਰਾ ਕੀ ਵਿਗਾੜ ਲਿਆ ਤੁਸੀਂ, ਉਹਦੇ ਨਾਲ ਪ੍ਰਭਾਵ ਇਹ ਜਾਂਦਾ ਆਮ ਲੋਕਾਂ ਦੇ ਵਿੱਚ ਵੀ ਯਾਰ ਗੱਲ ਤਾਂ ਸਹੀ ਸੀ, ਅਸੀਂ ਇਹਦਾ ਕੀ ਵਿਗਾੜ ਲਿਆ। ਸੋ ਮੇਰੇ ਖਿਆਲ ਨਾਲ ਇੱਥੇ ਕਿਤੇ ਨਾ ਕਿਤੇ ਕਾਨੂੰਨ ਤੇ ਸਿਸਟਮ ਨੂੰ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਜਾਂ ਆਪਣਾ ਜਿਹੜਾ ਪ੍ਰਭਾਵ ਸਹੀ ਰੱਖਣ ਲਈ ਕੰਮ ਕਰਨਾ ਪੈਣਾ ਵੀ ਜੇ ਇਹੋ ਜਿਹਾ ਕੁਝ ਕਾਬੂ ਆਉਂਦਾ ਤੇ ਫਿਰ ਉਹ ਵਾਕਿਆ ਹੀ ਕਲੀਅਰ ਹੋਵੇ ਕਿ ਯਾਰ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਰ ਸਕਦਾ ਹੈ ਸਿਸਟਮ। ਅਬ ਇਹ ਮੈਂ ਤਾਂ ਕਰਕੇ ਵੀ ਜ਼ਿਕਰ ਕਰਦਾ, ਤੁਸੀਂ ਦੇਖੋ ਕਈ ਵਾਰ ਨਹੀਂ ਅਖਬਾਰ 'ਚ ਖਬਰ ਆਉਂਦੀ ਹੁੰਦੀ ਦੂਜੇ ਤੀਜੇ ਥਾਂ ਤੇ ਰਿਸ਼ਵਤ ਲੈਂਦਾ ਫਲਾਨਾ ਫੜਿਆ ਜੀ, ਕਦੀ ਤੁਸੀਂ ਇਹ ਸੁਣੀ ਆ ਦੂਜੀ ਵਾਰ ਖਬਰ ਵੀ ਯਾਰ ਉਹਦਾ ਹੋਇਆ ਕੀ? ਫਿਰ ਜੇ ਆਹੀ ਚੱਕਰ ਹੈ ਨਾ ਵੀ ਉਹ ਫੜੇ ਜਾਂਦੇ ਆ, ਉਸ ਤੋਂ ਬਾਅਦ ਕੀ ਹੁੰਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ। ਤੇ ਆ ਜਿਹੜੀ ਗੱਲ ਤੁਸੀਂ ਹੁਣੇ ਜ਼ਿਕਰ ਕਰਦੇ ਸੀ ਵੀ ਬਹੁਤੇ ਬੰਦੇ ਕਹਿੰਦੇ ਯਾਰ ਦਫਾ ਕਰ ਆਪਾਂ ਪੰਗਾ ਲੈਣਾ, ਉਹ ਇਸੇ ਚੀਜ਼ ਤੋਂ ਨਿਕਲਦੀ ਹੈ। ਕਿਉਂਕਿ ਬਹੁਤਿਆਂ ਨੂੰ ਇਹ ਯਕੀਨ ਹੁੰਦਾ ਵੀ ਯਾਰ ਜੇ ਅੱਜ ਇਹ ਇਦਾਂ ਹੋ ਗਿਆ ਨਾ ਤੇ ਕੱਲ੍ਹ ਨੂੰ ਇਹਨੇ ਤੇ ਫਿਰ ਇੱਥੇ ਆਣਾ ਮੈਂ ਤੰਗ ਕਰੂ। ਸੰਧਾਲੀਆ ਸਾਹਿਬ ਗੱਲ ਬੜੀ ਸਿੱਧੀ ਹੈ ਕਿ ਪੁਲਿਸ ਡਿਪਾਰਟਮੈਂਟ ਸਾਰਾ ਮਾੜਾ ਨਹੀਂ, ਸਾਰੇ ਲੋਕ ਵੀ ਚੰਗੇ ਨਹੀਂ, ਪਰ ਇਹ ਜਿਹੜੀ ਇੱਕ ਘਟਨਾ ਨਾ, ਇਹ ਬਦਲਾਅ ਦਾ ਇੱਕ ਸੂਤਰ ਬਣ ਸਕਦੀ ਹੈ, ਇੱਕ ਸਟਾਰਟਿੰਗ ਪੁਆਇੰਟ ਬਣ ਸਕਦੀ ਹੈ। ਜੇ ਤਾਂ ਪਿੰਡ ਵਾਲੇ ਇਕੱਠੇ ਰਹਿਣਗੇ, ਇਹ ਨਾ ਸੋਚਣ ਕਿ ਉਹਨਾਂ ਦੇ ਪਿੰਡ ਦੀ ਗੱਲ ਹੈ, ਇੱਕ ਮੁੰਡੇ ਤੇ ਹੋਏ ਪਰਚੇ ਦੀ ਗੱਲ ਹੈ, ਜਾਂ ਇੱਕ ਔਰਤ ਦੇ ਨਾਲ ਹੋਈ ਧੱਕੇ ਦੀ ਗੱਲ ਨਾ, ਇਸ ਕੇਸ ਨੂੰ ਚੰਗੇ ਤਰੀਕੇ, ਕਿਉਂਕਿ ਇੰਨਾ ਯੋਜਨਾਬੱਧ ਢੰਗ ਦੇ ਨਾਲ ਪੁਲਿਸ ਨੂੰ ਸੱਦਿਆ, ਵੱਡੇ ਅਫਸਰ ਨਾਲ ਸੀ, ਵੀਡੀਓ ਵਗੈਰਾ ਬਣੀ ਹੈ, ਪਿੰਡ ਵਾਲੇ ਨਾਲ ਸੀ, ਗਵਾਹੀਆਂ ਪੂਰੀਆਂ, ਇੰਨਾ ਜ਼ਿਆਦਾ ਪ੍ਰੈਸ਼ਰ ਸੀ ਤੇ ਇੰਨਾ ਕਲੀਅਰ ਸਾਰਾ ਕੁਝ ਕੀਤਾ ਗਿਆ ਕਿ 2-3 ਘੰਟੇ ਦੇ ਵਿੱਚ ਉਹ ਬੰਦਾ ਜਿਹੜਾ ਉਹਨੂੰ ਬਰਖਾਸਤ ਕਰਨਾ ਪਿਆ, ਨਹੀਂ ਤਾਂ ਸਸਪੈਂਡ ਹੁੰਦੇ ਨੇ ਆਮ ਤੌਰ ਤੇ ਕਿ ਸਿੱਧਾ ਬਰਖਾਸਤ ਕਰੋ ਜੀ। ਦੂਸਰੀ ਗੱਲ, ਜੇ ਤਾਂ ਪਿੰਡ ਵਾਲੇ ਤੇ ਉਹਨਾਂ ਦੇ ਰਿਸ਼ਤੇਦਾਰ ਸਾਰੇ ਜਿਹੜੇ ਆ ਐਨ ਕਾਇਮ ਰਹਿ ਗਏ, ਕਿਉਂਕਿ SIT ਵੀ ਬਣਾਉਣੀ ਪਈ ਵੀ ਮੁੰਡੇ ਤੇ ਪਰਚਾ ਕਿਤੇ ਗਲਤ ਤਾਂ ਨਹੀਂ ਹੋਇਆ। ਤੁਸੀਂ ਸਿਸਟਮ ਦਾ ਲੂਪ ਹੋਲ ਦੇਖੋ, ਹਾਲਾਂਕਿ ਇਹ ਸਧਾਰਨ ਗੱਲ ਬਣ ਗਈ ਹੈ। ਉਹ ਕਹਿੰਦੇ ਜੀ ਮੇਰੇ ਮੁੰਡੇ ਨੂੰ ਥੋੜੇ ਦਿਨ ਪਹਿਲਾਂ ਘਰੋਂ ਚੱਕਿਆ ਤੇ ਉਹਦੀ ਗ੍ਰਿਫਤਾਰੀ ਦਿਖਾਈ ਆ ਬਾਹਰੋਂ। ਹੁਣ ਜੇ ਔਰਤ ਦੇ ਬਿਆਨਾਂ ਨੂੰ ਸੱਚ ਮੰਨੀਏ ਕਿ ਨਸ਼ਾ ਵੀ ਕੋਲੋਂ ਪਾਤਾ, ਪੁਲਿਸ ਕੋਲ ਨਸ਼ਾ ਕਿੱਥੋਂ ਆਇਆ? ਤਾਂ ਜੇ ਇਸ ਗੱਲ ਨੂੰ ਸੱਚ ਮੰਨੀਏ ਕਿ ਗ੍ਰਿਫਤਾਰ ਕਿਤਿਓਂ ਕੀਤਾ ਤੇ ਕਾਗਜ਼ਾਂ ਦੇ ਵਿੱਚ ਗ੍ਰਿਫਤਾਰੀ ਕਿਤੋਂ ਦਿਖਾਈ, ਇਹਦਾ ਮਤਲਬ ਹੈ ਕਿ ਸੋਚ ਨਹੀਂ ਬਦਲਦੀ, ਇਹਦਾ ਮਤਲਬ ਹੈ ਕਿ ਸੋਚਣ ਦਾ ਢੰਗ ਨਹੀਂ ਬਦਲਦਾ। ਇਹਦਾ ਮਤਲਬ ਪਤਾ ਕੀ ਹੈ? ਉਸ ਪਿੰਡ ਦੇ ਲੋਕ, ਮੈਂ ਫਿਰ ਕਹਿਣਾ ਕਿ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਆ, ਪਰ ਤੁਸੀਂ ਖੜੇ ਰਹੋ। ਜੇ ਇਸ ਬੰਦੇ ਨੂੰ ਠੋਕ ਕੇ ਸਜ਼ਾ ਮਿਲ ਗਈ ਤਾਂ ਸਿਸਟਮ ਦੇ ਵਿੱਚ ਸੁਧਾਰ ਦਾ ਆਗਾਜ਼ ਹੋ ਜਾਊਗਾ, ਸ਼ੁਰੂਆਤ ਹੋ ਜਾਊ, ਆਰੰਭਤਾ ਹੋ ਜਾਊ। ਤੇ ਜੇ ਕੇਸ ਵੱਟੇ ਖਾਤੇ ਰੁਲ ਗਿਆ ਨਾ, ਤਾਂ ਫਿਰ ਬਾਕੀਆਂ ਨੂੰ ਉਤਸ਼ਾਹ ਹੋ ਜਾਣਾ ਕਿ ਭਾਈ ਉਹਦਾ ਕੀ ਕਰ ਲਿਆ ਜਿਹੜਾ ਕੋਈ ਸਾਡਾ ਕਰ ਲਓ, ਜਿਹੜਾ ਕਿ ਹੁਣ ਤੱਕ ਹੁੰਦਾ ਆਇਆ ਜੀ, ਹੁੰਦਾ ਆਇਆ। ਅੱਛਾ ਵਾਰ ਸਾਹਿਬ, ਆਪਾਂ ਥੋੜੀ ਜਿਹੀ ਗੱਲ ਹੁਣ ਕਰੋਨੇ ਵਾਲੀ ਛੇੜ ਲਈਏ, ਉਸ ਤੋਂ ਬਾਅਦ ਦੂਜੇ ਪਾਸੇ ਚੱਲੀਏ। ਜਿਹੜੀ ਕਰੋਨੇ ਵਾਲੀ ਗੱਲ ਹੈ ਉਹ ਹੁਣ ਸਮਝੋ ਬਾਹਰ ਹੋਈ ਪਈ ਹੈ ਵੀ ਜਦੋਂ ਪਿੰਡਾਂ ਥਾਵਾਂ ਤੋਂ, ਬਹੁਤ ਸਾਰੇ ਜ਼ਿਲ੍ਹਿਆਂ ਤੋਂ, ਬਹੁਤ ਸਾਰੇ ਆਸੇ-ਪਾਸੇ ਦੀਆਂ ਥਾਵਾਂ ਤੋਂ ਇਹ ਖਬਰਾਂ ਆਉਣ ਲੱਗ ਪੈਣ ਵੀ ਫਲਾਣੇ ਥਾਂ ਦੇ ਉੱਪਰ ਲੋਕਡਾਊਨ ਲਾਤਾ, ਢੀਂਗੜੇ ਥਾਂ ਦੇ ਉੱਪਰ ਆਪਾਂ ਬੰਦਿਸ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਤੇ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹ ਅੱਗੇ ਫੈਲੇ ਨਾ ਜੀ। ਹੁਣ ਤਾਂ ਮੇਰਾ ਖਿਆਲ ਅਦਾਲਤਾਂ ਨੇ ਜਾਂ ਸਰਕਾਰਾਂ ਨੇ ਜਿਸ ਹਿਸਾਬ ਨਾਲ ਪਿਛਲੇ ਦਿਨਾਂ ਦੇ ਵਿੱਚ ਚੂੜੀ ਟੈਟ ਕੀਤੀ ਸੀ, ਉਹ ਤੋਂ ਬਾਅਦ ਥੱਲੇ ਵਾਲੇ ਅਧਿਕਾਰੀ ਵੀ ਆਪੋ ਆਪਣੀ ਡਿਊਟੀ ਸਮਝਣ ਲੱਗ ਪਏ ਵੀ ਅਸੀਂ ਸ਼ਾਇਦ ਕੁਛ ਕਰ ਦਈਏ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਖਬਰਾਂ ਇਹੋ ਹੀ ਆਉਣ ਵੀ ਭਾਈ ਸਾਹਿਬ ਜੇ ਵੱਡੀਆਂ ਥਾਵਾਂ 'ਤੇ ਸ਼ਹਿਰਾਂ 'ਚ ਚਲੇ ਜਾਂਦੇ ਤੇ ਉੱਥੇ ਸ਼ਮਸ਼ਾਨ ਘਾਟਾਂ 'ਚ ਥਾਂ ਹੈ ਨਹੀਂ, ਹਸਪਤਾਲਾਂ 'ਚ ਆਕਸੀਜਨ ਹੈ ਨਹੀਂ,
ਫੜਾਨੇ ਥਾਂ ਦੇ ਉੱਪਰ ਜੇ ਤੁਸੀਂ ਚਲੇ ਜਾਓ ਤਾਂ ਉੱਥੇ ਅਜੇ ਵੀ ਉਹ ਨਦੀ ਦੇ ਵਿੱਚ ਉਸੇ ਤਰ੍ਹਾਂ ਹੀ ਲਾਸ਼ਾਂ ਰੁੜਦੀਆਂ ਮਿਲਦੀਆਂ ਪਈਆਂ। ਫਿਰ ਉਹ ਜਿਹੜੀ ਗੱਲ ਆਪਾਂ ਕੱਲ੍ਹ ਕਰਦੇ ਪਏ ਸੀ ਵੀ ਯਾਰ ਜਿਹੜਾ ਯਕੀਨ ਆ ਉਹ ਫਿਰ ਕਿਹੜੀ ਥਾਂ ਦੇ ਉੱਪਰ ਰਹਿ ਗਿਆ? ਮਤਲਬ ਹੁਣ ਖਬਰ ਤੇ ਯਕੀਨ ਕੀਤਾ ਜਾਵੇ ਜਾਂ ਫਿਰ ਜੋ ਅੱਖੀਂ ਡਿੱਠਾ ਇਸ ਵਕਤ ਸਾਹਮਣੇ ਆਸੇ-ਪਾਸੇ ਨਜ਼ਰ ਆ ਰਿਹਾ ਉਹ ਤੇ ਯਕੀਨ ਕੀਤਾ ਜਾਵੇ? ਸੰਧਾਲੀਆ ਸਾਹਿਬ, ਕਈ ਚੀਜ਼ਾਂ ਨਾ ਬਹੁਤ ਕਲੀਅਰ ਹੋ ਗਈਆਂ। ਆ ਜਿਹੜਾ ਬਕਸਰ ਦੇ ਵਿੱਚੋਂ ਪਿਛਲੇ ਦਿਨੀ ਗੰਗਾ ਨਦੀ ਦੇ ਕਿਨਾਰੇ ਤੋਂ ਲਾਸ਼ਾਂ ਮਿਲੀਆਂ ਸੀ, ਹੁਣ ਉੱਥੇ ਜਾ ਕੇ ਪੱਤਰਕਾਰਾਂ ਨੇ ਘੋਖ ਪੜਤਾਲ ਕੀਤੀ ਤੇ ਉੱਥੇ ਲੋਕਾਂ ਨੇ ਦੱਸਿਆ ਕਿ ਯੂਪੀ ਤੇ ਬਿਹਾਰ ਦਾ ਜਿਹੜਾ ਬਾਰਡਰ ਹੈ, ਜਿੱਥੇ ਉਹ ਇੱਕ ਪੁਲ ਜਿਹਾ ਹੈਗਾ, ਉਹ ਕਹਿੰਦੇ ਯੂਪੀ ਦੇ ਲੋਕ ਵੀ ਆਉਂਦੇ ਆ ਲਾਸ਼ਾਂ ਲੈ ਕੇ, ਬਿਹਾਰ ਵਾਲੇ ਵੀ ਆ ਜਾਂਦੇ ਆ ਤੇ ਬਹੁਤੇ ਗੰਗਾ ਨਦੀ ਦੇ ਵਿੱਚ ਸੁੱਟ ਕੇ ਚਲੇ ਜਾਂਦੇ ਆ। ਐਂਬੂਲੈਂਸ ਆਉਂਦੀ ਹੈ, ਉਹ ਲਾਸ਼ ਜਿਹੜੀ ਹੈ ਉਹ ਬੰਨੀ ਉਹ ਕੱਪੜੇ ਦੇ ਵਿੱਚ ਲਪੇਟੀ ਹੁੰਦੀ ਹੈ ਤੇ ਉਹ ਸੁੱਟ ਦਿੰਦੇ ਨੇ। ਇਹ ਨਹੀਂ ਕਿ ਚੋਰੀ ਸੁੱਟ ਕੇ ਜਾਂਦੇ ਆ, ਕਿਉਂਕਿ ਹੁਣ ਪਤਾ ਹੀ ਆ ਸਾਰੇ ਪਾਸੇ ਕੀ ਆ, ਤੇ ਉਹ ਲਾਸ਼ਾਂ ਫਿਰ ਕਿਤੇ ਨਾ ਕਿਤੇ ਤੇ ਜਾਣੀਆਂ। ਬਿਹਾਰ ਵਾਲੇ ਯੂਪੀ ਵਾਲੇ ਤੇ ਦੋਸ਼ ਲਾ ਦੇਣ, ਯੂਪੀ ਵਾਲੇ ਕਹਿਣ ਕਿ ਅਸੀਂ ਨਹੀਂ, ਤਾਂ ਉਹ ਇੱਕ ਵੱਖਰੀ ਗੱਲ ਹੈ। ਪਰ ਇਹ ਨਹੀਂ ਕਿ ਰਾਤ ਬਰਾਤੇ ਕਿਤੇ ਇੱਕ ਥਾਂ ਦੇ ਉੱਤੇ ਉਹ ਕੰਮ ਹੋਇਆ ਤਾਂ ਲਾਸ਼ਾਂ 200 ਸਿੱਟ ਗਏ, ਇਦਾਂ ਨਹੀਂ। ਥਾਂ ਥਾਂ ਦੇ ਉੱਤੇ ਮੌਤਾਂ ਹੋ ਰਹੀਆਂ ਤੇ ਲੋਕ ਲਾਸ਼ਾਂ ਨਦੀ ਦੇ ਵਿੱਚ ਸਿੱਟ ਜਾਂਦੇ ਆ, ਪਹਿਲੀ ਗੱਲ। ਦੂਸਰੀ ਗੱਲ, ਸਾਕਸ਼ੀ ਮਹਾਰਾਜ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਉਨਾਵ ਲੋਕ ਸਭਾ ਹਲਕੇ ਤੋਂ ਨੇ, ਬੜਾ ਤੱਤਾ ਬੋਲਦੇ ਹੁੰਦੇ ਆ ਕਈ ਵਾਰੀ, ਉਹਨਾਂ ਦੇ ਬਿਆਨ ਜਿਹੜੇ ਬੜੇ ਚਰਚਾ 'ਚ ਰਹਿੰਦੇ ਆ। ਹੁਣ ਉਨਾਵ ਖੇਤਰ ਤੋਂ ਆਪਾਂ ਕਾਨਪੁਰ ਦੀ ਗੱਲ ਕੀਤੀ ਸੀ, ਹੋਰ ਕਈ ਪਾਸਿਆਂ ਦੀ ਗੱਲ ਕੀਤੀ ਸੀ, ਉਨਾਵ ਦੇ ਵਿੱਚ ਦੀ ਵੀ ਗੰਗਾ ਨਦੀ ਵਹਿੰਦੀ ਹੈ। ਹੁਣ ਉਨਾਵ ਦੇ ਵਿੱਚ ਹੋਇਆ ਕੀ ਹੈ ਕਿ ਗੰਗਾ ਨਦੀ ਤੋਂ 500 ਮੀਟਰ ਆਲੇ ਦੁਆਲੇ, ਜਾਣੀ ਅੱਧਾ ਕਿਲੋਮੀਟਰ ਦੇ ਦਾਇਰੇ 'ਚ ਕੁੱਤੇ ਲਾਸ਼ਾਂ ਪੱਟੀ ਫਿਰਦੇ ਆ। ਹੋ ਕੀ ਰਿਹਾ? ਉਹ ਕਹਿੰਦੇ ਅੱਗੇ ਇਸ ਘਾਟ ਦੇ ਉੱਤੇ 5 ਤੋਂ ਲੈ ਕੇ 10 ਲਾਸ਼ਾਂ ਰੋਜ਼ ਆਉਂਦੀਆਂ ਸੀ ਜਦੋਂ ਸਧਾਰਨ ਦਿਨ ਸੀ, ਹੁਣ 100 ਤੋਂ ਟੱਪ ਜਾਂਦੀਆਂ। ਕਈ ਲੋਕ ਆਉਂਦੇ ਆ, ਸੰਸਕਾਰ ਕਰ ਦਿੰਦੇ ਆ, ਬਹੁਤੇ ਲੋਕ ਆਉਂਦੇ ਆ ਉੱਥੇ ਛੋਟਾ ਜਿਹਾ ਟੋਆ ਪੱਟਦੇ ਆ, ਦੱਬ ਦਿੰਦੇ ਆ। ਤੇ ਕੁੱਤੇ ਤਾਂ ਆਵਾਰਾ ਹੈਗੇ ਹੀ ਆ, ਕਿੱਡੀ ਵੱਡੀ ਸਮੱਸਿਆ। ਤੇ ਕੁੱਤੇ ਹੌਲੀ ਹੌਲੀ, ਕਿਉਂਕਿ ਥੋੜਾ ਜਿਹਾ ਟੋਆ ਪੱਟ ਕੇ ਦੱਬਿਆ ਹੁੰਦਾ ਬੰਦਾ, ਤੇ ਕੁੱਤੇ ਹੌਲੀ ਦਿਨ ਮਿੱਟੀ ਕੱਢਦੇ ਆ, ਤੇ ਕਿਸੇ ਦਾ ਹੱਥ ਬਾਹਰ ਨੂੰ ਹੈ, ਕਿਸੇ ਦੀ ਲੱਤ ਬਾਹਰ ਨੂੰ ਹੈ, ਤੇ ਕੁੱਤੇ ਖਾਈ ਜਾਂਦੇ ਆ। ਤੇ ਇੱਥੋਂ ਤੱਕ ਵੀ ਲੋਕਾਂ ਨੇ ਦੱਸਿਆ ਕਿ ਕਈ ਵਾਰੀ ਉਹ ਮਨੁੱਖੀ ਅੰਗ ਕੱਢ ਕੇ ਪਿੰਡਾਂ ਵਾਲੇ ਪਾਸੇ ਨੂੰ, ਕਿਉਂਕਿ ਕੁੱਤੇ ਨੂੰ ਥੋੜੀ ਪਤਾ ਹੈ ਕਿ ਉਹ ਮਨੁੱਖੀ ਅੰਗ ਥੋੜਾ ਜਿਹਾ ਵੱਢ ਕੇ ਤੇ ਉਹ ਮੂੰਹ ਦੇ ਵਿੱਚ ਨਾਲ ਪਿੰਡਾਂ ਦੇ ਵਿੱਚ ਲਈ ਫਿਰਦੇ ਆ। ਜਾਣੀ ਉੱਥੇ ਕਿਸੇ ਦਾ ਪੈਰ, ਕਿਸੇ ਦਾ ਹੱਥ ਇਸ ਤਰੀਕੇ ਹੈ। ਹੁਣ ਐਸਡੀਐਮ ਸਾਹਿਬ ਜਿਹੜੇ ਉਨਾਵ ਦੇ, ਉਹਨਾਂ ਨੇ ਜਾਂਚ ਦੇ ਹੁਕਮ ਦੇ ਦਿੱਤੇ ਕਿ ਭਾਈ ਇਹ ਦੇਖੋ ਸਾਰਾ ਕੁਝ ਕੀ ਹੋਈ ਜਾਂਦਾ, ਕਿ ਚੰਗੇ ਤਰੀਕੇ ਡੈੱਡ ਬੋਡੀਜ਼ ਦੇ ਨਾਲ ਜੋ ਕੁਝ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ, ਤਾਂ ਫਿਰ ਸਰਕਾਰੀ ਪੱਧਰ ਦੇ ਉੱਤੇ ਕੋਈ ਯਤਨ ਕਰੀਏ। ਜਾਣੀ ਕਿ ਇਹ ਹਾਲਾਤ ਨੇ ਕਿ ਕੋਵਿਡ ਦੇ ਕਰਕੇ ਮੌਤਾਂ ਹੋ ਰਹੀਆਂ, ਗਿਣਤੀ ਵਧੀ ਹੋਈ ਹੈ, ਪਰ ਸਰਕਾਰੀ ਦਰਬਾਰੇ ਬਹੁਤੀਆਂ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਠੀਕ ਤਰੀਕੇ ਦੇ ਨਾਲ ਉਹ ਸਾਰੀ ਕਿਰਿਆ ਜਿਹੜੀ ਨੇਪਰੇ ਨਹੀਂ ਚੜੀ ਜਾ ਰਹੀ। ਅੱਛਾ, ਆਪਾਂ ਹੁਣ ਇੱਕ ਗੱਲ ਇਹ ਜ਼ਿਕਰ ਜ਼ਰੂਰ ਕਰੀਏ, ਜਿਹੜਾ ਇਹ ਕਿਹਾ ਜਾਂਦਾ ਸੀ ਵੀ ਤੀਸਰੀ ਲਹਿਰ ਆਉਣੀ ਜੀ, ਤੀਸਰੀ ਲਹਿਰ ਆਉਣੀ ਹੈ। ਤੀਜੀ ਲਹਿਰ ਦੀ ਚਰਚਾ ਤੋਂ ਬਾਅਦ ਹੁਣ ਜਿਹੜੇ ਮਾਹਰ ਨੇ ਖਾਸ ਕਰਕੇ ਸਾਰੇ ਕੁਛ ਨਾਲ ਸੰਬੰਧਿਤ, ਉਹ ਕਹਿੰਦੇ ਵੀ ਤੀਜੀ ਲਹਿਰ ਦਾ ਤੁਸੀਂ ਜੇ ਭੁੱਲ ਜਾਓ, ਇਹ ਤਾਂ ਦੂਜੀ ਖਤਮ ਨਹੀਂ ਹੋਈ ਤੇ ਜੁਲਾਈ ਤੱਕ ਇਹਨੇ ਜੇ ਖਤਮ ਵੀ ਨਹੀਂ ਹੋਣਾ ਛੇਤੀ ਕੀਤੇ, ਕਿਉਂਕਿ ਇਹ ਕਿਹਾ ਜਾਂਦਾ ਨਾ ਵੀ ਪਹਿਲਾਂ ਪੀਕ ਉੱਪਰ ਨੂੰ ਜਾ ਰਹੀ ਸੀ, ਉੱਪਰ ਨੂੰ ਜਾ ਰਹੀ ਸੀ, ਹੁਣ ਇਹ ਫਲੈਟ ਹੋ ਗਈ। ਉਹ ਫਲੈਟ ਹੋ ਗਈ ਪਰ ਨੀਚੇ ਨੂੰ ਨਹੀਂ ਆਉਣ ਲੱਗੀ ਅਜੇ। ਹੁਣ ਉਹ ਫਲੈਟ ਆ, ਫਲੈਟ ਤੋਂ ਹੋ ਸਕਦਾ ਤਾਂ ਨੂੰ ਫਿਰ ਤੁਰ ਪਵੇ, ਜਾਂ ਉਹ ਜਦ ਤੱਕ ਨੀਚੇ ਨੂੰ ਨਹੀਂ ਆਉਂਦੀ ਉਨੀ ਦੇਰ ਤੱਕ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੀ ਇਹ ਖਤਮ ਹੋ ਗਈ। ਹੁਣ ਜੇ ਜੁਲਾਈ ਤੱਕ ਮੰਨ ਲਓ ਦੂਜੀ ਲਹਿਰ ਦੀ ਅਜੇ ਚਰਚਾ ਚੱਲੀ ਜਾਂਦੀ ਵੀ ਦੂਸਰੀ ਲਹਿਰ ਜੁਲਾਈ ਤੱਕ ਲਮਕ ਜੂਗੀ, ਤੇ ਫਿਰ ਜਿਹੜੀ ਤੀਸਰੀ ਅਜੇ ਕਿਤੇ ਨਾ ਕਿਤੇ ਆਪਾਂ ਸੁਣਨ ਦੇ ਵਿੱਚ ਦੇਖਦੇ ਹਾਂ ਵੀ ਯਾਰ ਉਹ ਜਿਹੜੀ ਤੀਸਰੀ ਲਹਿਰ ਆ ਉਹ ਆਊਗੀ, ਅੱਜ ਨਹੀਂ ਕੱਲ੍ਹ ਆਊਗੀ, ਪਰਸੋਂ ਆਊਗੀ, ਚੌਥ ਆਊਗੀ। ਫਿਰ ਇਹ ਕਿਵੇਂ ਬੰਦਾ ਸੁਰਖਰੂ ਹੋ ਕੇ ਬਹਿ ਜਾਵੇ ਵੀ ਯਾਰ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਆਪਣੇ ਤੋਂ ਖਹਿੜਾ ਛੁੱਟ ਜਾਣਾ। ਇਹ ਤਾਂ ਇੱਦਾਂ ਜ਼ਿਆਦਾ ਵੀ ਸ਼ਾਇਦ ਇਹ ਸਾਲਾਂ ਬੱਧੀ ਕੰਮ ਤੁਰ ਪਊਗੇ ਦਾ ਮਤਲਬ। ਸੰਧਾਲੀਆ ਸਾਹਿਬ, ਜਦੋਂ ਨਾ ਸ਼ੁਰੂ ਹੋਈ ਸੀ ਕੋਵਿਡ, ਤੇ ਉਦੋਂ ਕਈ ਮਾਹਿਰਾਂ ਨੇ ਕਹਿਣਾ ਸ਼ੁਰੂ ਕੀਤਾ ਸੀ ਕਿ ਇਹਨੂੰ ਸਾਲ ਲੱਗਣਗੇ। ਉਦੋਂ ਆਪਾਂ ਨੂੰ ਲੱਗਦਾ ਸੀ ਪਿਛਲੇ ਸਾਲ ਮਾਰਚ ਦੇ ਵਿੱਚ ਸਾਲ ਲੱਗਣਗੇ, ਉਦੋਂ ਤਾਂ ਇਹ ਵੀ ਲੱਗਦਾ ਸੀ ਕਿ ਆਹ ਸਾਰਾ ਹੀ ਸਾਲ ਇਦਾਂ ਲੰਘ ਜੂ ਆਮ ਬੰਦੇ ਨੂੰ, 15 ਦਿਨ 20 ਦਿਨ ਮਹੀਨਾ ਇੱਥੇ ਤੱਕ ਹੀ ਚਾਂਸ ਸੀਗੇ। ਪਰ ਤੁਸੀਂ ਦੇਖੋ ਕਿ ਪਿਛਲਾ ਸਾਰਾ ਸਾਲ ਲੰਘ ਗਿਆ, 5 ਮਹੀਨੇ ਇਹਦੇ ਵੀ ਲੰਘ ਚੱਲੇ ਆ, ਹੁਣ ਤਾਂ 1 ਸਾਲ ਤੋਂ ਉੱਪਰ ਹੋ ਗਿਆ ਨਾ, ਤੇ ਅਜੇ ਆਪਾਂ ਦੂਸਰੀ ਲਹਿਰ ਦੇ ਅੱਧ 'ਚ ਨਹੀਂ ਪਹੁੰਚੇ। ਤੇ ਜੇ ਉਹ ਕਹਿੰਦੇ ਕਿ ਘੱਟੋ ਘੱਟ 3 ਤਾਂ ਆਉਣੀਆਂ, ਉੱਪਰ ਵੀ ਜਾ ਸਕਦੀਆਂ, ਫਿਰ ਤਾਂ ਅਗਲਾ ਸਾਲ ਵੀ ਟੱਪ ਜੂ। ਤਾਂ ਜੇ ਅਗਲਾ ਸਾਲ ਵੀ ਟੱਪ ਜੂ ਤਾਂ ਫਿਰ ਨੁਕਸਾਨ ਕਿੰਨਾ ਹੋਊਗਾ, ਕਿੱਧਰਲੇ ਪਾਸੇ ਗੱਲ ਜਾਊ। ਹੁਣ ਤੀਸਰੀ ਲਹਿਰ ਦਾ ਖਦਸ਼ਾ, ਦੂਸਰੀ ਲਹਿਰ ਜੁਲਾਈ ਤੱਕ ਜਾਊ, ਤੇ ਜਿਸ ਤਰੀਕੇ ਦੇ ਨਾਲ ਮੌਤਾਂ ਹੋ ਰਹੀਆਂ, ਲੋਕਾਂ ਦਾ ਕੰਮ ਖਰਾਬ ਹੋ ਰਿਹਾ, ਲੋਕ ਬੇਬਸ ਨੇ, ਤਾਂ ਦੂਸਰੀ ਲਹਿਰ ਦੇ ਅੰਤ ਤੱਕ ਸਾਡਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਸਕਦਾ। ਸੰਧਾਲੀਆ ਸਾਹਿਬ, ਇੱਥੇ ਬੜੀ ਅਜੀਬ ਤਰੀਕੇ ਦੀ ਕਹਾਣੀ ਹੈ। ਜਿਹੜੇ ਸਾਡੇ ਨੀਤੀ ਆਯੋਗ ਦੇ ਮੁਖੀਆ ਸਾਹਿਬ ਨੇ ਨਾ, ਉਹਨਾਂ ਦਾ ਪਿਛਲੇ ਸਾਲ 25 ਜੂਨ ਦਾ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਆ ਰਿਹਾ। ਉਹਨਾਂ ਨੇ ਪਿਛਲੇ ਸਾਲ ਨੀਤੀ ਆਯੋਗ ਦਾ ਆਪਾਂ ਨੂੰ ਪਤਾ ਕਿੱਡਾ ਵੱਡਾ ਪ੍ਰਧਾਨ ਮੰਤਰੀ ਸਾਹਿਬ ਦਫ਼ਤਰ 'ਚ ਕਿਤੇ ਦਫ਼ਤਰ ਉਹਨਾਂ ਦਾ, ਉਹਨਾਂ ਦੇ ਚੀਫ ਸਾਹਿਬ ਦਾ ਇੱਕ ਪਿਛਲੇ ਸਾਲ ਦਾ ਟਵੀਟ ਸੀ, ਬਿਆਨ ਸੀ ਕਿ 25 ਜੂਨ ਦਾ, ਜਾਣੀ 11 ਮਹੀਨੇ ਪਹਿਲਾਂ ਦਾ, ਕਿ ਭਾਰਤ 1000 ਵੈਂਟੀਲੇਟਰ ਰੋਜ਼ ਬਣਾ ਰਿਹਾ। ਮੈਂ ਫਿਰ ਇੱਕ ਵਾਰੀ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਸੀ ਕਿ 1000 ਵੈਂਟੀਲੇਟਰ 11 ਮਹੀਨੇ ਪਹਿਲਾਂ ਦਾ ਬਿਆਨ ਆ, ਅਸੀਂ ਰੋਜ਼ ਬਣਾ ਰਹੇ ਹਾਂ।
ਤੇ ਬਹੁਤ ਛੇਤੀ ਅਸੀਂ ਐਕਸਪੋਰਟ ਕਰਨੇ ਆ, ਜਾਨੀ ਦੂਸਰੇ ਦੇਸ਼ਾਂ ਨੂੰ ਭੇਜਣੇ ਆ। ਤੇ ਇਹਦਾ ਮਤਲਬ ਕੀ ਹੈ ਕਿ ਅੱਜ 11 ਮਹੀਨੇ ਬਾਅਦ ਭਾਰਤ ਦੇ ਵਿੱਚ ਵੈਂਟੀਲੇਟਰਾਂ ਦੀ ਕਮੀ ਆ। ਇੱਕ ਛੋਟੀ ਜਿਹੀ ਗੱਲ, ਜਿਹੜੇ ਵੀ ਨੀਤੀ ਯੋਗ ਦੇ ਭਾਈ ਸਾਹਿਬ ਹੈਗੇ ਨੇ ਇਹ, ਉਹਨਾਂ ਨੇ ਫੀਲਡ 'ਚ ਜਾ ਕੇ ਪੁੱਛ ਲਿਆ ਵੀ ਕਿਸੇ ਗ੍ਰਿਲਾਂ ਵਾਲੇ ਮਿਸਤਰੀ ਨੂੰ ਤਾਂ ਨਹੀਂ ਆਰਡਰ ਦਿੱਤਾ ਵੀ ਭਾਈ ਸਾਹਿਬ ਗੇਟ ਬਣਾਉਣੇ ਆ, ਬਾਰੀਆਂ ਬਣਾਉਣੀਆਂ, ਭਾਈ ਸਾਹਿਬ ਆ ਕੋਠਾ ਨਵਾਂ ਪਾਇਆ, ਗ੍ਰਿਲ ਬਾਹਰ ਸਟੀਲ ਦੀ ਬਣਾ ਦਿਓ। ਮੇਰੇ ਖਿਆਲ ਨਾਲ ਜੀ 1000 ਗ੍ਰਿਲਾਂ ਵਾਲਾ ਠੇਕਾ ਉਹੋ ਜਿਹੇ ਬੰਦਿਆਂ ਨੂੰ ਦਿੱਤਾ ਹੋਵੇ ਤੇ ਉਹਦੇ 'ਚ ਵੀ ਕਈ ਤਰ੍ਹਾਂ ਦੇ ਫਰੜ ਨਿਕਲ ਆਉਣੇ ਆ। ਇਹ ਭਾਈ ਸਾਹਿਬ ਗੱਲ ਕਰ ਰਹੇ ਵੀ ਵੈਂਟੀਲੇਟਰ ਅਸੀਂ ਰੋਜ਼ ਦੇ 1000 ਬਣਾਈ ਜਾਂਦੇ ਆ। ਨਹੀਂ, ਉਹਨਾਂ ਨੇ ਕਿਹਾ ਸੀ ਕਿ ਮੇਡ ਇਨ ਇੰਡੀਆ ਰੋਜ਼ 1000, ਤੇ ਮੈਂ ਅੰਦਾਜ਼ਾ ਕੀ ਲਾਉਂਦਾ ਸੀ, ਅਮਿਤਾਭ ਕਾਂਤ ਹੈ ਉਹਨਾਂ ਦਾ ਨਾਮ, ਟਵੀਟ ਕੀਤਾ ਹੋਇਆ, ਡਿਲੀਟ ਵੀ ਨਹੀਂ ਹੈ ਅਜੇ, ਹੈਗਾ। ਹੁਣ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਭਾਰਤ ਦੇ ਵਿੱਚ ਇੰਨੀ ਕਪੈਸਿਟੀ ਆ ਤੇ ਅਸੀਂ 1000 ਵੈਂਟੀਲੇਟਰ ਰੋਜ਼ ਬਣਾ ਰਹੇ ਹਾਂ, ਸਾਡੀਆਂ ਲੋੜਾਂ ਪੂਰੀਆਂ ਹੋ ਜਾਣੀਆਂ, ਅਸੀਂ ਚੰਦ ਦਿਨਾਂ ਤੱਕ ਵਿਦੇਸ਼ ਭੇਜਿਆ ਕਰਨੇ ਆ। ਜੇ ਰੋਜ਼ ਦਾ 1000 ਬਣਦਾ, ਹੁਣ ਤੱਕ 2 ਲੱਖ ਤੋਂ ਵੱਧ ਵੈਂਟੀਲੇਟਰ, ਇਹਦਾ ਮਤਲਬ ਹੈ ਕਿ ਭਾਰਤ 'ਚ ਹੀ ਬਣ ਗਏ ਹੋਣੇ ਆ। ਇੱਕ ਵਾਰੀ ਇੱਕ ਸਕਿੱਟ ਸੀ, ਦੂਰਦਰਸ਼ਨ ਹੀ ਚੱਲਦਾ ਹੁੰਦਾ ਸੀ ਉਦੋਂ। ਉਸ ਸਕਿੱਟ ਦੇ ਵਿੱਚ ਇਦਾਂ ਸੀ ਕਿ ਬੰਦਾ ਸਕੂਟਰ ਤੇ ਜਾਂਦਾ ਹੈ, 2 ਜਣੇ ਹੈਗੇ ਆ, ਮਗਰੋਂ ਉਹ ਇਦਾਂ ਇਦਾਂ ਕਰਦੇ, ਕਦੇ ਐਨੂੰ ਮੁੜਨ ਲੱਗਦੇ, ਐਨੂੰ ਮੁੜਨ ਲੱਗਦੇ, ਕਿਸੇ ਦੇ ਵਿੱਚ ਵੱਜਦੇ। ਉਹ ਮਗਰਲਾ ਬੰਦਾ ਗਲ ਪੈਂਦਾ, ਕੀ ਗੱਲ ਆ ਬਈ, ਤੁਸੀਂ ਐ ਨੂੰ ਹੱਥ ਦਿੱਤਾ ਸੀ ਕਿ ਭਾਈ ਮੁੜਨ ਲੱਗੇ ਆ ਤਾਂ ਮੁੜ ਕੇ ਦੂਜੇ ਪਾਸੇ ਨੂੰ ਗਏ। ਉਹ ਕਹਿੰਦਾ ਤੂੰ ਐ ਵਾਲਾ ਹੱਥ ਦੇਖ ਲਿਆ, ਜਿਹੜਾ ਇੱਧਰ ਨੂੰ ਦੇਖ ਕੇ ਮੈਂ ਕੈਂਸਲ ਕੀਤਾ ਉਹ ਨਹੀਂ ਦੇਖਿਆ। ਹੁਣ ਅਮਿਤਾਭ ਕਾਂਤ ਹੋਰਾਂ ਦਾ ਵੀ ਇਹੀ ਕੈਂਸਲ ਹੋਇਆ। ਉਹਨਾਂ ਨੇ ਪਿਛਲੇ ਸਾਲ 25 ਜੂਨ ਨੂੰ ਤਾਂ ਕਿਹਾ ਸੀ ਕਿ ਅਸੀਂ ਰੋਜ਼ 1000 ਵੈਂਟੀਲੇਟਰ ਬਣਾ ਰਹੇ ਹਾਂ, ਬੜੀ ਜਲਦੀ ਵਿਦੇਸ਼ਾਂ ਨੂੰ ਭੇਜਣੇ ਆ। ਤੇ ਇਸ ਸਾਲ ਮਈ 'ਚ ਐਸੇ ਹੀ ਮਹੀਨੇ ਉਹਨਾਂ ਦਾ ਇੱਕ ਹੋਰ ਟਵੀਟ ਆਇਆ ਕਿ ਭਾਰਤ ਦੇ ਕਸਟਮ ਵਿਭਾਗ ਨੂੰ ਮੈਂ ਬਹੁਤ ਵੱਡੀ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜੀ ਵਿਦੇਸ਼ਾਂ ਤੋਂ ਸਾਨੂੰ ਮਦਦ ਆ ਰਹੀ ਹੈ, ਵੈਂਟੀਲੇਟਰ ਆ ਰਹੇ ਨੇ, ਉਹਨਾਂ ਨੂੰ ਬਹੁਤ ਛੇਤੀ ਉਹ ਉੱਥੋਂ ਕੱਢ ਰਹੇ ਨੇ, ਬਹੁਤ ਛੇਤੀ ਪ੍ਰੋਸੈਸ ਕਰ ਰਿਹਾ, ਮੈਂ ਵਧਾਈ ਦਿੰਦਾ। ਜਾਨੀ 11 ਮਹੀਨਿਆਂ ਬਾਅਦ ਹੀ ਉਹਨਾਂ ਨੇ ਜਿਹੜਾ ਹੱਥ ਐ ਦਿੱਤਾ ਸੀ ਕੈਂਸਲ ਕਰ ਦਿੱਤਾ ਜੀ। ਇਹ ਦੇਖੋ, ਜਿਹੜਾ ਮੈਂ ਰੋਜ਼ ਕਹਿਣਾ ਤੇ ਉਦੋਂ ਬਾਅਦ ਤੁਹਾਨੂੰ ਮੇਰੇ ਤੇ ਇਤਰਾਜ਼ ਹੁੰਦਾ ਯਾਰ ਇਦਾਂ ਕਿਦਾਂ ਅਸੀਂ ਬਦਲ ਦਿਆਂਗੇ ਇੰਡੀਆ ਨੂੰ। ਮੈਂ ਤੁਹਾਨੂੰ ਕਿਹਾ ਸੀ ਵੀ ਨਹੀਂ, ਅਸੀਂ ਇਦਾਂ ਦੇ ਨਹੀਂ ਹੈਗੇ। ਆ ਦੇਖੋ ਤੁਹਾਡੇ ਸਾਹਮਣੇ ਆ, ਅਗਲਿਆਂ ਨੇ ਉਸੇ ਵੇਲੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਨਾ, ਵੀ ਸਾਡੀ ਸਮਝੋ ਬਾਹਰ। ਹੁਣ ਦੇਖੋ ਵੈਂਟੀਲੇਟਰ, ਇਹ ਵਾਹਵਾ ਦਿਨਾਂ ਦਾ ਰੌਲਾ ਸੀ ਜੀ। ਹੁਣ ਤਾਂ ਪਤਾ ਨਹੀਂ ਅਸ਼ਵਨੀ ਸ਼ਰਮਾ ਸਾਹਿਬ ਬੋਲਦੇ ਨਹੀਂ, ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਮੈਂ ਉਦੋਂ ਦਾ ਰੌਲਾ ਪਾਈ ਜਾਂਦਾ ਸੀ, ਮੋਦੀ ਸਾਹਿਬ ਨੇ ਵੈਂਟੀਲੇਟਰ ਭੇਜੇ ਨੇ, ਪੰਜਾਬ ਸਰਕਾਰ ਵਰਤਦੀ ਕਿਉਂ ਨਹੀਂ। ਹੁਣ ਅਗਲੇ ਨੇ ਰਿਕਾਰਡ ਕੱਢ ਕੇ ਦੇਤਾ। ਉਹ ਜਿੰਨੇ ਕੁ ਮੋਟੇ ਜਿਹੇ ਆਏ ਨੇ ਹਿਸਾਬ 'ਚ, ਉਹਦੇ 'ਚੋਂ ਇਹ ਪਤਾ ਲੱਗਿਆ ਵੀ ਜੇ 100 ਵੈਂਟੀਲੇਟਰ ਆਇਆ ਤੇ ਉਹਦੇ 'ਚੋਂ 15 ਕੁ ਚੱਲਣਯੋਗ ਨੇ ਜਾਂ ਉਹ ਚਲਾਏ ਜਾ ਰਹੇ ਨੇ, ਬਾਕੀ 80-85 ਜਿਹੜੇ ਉਹ ਕਵਾੜ ਆ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜੇ PM ਕੇਅਰ ਫੰਡ 'ਚੋਂ ਜਿੱਥੋਂ ਵੀ ਵੈਂਟੀਲੇਟਰ ਉਹਨਾਂ ਨੇ 1000 ਦਿਹਾੜੀ ਦਾ, ਪਤਾ ਨਹੀਂ ਕਿਸੇ ਗ੍ਰਿਲਾਂ ਵਾਲੇ ਮਿਸਤਰੀ ਕੋਲੋਂ ਬਣਵਾ ਕੇ ਭੇਜਤਾ, ਕਿਹਨੂੰ ਬਣਵਾ ਕੇ ਭੇਜਤਾ, ਉਹ ਵੈਂਟੀਲੇਟਰ ਪਲੱਸ ਜਾਂ ਖਰਚਾ ਭੇਜਿਆ ਜਿੱਥੋਂ ਵੀ ਕਿਸੇ ਨੂੰ ਖਰੀਦ ਕੇ ਕਿਹਾ ਵੀ ਤੂੰ ਫਟਾਫਟ ਫਲਾਣੇ ਥਾਂ 'ਤੇ ਪਹੁੰਚਦਾ ਕਰ ਦੇ, ਉਹ ਕਿਸੇ ਨੇ ਬਾਅਦ 'ਚ ਚੈੱਕ ਨਹੀਂ ਕੀਤਾ ਵੀ ਵੀਰ ਮੇਰੇ ਉਹ ਬਾਕੀ ਚੀਜ਼ਾਂ 'ਚ ਠੀਕ ਆ, ਤੁਸੀਂ ਭ੍ਰਿਸ਼ਟਾਚਾਰ ਕਰਨਾ ਕਰ ਲਓ, ਕਿਤੋਂ ਰੇਤਾ ਖਾ ਜਾਓ, ਕਿਤੋਂ ਸੀਮੈਂਟ ਖਾ ਜਾਓ, ਕਿਤੇ ਬਜਰੀ ਖਾ ਜਾਓ, ਜਾਣੇ ਕਿਤੇ ਬਾਹਰ ਕੋਈ ਗਰੇਲੀ ਖਾ ਜਾਓ ਸੜਕ ਦੀ, ਉੱਥੇ ਕਿਹੜਾ ਕਿਸੇ ਨੂੰ ਕੋਈ ਫਰਕ ਪੈਣ ਡਿਆ ਬਹੁਤਾ। ਪਰ ਜਿਹਦੇ ਨਾਲ ਜਾਨਾਂ ਬਚਣੀਆਂ ਯਾਰ, ਤੁਸੀਂ ਉਹਦੇ 'ਚੋਂ ਵੀ ਆਹ ਕੁਛ ਕਰੋਗੇ ਤੇ ਫਿਰ ਮੁੜ ਕੇ ਤੁਸੀਂ ਆਖੋ ਵੀ ਯਾਰ ਇਹ ਹੁਣ ਸਾਰੇ ਖਰਾਬ ਨੇ, ਚੈੱਕ ਕਰ ਲਓ। ਤੇ ਹਰਸ਼ਵਰਧਨ ਸਾਹਿਬ ਕਹਿੰਦੇ ਵੀ ਕੋਈ ਨਹੀਂ, ਜਾਂਚ ਕਰਾਵਾਂਗੇ। ਸੰਧਾਲੀਆ ਸਾਹਿਬ, ਇਹ ਬੜੀ ਅਜੀਬ ਚੀਜ਼ ਹੈ। ਦੇਖੋ 320 ਦੇ ਕਰੀਬ ਵੈਂਟੀਲੇਟਰਾਂ ਦਾ ਰੌਲਾ ਕਿ ਵਿੱਚੋਂ 280 ਖਰਾਬ ਨੇ। ਗੱਲ ਤੇ ਉੱਥੇ ਹੀ ਆ ਗਈ ਵੀ ਚੱਲਣ ਯੋਗ ਨਹੀਂ, ਚਾਹੇ ਉਹ ਫਰੀਦਕੋਟ ਦੇ ਮੈਡੀਕਲ ਕਾਲਜ ਪਏ, ਚਾਹੇ ਅੰਮ੍ਰਿਤਸਰ ਪਏ, ਚਾਹੇ ਪਟਿਆਲੇ ਪਏ। ਤੇ ਵਿੱਚੋਂ ਅੰਮ੍ਰਿਤਸਰ ਵਾਲਿਆਂ ਤੇ ਇਦਾਂ ਵੀ ਕਿਹਾ ਸੀ ਕਿ ਅਸੀਂ ਥੋੜੇ ਜਿਹਾ ਰਿਪੇਅਰ ਕਰਾਏ ਆ। ਨਹੀਂ, ਪਰ ਡਾਕਟਰਾਂ ਨੇ ਕਹਿੰਦੇ ਨੇ ਵੀਰ ਕਰਾ ਲਏ ਹੋਣਗੇ ਤੁਸੀਂ। ਇਹ ਕਿਹੜਾ ਸਾਈਕਲ ਆ, ਚੇਨ ਉੱਤਰ ਗਈ ਤਾਂ ਉੱਤਰ ਕੇ ਚਾੜ ਲਾਂਗੇ, ਇਹ ਤੇ ਮਰੀਜ਼ ਪਾਉਣਾ ਹੀ, ਉਹ ਪਾਉਣਾ ਹੈ ਜਿਹੜਾ 3 ਸਕਿੰਟਾਂ ਦੇ ਵਿੱਚ ਉਹ ਉੱਪਰ ਨੂੰ ਜਾਣਾ, ਜਾਣੀ ਉਹ ਬੈੱਡ ਤੇ ਪਿਆ ਹੋਣਾ ਪਰ ਫਿਰ ਹਿੱਲਣਾ ਨਹੀਂ। ਸੰਧਾਲੀਆ ਸਾਹਿਬ, ਇੱਥੇ 2-3 ਨੁਕਤੇ ਨੇ। ਪਹਿਲੀ ਗੱਲ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਹੈ। PM ਕੇਅਰ ਫੰਡ ਜਿਹੜਾ ਬਣਿਆ, ਉਸ PM ਕੇਅਰ ਫੰਡ ਦੇ ਵਿੱਚ ਲੋਕਾਂ ਪੈਸੇ ਪਾਏ, ਕੰਪਨੀਆਂ ਨੇ ਪੈਸੇ ਦਿੱਤੇ, ਦਾਨ ਸੀ ਨਾ ਉਹ, ਕਿ ਆਪਾਂ ਪੈਸੇ ਇਕੱਠੇ ਕਰਨੇ ਆ ਤੇ ਉਹਦੇ ਵਿੱਚੋਂ ਲੋਕਾਂ ਦੀ ਸਹਾਇਤਾ ਦੇ ਲਈ ਪੈਸੇ ਖਰਚਾਂਗੇ। ਲੋਕਾਂ ਨੇ ਭਾਵਨਾ ਨਾਲ ਦਿੱਤੇ ਨਾ ਕਿ ਭਾਈ ਅਸੀਂ ਚਾਹੁੰਦੇ ਆ ਦੇਸ਼ ਹਿੱਤ ਦੇ ਵਿੱਚ, ਦੇਸ਼ ਦੇ ਨਾਲ ਲੋਕ ਪਿਆਰ ਕਰਦੇ ਸੀ। ਇੱਕ ਤਾਂ ਉਹ ਲੋਕਾਂ ਦੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਦਾ ਮਸਲਾ ਹੈਗਾ ਕਿ ਕੀ ਉਹਦੀ ਠੀਕ ਵਰਤੋਂ ਨਹੀਂ ਕੀਤੀ ਗਈ ਪੈਸਿਆਂ ਦੀ। ਆਪਾਂ ਦੋਨੋਂ ਤਰ੍ਹਾਂ ਦੀ ਗੱਲ ਕਰ ਲੈਂਦੇ ਆ। ਹੁਣ ਜੇ ਵੈਂਟੀਲੇਟਰ ਖਰੀਦੇ ਆ, ਅੱਜ ਡਾਕਟਰ ਹਰਸ਼ਵਰਧਨ ਸਾਹਿਬ ਕਹਿੰਦੇ ਕਿ ਅਸੀਂ ਐਕਸਪਰਟ ਭੇਜ ਦਿੰਦੇ ਆ, ਉਹ ਸਾਰਾ ਕੁਝ ਠੀਕ ਕਰ ਦੇਣਗੇ, ਠੀਕ ਕਹਿੰਦੇ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਪਹਿਲਾਂ ਰਾਜਸਥਾਨ ਵਾਲੇ ਕਹਿੰਦੇ ਕਿ ਸਾਡੇ ਕੋਲੇ ਵੀ ਵੈਂਟੀਲੇਟਰ ਆਏ ਤਾਂ ਬਹੁਤੇ ਠੀਕ ਨਹੀਂ। ਇਹ ਤਾਂ ਉਧਰਲੇ ਪਾਸੇ ਹੁਣ ਗੈਲੀ ਹੋ ਗਈ ਕੇਂਦਰ ਵਾਲੇ ਪਾਸਿਓਂ ਕਿ ਤੁਸੀਂ ਜਿਹੜੀ ਚੀਜ਼ ਖਰੀਦੀ, ਆਪਾਂ 200 ਰੁਪਏ ਦੀ ਛਤਰੀ ਵੀ ਲੈ ਕੇ ਆਈਏ ਨਾ, ਤਾਂ ਸੰਧਾਲੀਆ ਸਾਹਿਬ ਉਹ 200 ਰੁਪਏ ਦੀ ਛਤਰੀ ਵੀ ਅਸੀਂ ਘਰ ਆ ਕੇ 5 ਵਾਰੀ ਖੋਲ ਕੇ ਦੇਖੀ ਦੀ ਆ ਕਿ ਖੁੱਲਦੀ ਹੈ, ਲੱਗਦੀ ਹੈ ਕਿ ਨਹੀਂ ਲੱਗਦੀ। ਤੁਸੀਂ ਵੈਂਟੀਲੇਟਰ ਖਰੀਦ ਲਏ ਤਾਂ ਤੁਸੀਂ ਵੈਂਟੀਲੇਟਰ ਜਿਹੜੇ ਭੇਜਣ ਤੋਂ ਪਹਿਲਾਂ ਚੈੱਕ ਤਾਂ ਕਰ ਲਓ, ਠੀਕ ਹੈ। ਜਦੋਂ ਕੋਟੇਸ਼ਨਾਂ ਲਈਆਂ ਹੋਣਗੀਆਂ, ਜਦੋਂ ਟੈਂਡਰ ਕੱਢੇ ਹੋਣਗੇ, ਜਦੋਂ ਲੋਕਾਂ ਦੀ ਕਿਰਤ ਕਮਾਈ ਦਾ ਪੈਸਾ ਉੱਥੇ ਖਰਚਣਾ ਹੋਊਗਾ, ਬੰਦਾ ਵਧੀਆ ਚੀਜ਼ ਦੇਖ ਕੇ ਲੈਂਦਾ ਨਾ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ਬਚਾਉਣਾ ਤੇ ਆ ਵੈਂਟੀਲੇਟਰ ਖਰੀਦੇ ਆ। ਇਦਾਂ ਦੇ ਵੈਂਟੀਲੇਟਰ ਕਿੱਦਾਂ ਖਰੀਦ ਲਿਆ ਕਿ ਭਾਈ
ਜਿਹੜੇ ਚੱਲਣਯੋਗ ਹੀ ਨਹੀਂ। ਦੂਸਰੀ ਗੱਲ ਆਪਾਂ ਪੰਜਾਬ ਆ ਜੰਨੇ ਆ, ਜੇ ਉਹ ਫਰੀਦਕੋਟ, ਪਟਿਆਲੇ, ਅੰਮ੍ਰਿਤਸਰ ਦੇ ਮੈਡੀਕਲ ਕਾਲਜਸ ਦੇ ਵਿੱਚ ਆ ਗਿਆ ਸੀ, ਨਹੀਂ ਸੀ ਚੱਲਦੇ, ਤਾਂ ਕੋਠੇ ਚੜ੍ਹ ਕੇ ਰੌਲਾ ਪਾਓ ਕਿ ਭਾਈ ਇਹ ਚੱਲਣਯੋਗ ਨਹੀਂ ਹੈਗੇ, ਇਹਨਾਂ ਨੇ ਤਾਂ ਸਾਡਾ ਕਮਰਾ ਘੇਰਿਆ ਆ, ਜਾਂ ਤਾਂ ਇਹਨਾਂ ਨੂੰ ਚਲਾਓ। ਜੇ ਅੱਜ ਮੈਂ ਕਹਿੰਦਾ ਓਪੀ ਸੋਨੀ ਸਾਹਿਬ ਕਹਿੰਦੇ ਕਿ ਮੈਂ ਡਾਕਟਰ ਹਰਸ਼ਵਰਧਨ ਹੋਰਾਂ ਦੇ ਨਾਲ ਗੱਲ ਕੀਤੀ ਹੈ, ਠੀਕ ਹੈ, ਤੁਸੀਂ ਗੱਲ ਕੀਤੀ ਹੋਏਗੀ, ਕਦੋਂ ਕੀਤੀ ਹੈ? ਜਦੋਂ ਵੈਂਟੀਲੇਟਰ ਆ ਗਏ, ਤੁਹਾਨੂੰ ਮੈਡੀਕਲ ਕਾਲਜ ਵਾਲਿਆਂ ਨੇ ਕਦੋਂ ਦੱਸਿਆ ਸੀ? ਜੇ ਉਹਨਾਂ ਨੇ ਲੇਟ ਦੱਸਿਆ ਸੀ ਤਾਂ ਉਹਨਾਂ ਦੀ ਕਲਾਸ ਲਾਓ। ਜੇ ਤੁਹਾਨੂੰ ਉਹਨਾਂ ਨੇ ਉਦੋਂ ਦੱਸ ਦਿੱਤਾ ਸੀ ਕਿ ਭਾਈ ਇਹ ਚੱਲਣਯੋਗ ਨਹੀਂ, ਤੁਸੀਂ ਲੇਟ ਦੱਸਿਆ, ਤਾਂ ਫਿਰ ਤੁਹਾਡੇ ਤੋਂ ਪੁੱਛੀਏ। ਤਾਂ ਜੇ ਤੁਸੀਂ ਹਰਸ਼ਵਰਧਨ ਸਾਹਿਬ ਨੂੰ, ਡਾਕਟਰ ਸਾਹਿਬ ਨੂੰ, ਕੇਂਦਰ ਦੇ ਸਿਹਤ ਮੰਤਰੀ ਸਾਹਿਬ ਨੂੰ ਉਦੋਂ ਹੀ ਦੱਸਦਾ ਸੀ, ਉਹਨਾਂ ਨੇ ਅਜੇ ਤੱਕ ਬੰਦੇ ਨਹੀਂ ਭੇਜੇ, ਫਿਰ ਉਹਨਾਂ ਨੂੰ ਪੁੱਛੀਏ। ਤੇ ਸਭ ਤੋਂ ਵੱਡੀ ਗੱਲ ਕਿ ਜਿਨ੍ਹਾਂ ਨੇ ਖਰੀਦ ਕੀਤੀ, ਕਿਹੜੇ ਐਕਸਪਰਟ ਸੀ? ਕਮੇਟੀਆਂ ਬਣਦੀਆਂ ਹੁੰਦੀਆਂ। ਇਦਾਂ ਨਹੀਂ ਹੁੰਦਾ ਕਿ ਜਾ ਕੇ ਲਾਲੇ ਦੀ ਦੁਕਾਨ ਤੋਂ ਆਪਾਂ 2 ਕਿਲੋ ਖੰਡ ਲੈ ਆਈਏ। ਲੋਕਾਂ ਦੀਆਂ ਜਾਨਾਂ ਦਾ ਮਸਲਾ। ਪਰ ਆ ਹੁਣ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਚਿੱਠੀ ਪਾਤੀ ਹੈ। ਨਹੀਂ, ਉਹ ਕਹਿੰਦੇ ਵੀ ਭਾਈ ਸਾਹਿਬ ਜਾਂਚ ਕਰਾਓ, ਪਤਾ ਤੇ ਲੱਗੇ ਵੀ ਕਿੱਥੋਂ ਕਿੰਨੇ ਕੀ ਖਰੀਦਿਆ। ਪਰ ਇੰਨਾ ਪਤਾ ਬਾਦਲ ਸਾਹਿਬ ਨੂੰ ਵੀ ਯਾਰ ਇਹ ਸਿਰਫ ਬਿਆਨ ਹੀ ਦਿੱਤਾ ਜਾਣਾ, ਕਿਉਂਕਿ ਜੇ ਕੱਲ ਨੂੰ ਜਾਂਚ ਜੂੰਚ ਵਾਲੇ ਪਾਸੇ ਤੁਰ ਪਏ ਫਿਰ ਐਵੇਂ ਕਿਹੜਾ ਉਹਨਾਂ 'ਚ ਮੇਲਿਆਂ 'ਚ ਪਊਗਾ। ਕਿਉਂਕਿ ਤੁਸੀਂ ਦੇਖੋ, ਭਾਰਤ ਦੇਸ਼ ਮਹਾਨ ਹੈ, ਭਾਰਤ ਦੇਸ਼ ਮਹਾਨ ਦੇ ਆਈਦਾ ਨਹੀਂ ਉਹ ਬਫੋਰਸ ਤੋਪਾਂ ਦਾ ਕਿਤੇ ਰੌਲਾ ਆਈਦਾ, ਜੀਪਾਂ ਵਾਲਾ ਰੌਲਾ ਕਿਤੇ ਆਈਦਾ, ਆ ਹੁਣੇ ਲੇਟੈਸਟ ਜਿਹੜੇ ਜਹਾਜ਼ ਲਏ ਸੀ ਇਹਨਾਂ 'ਚ ਕਿਤੇ ਰੌਲਾ ਆਈਦਾ, ਉਹ ਹੈਲੀਕਾਪਟਰਾਂ ਵਾਲਾ ਰੌਲਾ ਕਿਤੇ ਆਈਦਾ। ਹੁਣ ਦੇਸ਼ ਨੂੰ ਬਚਾਉਣ ਦੇ ਲਈ ਜਿਹੜਾ ਸਮਾਨ ਖਰੀਦਿਆ ਜਾਂਦਾ ਫੌਜ ਦੇ ਤੌਰ ਤੇ ਵੀ ਹਾਂ ਭਾਈ ਸਾਹਿਬ ਯਾਰ ਸਾਡੇ ਕੋਲੇ ਅਸਲਾ ਚਾਹੀਦਾ, ਸਾਡੇ ਕੋਲੇ ਸਾਧਨ ਚਾਹੀਦੇ ਆ, ਉਹਨਾਂ 'ਚ ਵੀ ਜੇ ਕਮਿਸ਼ਨ ਦਾ ਰੌਲਾ ਪੈਂਦਾ। ਇਹ ਤੇ ਮਾਮੂਲੀ ਵੈਂਟੀਲੇਟਰ ਨੇ, ਅਗਲਿਆਂ ਨੂੰ ਵੀ ਪਤਾ ਵੀ ਇਹ ਸਰਕਾਰੀ ਹਸਪਤਾਲਾਂ 'ਚ ਰੱਖਣੇ ਆ, ਤੇ ਸਰਕਾਰੀ ਹਸਪਤਾਲਾਂ 'ਚ ਲੀਡਰ ਨੇ, ਤੇ ਕੀ ਲੀਡਰ ਦੇ ਦੂਰ ਦੇ ਰਿਸ਼ਤੇਦਾਰ ਨੇ ਵੀ ਕਦੀ ਭਰਤੀ ਹੋਣਾ। ਇਸ ਕਰਕੇ ਉਹਦੇ ਤੇ ਤੁਹਾਨੂੰ ਪਤਾ ਹੀ ਅੰਦਾਜ਼ਾ ਲਾ ਹੀ ਸਕਦੇ ਤੁਸੀਂ ਵੀ ਉਹਦੇ 'ਚ ਕੀ ਹੋਊਗਾ ਤੇ ਕੀ ਨਹੀਂ ਹੋਊਗਾ। ਮੈਂ ਸੰਧਾਲੀਆ ਸਾਹਿਬ ਹੋਰ ਕਹਿਣਾ, ਬੰਦਾ ਆਪਣੇ ਨਿਆਣੇ ਨੂੰ ਵੀ ਸਕੂਲ ਭੇਜਦਾ ਨਾ, ਤੇ ਪਤਾ ਕਰਦਾ ਰਹਿੰਦਾ ਮਾਸਟਰਾਂ ਤੋਂ ਕਿ ਭਾਈ ਨਿਆਣਾ ਪੜ੍ਹਨ ਨੂੰ ਠੀਕ ਹੈ, ਨਹੀਂ ਠੀਕ। ਕਿਸਾਨ ਝੋਨਾ ਲਾਉਂਦਾ, ਕਣਕ ਲਾਉਂਦਾ, ਸਬਜ਼ੀ ਬੀਜਦਾ, ਸਵੇਰ ਸ਼ਾਮ ਗੇੜਾ ਮਾਰਦਾ। ਇਹਦੇ ਤੋਂ ਇਲਾਵਾ ਕੋਈ ਬੰਦਾ ਫੈਕਟਰੀ ਸ਼ੁਰੂ ਕਰਦਾ ਤੇ ਫੈਕਟਰੀ ਦੇ ਵਿੱਚ ਗੇੜਾ ਮਾਰਦਾ ਕਿ ਭਾਈ ਵਰਕਰ ਕੰਮ ਠੀਕ ਕਰਦਾ, ਮਸ਼ੀਨ ਠੀਕ ਚੱਲਦੀ, ਪੇਚ ਕੱਸਿਓ, ਨਟ ਕੱਸਿਓ, ਤੇਲ ਦਿੱਤਾ, ਬਿਜਲੀ ਦੀ ਸਪਲਾਈ ਠੀਕ ਹੈ, ਤਾਰਾਂ ਨੰਗੀਆਂ ਤਾਂ ਨਹੀਂ। ਹਰ ਇੱਕ ਚੀਜ਼ ਹੁੰਦੀ ਨਾ। ਜਿਹੜੇ ਆ ਵੱਡੇ ਪਾਰਕ ਜਿਹਾ ਬਣੇ ਹੁੰਦੇ ਜਿੱਥੇ ਨਿਆਣੇ ਦੇ ਝੂਲੇ ਹੁੰਦੇ, ਉੱਥੇ ਵੀ 1-2 ਬੰਦੇ ਦੀ ਡਿਊਟੀ ਹੁੰਦੀ। ਤੁਸੀਂ ਰੋਜ਼ ਸਵੇਰੇ ਜਾ ਕੇ ਪਹਿਲਾਂ ਨਾਟਕ ਕੱਸਣੇ, ਕਿਉਂਕਿ ਨਿਆਣਿਆਂ ਬਹਿਣਾ ਹੈ ਤੇ ਉਹਨਾਂ ਨੇ ਘੁੰਮਣਾ ਹੈ। ਜੇ ਚੰਗੇ ਤਰੀਕੇ ਉਹ ਸਿਕਿਉਰ ਹੋਣਗੇ, ਸੁਰੱਖਿਅਤ ਹੋਣਗੇ, ਗੱਲ ਫਿਰ ਚੱਲਦੀ ਹੈ। ਮੈਂ ਤਾਂ ਸੋਚ ਰਿਹਾ ਸੀ ਕਿ ਠੀਕ ਹੈ, ਸਾਡੀ ਕੇਂਦਰ ਸਰਕਾਰ ਨੇ ਬੜਾ ਵਧੀਆ ਫੈਸਲਾ ਕੀਤਾ ਕਿ PM ਕੇਅਰ ਫੰਡ ਦੇ ਵਿੱਚੋਂ ਵੈਂਟੀਲੇਟਰ ਦਿੱਤੇ, ਜਿਨ੍ਹਾਂ ਦੀ ਅੱਜ ਬਹੁਤ ਲੋੜ ਹੈ। ਪਰ ਵੈਂਟੀਲੇਟਰ ਦਿੱਤੇ ਕੀ ਉਹ ਏਡੀ ਥੋੜੀ ਡਿਊਟੀ ਆ ਸਾਡੀ ਇਕੱਲੀ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਖੇਤੀਬਾੜੀ ਵਾਲੀਆਂ ਨੀਤੀਆਂ ਅਸੀਂ ਬਣਾਉਣੀਆਂ, ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸੂਬਿਆਂ ਦੇ ਅਧਿਕਾਰ ਜਿਹੜੇ ਆ ਉਹ ਬਹੁਤੇ ਹੁਣ ਕੇਂਦਰ ਦੇ ਕੋਲ ਹੀ ਚਾਹੀਦੇ ਆ, ਉਹ ਨਹੀਂ ਕੰਮ ਚੱਲਦਾ। ਫਿਰ ਜਿਹੜਾ ਸੌਦਾ ਲੋਕਾਂ ਦੇ ਇਕੱਠੇ ਹੋਏ ਪੈਸੇ ਦੇ ਨਾਲ ਤੁਸੀਂ ਖਰੀਦਿਆ, ਭੇਜ ਦਿੱਤਾ, ਜੇ ਕਿਤੇ ਪੱਛਮੀ ਬੰਗਾਲ ਦੇ ਵਿੱਚ ਕੋਈ ਧੂਤ ਹੁੰਦੀ ਆ ਤੇ ਅਸੀਂ ਕਮੇਟੀਆਂ ਵੀ ਬਣਾ ਦਿੰਦੇ, ਮੰਤਰੀ ਵੀ ਚਲੇ ਜਾਂਦੇ ਆ। ਜੇ ਪੰਜਾਬ ਦੇ ਵਿੱਚ ਕੋਈ ਹੁੰਦਾ ਤੇ ਰਾਜਪਾਲ ਸਾਹਿਬ ਕੋਈ ਫਾਈਲ ਦੱਬ ਕੇ ਬੈਠੇ ਰਹਿੰਦੇ ਆ, ਕੋਈ ਭੇਜ ਦਿੰਦੇ ਆ। ਪਰ ਜਿਹੜੇ ਵੈਂਟੀਲੇਟਰਾਂ ਨੇ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣੀ ਹੈ, ਤੁਸੀਂ ਭੇਜ ਦਿੱਤੇ, ਫਾਈਲਾਂ ਥੋੜੀ ਬੰਦ ਹੋ ਗਈਆਂ। ਇੱਕ ਅੱਧੀ ਮਗਰ ਕਮੇਟੀ ਭੇਜ ਦਿਓ, ਰਾਜਪਾਲ ਸਾਹਿਬ ਦੇ ਕੋਲੇ ਕੰਮ ਬਹੁਤਾ ਨਹੀਂ ਹੁੰਦਾ, ਇੱਕ ਅੱਧੀ ਵਾਰੀ ਉਹਨਾਂ ਨੂੰ ਕਹਿ ਦਿੰਦੇ ਕਿ ਭਾਈ ਆਪਦੇ ਬੰਦੇ ਭੇਜੋ ਜਾਂ ਸਾਨੂੰ ਇਸ ਮੁੱਦੇ ਤੇ ਵੀ ਰਿਪੋਰਟ ਦਿਓ ਕਿ ਅਸੀਂ ਸੂਬੇ ਦੇ ਲੋਕਾਂ ਨੂੰ ਬਚਾਉਣਾ ਹੈ, ਤੁਸੀਂ ਸਾਡੇ ਪ੍ਰਤੀਨਿਧ ਆ, ਅਸੀਂ 320 ਵੈਂਟੀਲੇਟਰ ਭੇਜੇ ਸੀ, ਦੇਖੋ 280 ਖਰਾਬ ਤਾਂ ਨਹੀਂ। ਗੱਲ ਹੀ ਹੈ, ਰਾਜਪਾਲ ਸਾਹਿਬ ਦੀ ਡਿਊਟੀ ਵੀ ਹੋ ਸਕਦੀ ਹੈ। ਨਹੀਂ ਹੋ ਸਕਦੀ ਹੈ, ਪਰ ਗੱਲ ਤੇ ਹੈ ਨਾ ਵੀ ਕਰੇ ਕਿਹੜਾ। ਹੁਣ ਦੇਖੋ, ਇੱਕ ਖਬਰ ਆਈ ਦੀ ਚਰਚਾ 'ਚ ਇਹ ਵੀ ਸੀ, ਹੁਣ ਦਿੱਲੀ 'ਚ ਪਿਛਲੇ ਦਿਨੀ ਆਪਾਂ ਕਿੰਨਾ ਰੌਲਾ ਸੁਣਿਆ ਵੀ ਸਾਨੂੰ ਆਕਸੀਜਨ ਨਹੀਂ ਮਿਲਦੀ। ਹਾਈ ਕੋਰਟ, ਸੁਪਰੀਮ ਕੋਰਟ ਤੱਕ ਦੋਵੇਂ ਸਰਕਾਰਾਂ ਆਪਸ 'ਚ ਰਲੀਆਂ ਜਾਂ ਲੜੀਆਂ ਜਾਂ ਜੋ ਮਰਜ਼ੀ ਕਹਿ ਲਓ ਕੀਤਾ। ਤੇ ਖਬਰਾਂ ਅਖਬਾਰਾਂ ਕੀ ਦੱਸਦੀਆਂ ਵੀ ਉਹ ਭਾਈ ਸਾਹਿਬ ਜੀ ਦੇ ਰੈਸਟੋਰੈਂਟਾਂ ਦੇ ਵਿੱਚੋਂ 500 ਤੋਂ ਵੱਧ ਉਹ ਕੰਸਨਟਰੇਟਰ ਫੜੇ ਗਏ। ਉਹ ਬੰਦਾ ਵੀ ਦਿੱਲੀ ਦਾ ਰਹਿਣ ਵਾਲਾ। ਇਹਦਾ ਮਤਲਬ ਇਹ ਹੋ ਗਿਆ ਵੀ ਉਹਨੂੰ ਕਿਹੜਾ ਪਤਾ ਨਹੀਂ ਵੀ ਦਿੱਲੀ 'ਚ ਕੀ ਹੋ ਰਿਹਾ, ਉਹਨੂੰ ਕਿਹੜਾ ਪਤਾ ਨਹੀਂ ਵੀ ਕੇਂਦਰ ਸਰਕਾਰ 'ਚ ਕੀ ਹੋ ਰਿਹਾ, ਉਹਨੂੰ ਕਿਹੜਾ ਪਤਾ ਨਹੀਂ ਵੀ ਰੋਜ਼ ਜੱਜਾਂ ਤੋਂ, ਹਾਈ ਕੋਰਟ ਦਿਆਂ ਤੋਂ, ਸੁਪਰੀਮ ਕੋਰਟ ਦਿਆਂ ਤੋਂ ਝਾੜਾਂ ਪੈਂਦੀਆਂ। ਮੈਂ ਅੰਦਾਜ਼ਾ ਲਾਉਂਦਾ ਸੀ ਵੀ 500 ਤੋਂ ਵੱਧ ਕਹਿੰਦੇ ਵੀ ਉਹਦੇ ਕੋਲੇ ਸੀਗਾ ਜੋ ਵੀ ਕੰਸਨਟਰੇਟਰ। ਹੁਣ ਜੇ ਇੱਕ ਮੰਨ ਲਓ ਵੀ 500 ਉਹਦੇ ਕੋਲ ਆ ਤੇ ਇੱਕ ਪਿੱਛੋਂ 10,000 ਦਾ ਵੀ ਮੁਨਾਫਾ ਕਮਾਵੇ ਤੇ 50 ਲੱਖ ਦਾ ਸੌਦਾ ਉਹਨੇ 15-20 ਦਿਨਾਂ ਦੇ ਹਿਸਾਬ ਨਾਲ ਅੰਦਰ ਕਰਨ ਦਾ ਸੌਦਾ ਬਣਾ ਲਿਆ ਸੀ। ਹੁਣ ਜੇ ਇੱਕ ਉਹ ਕੰਸਨਟਰੇਟਰ ਸਿਲੰਡਰ ਜਾਂ ਜੋ ਵੀ ਕਹਿ ਲਓ ਆਕਸੀਜਨ ਦੇ ਵਿੱਚੋਂ ਵੀ ਬੰਦਾ ਏਡੀ ਵੱਡੀ ਸੋਚ ਗੇਮ ਬਣਾ ਸਕਦਾ ਵੀ 15-20 ਦਿਨਾਂ ਦੀ 50 ਲੱਖ ਅੰਦਰ, ਤੇ ਜਿਹਨੇ ਆ ਠੇਕਾ ਕੀਤਾ ਹੋਊਗਾ ਵੀ ਭਾਈ ਸਾਹਿਬ PM ਕੇਅਰ ਫੰਡ ਦੇ ਵਿੱਚੋਂ ਆਪਾਂ ਇੱਥੇ ਵੈਂਟੀਲੇਟਰ ਬਣਾਉਣੇ ਆ ਤੇ ਫਿਰ ਉਹ ਜਾਣੇ ਆ। ਹੁਣ ਵੈਂਟੀਲੇਟਰ ਕਿੰਨੇ ਦਾ ਆਉਂਦਾ ਤੇ ਸਾਰਿਆਂ ਨੂੰ ਪਤਾ, ਤੇ ਉਹਦੇ ਚੋਂ ਕਿੰਨੇ ਬਣੇ ਹੋਣਗੇ ਤੇ ਕਿੰਨੇ ਭੇਜੇ ਹੋਣਗੇ ਤੇ ਕਿੰਨਾ ਕਿੱਥੋਂ ਕੀ ਅੰਦਰ ਹੋਇਆ ਹੋਊਗਾ, ਉਹ ਸਾਰਾ ਕੁਝ ਤੁਸੀਂ ਹੁਣ ਜੇ ਕਹੋ ਕਿ ਖੰਗਾਲਿਆ ਜਾਵੇ ਤੇ ਤਾਰਾਂ ਘੁੰਮਦੀਆਂ ਕਿਤੇ ਹੋਰ ਚਲੀਆਂ ਜਾਣ ਤੇ ਕੋਈ ਵੀਰ ਜੀ ਗੱਲ ਠੀਕ ਤੇ ਨਹੀਂ ਹੈ। ਨਹੀਂ ਗੱਲ ਠੀਕ ਨਹੀਂ, ਇਸ ਕਰਕੇ ਆਪਾਂ ਗੱਲ ਹੀ ਨਿਬੇੜ ਦਿੰਦੇ ਹਾਂ, ਸਮਾਪਤੀ ਕਰ ਦਿੰਦੇ ਨਾਲ। ਸਾਨੂੰ ਲੋੜ ਕੀ ਹੈ?
ਦੇਖੋ ਬੀਬੀਆਂ ਵੀ ਆਮ ਤੌਰ ਤੇ ਘਰ ਦੇ ਵਿੱਚ ਰੋਟੀਆਂ ਪਕਾਉਂਦੀਆਂ ਤਾਂ ਛਾਬੇ ਚੂੰ ਨਹੀਂ ਰੱਖਦੀਆਂ, ਪੌਣੇ 'ਚ ਨਾਲ ਲਪੇਟੀ ਜਾਣਗੀਆਂ ਹਾਂ ਕਿ ਭਾਈ ਇਦਾਂ ਹੀ ਨਾਲ ਹੀ ਲਪੇਟ ਦਿਓ, ਠੰਡੀ ਨਾ ਹੋ ਜੇ, ਠੰਡੀ ਨਾ ਹੋ ਜਾ ਬਸ। ਇਸ ਕਰਕੇ ਉਹ ਭਾਫ ਆ, ਉਹਦਾ ਕੰਡਾ ਸੜਿਆ ਭੁਰਿਆ ਉਹ ਪੌਣੇ 'ਚ ਆ, ਕਿਸੇ ਨੂੰ ਨਹੀਂ ਪਤਾ। ਆਂਢਣ ਗੁਆਂਢਣ ਕੋ ਬੀਬੀ ਆ ਜਾਵੇ, ਬੀਬੀਆਂ ਮੱਖਣ ਦੇ ਉੱਤੇ ਪਹਿਲੇ ਪਲੇਟ ਦੇਂਦੀਆਂ ਆਉਂਦੀਆਂ, ਨਜ਼ਰ ਨਾ ਲੱਗ ਜਾਵੇ। ਇਸ ਕਰਕੇ ਉਹ ਵੈਂਟੀਲੇਟਰ ਦੇਖੋ ਕਮਰੇ 'ਚ ਬੰਦ ਸੀ, ਜਿੰਦਾ ਲੱਗਿਆ ਸੀ, ਨਾ ਕੋਵਿਡ ਆਉਂਦਾ, ਨਾ ਰੌਲਾ ਪੈਂਦਾ, ਨਾ ਕੁਝ ਹੋਰ ਹੁੰਦਾ। ਹੁਣ ਤੁਸੀਂ ਹੋਰ ਦੇਖੋ, ਨਹੀਂ ਉਹ ਮੰਨਿਆ ਤੇ ਇਦਾਂ ਹੀ ਗਿਆ ਸੀ ਵੀ ਯਾਰ ਉਹ ਇੱਕ ਵਾਰ ਆ ਗਿਆ, ਕਰੋਨਾ ਚੱਲ ਗਿਆ, ਮੁੜ ਕੇ ਮੋਇਆ ਪੁੱਛਣਾ, ਦੱਬ ਹੋ ਗਿਆ। ਹੁਣ ਗਲਤੀ ਦਾ ਕਰੋਨੇ ਦੀ, ਜਿਹੜਾ ਘੁੰਮ ਕੇ ਫੇਰ ਆ ਗਿਆ, ਨਹੀਂ ਗੱਲ ਠੀਕ ਹੈ। ਹੁਣ ਸੰਧਾਲੀਆ ਸਾਹਿਬ ਇੱਕ ਚਿੱਠੀ ਗਈ ਹੈ, ਚਿੱਠੀ ਇੱਕ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗਈ ਪ੍ਰਧਾਨ ਮੰਤਰੀ ਸਾਹਿਬ ਨੂੰ, ਇੱਕ ਚਿੱਠੀ ਲਿਖੀ ਆ ਦੇਸ਼ ਦੀਆਂ 12 ਸਿਆਸੀ ਪਾਰਟੀਆਂ ਨੇ, ਤੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਸਾਹਮਣੇ ਮੋਟੀਆਂ-ਮੋਟੀਆਂ 6 ਪਰ ਉਹਦਾ 10 ਕ ਮੰਗਾਂ ਰੱਖੀਆਂ, ਬੇਨਤੀਆਂ ਕੀਤੀਆਂ। ਪਰ ਇਸ ਚਿੱਠੀ ਨੇ ਸਿਆਸੀ ਤੇ ਦੂਸਰੇ ਸਾਰੇ ਪ੍ਰਭਾਵ ਪਾਉਣੇ ਆ। ਪਹਿਲੀ ਗੱਲ ਕਿ ਇਸ ਚਿੱਠੀ ਦੇ ਵਿੱਚ 12 ਉਹ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਬਾਰੇ ਆਪਾਂ ਇਸੇ ਪ੍ਰੋਗਰਾਮ ਜ਼ਿਕਰ ਵੀ ਕਰਦੇ ਸੀ ਕਿ ਹੋ ਸਕਦਾ ਹੈ ਕਿ ਜੇ ਇਹ ਸਾਰੀਆਂ ਧਿਰਾਂ ਬੀਬੀ ਮਮਤਾ ਬੈਨਰਜੀ ਦੀ ਅਗਵਾਈ ਦੇ ਵਿੱਚ ਇਕੱਠੀਆਂ ਹੋ ਜਾਣ, ਕਾਂਗਰਸ ਅੰਦਰੋਂ ਬਾਹਰੋਂ ਕਿਤੇ ਸਪੋਰਟ ਕਰਦਾ, ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਜਮਾ ਮੁਕਾਬਲਾ ਹੋ ਸਕਦਾ। ਚਿੱਠੀ ਲਿਖੀ ਕਿਹਨਾਂ ਨੇ ਆ? ਸਾਂਝੀ ਚਿੱਠੀ ਹੈ। ਉਹਦੇ ਉੱਤੇ ਬੀਬੀ ਸੋਨੀਆ ਗਾਂਧੀ ਦੇ ਵੀ ਦਸਤਖਤ ਕਾਂਗਰਸ ਵੱਲੋਂ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਲਾਲੂ ਯਾਦਵ ਦੀ ਪਾਰਟੀ, ਤੇਲਗੂ ਦੇਸਮ ਪਾਰਟੀ। ਇਹਦੇ ਤੋਂ ਇਲਾਵਾ ਇਧਰਲੇ ਪਾਸੇ ਆ ਜਾਈਏ ਤਾਂ ਫਿਰ ਖੱਬੇ ਪੱਖੀਆਂ ਦੀਆਂ 2 ਧਿਰਾਂ ਜਿਹੜੀਆਂ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਾਲੀ, DMK ਜਿਹਨੇ ਤਾਮਿਲਨਾਡੂ ਦੇ ਵਿੱਚ ਸਰਕਾਰ ਬਣਾਈ ਹੈ, ਉਹਨਾਂ ਦੇ ਵੀ ਦਸਤਖਤ ਹੈਗੇ ਆ। ਕਿੰਨੀਆਂ ਹੀ ਧਿਰਾਂ ਹੋਰ ਨੇ, ਪੰਜਾਬ ਦੇ ਵਿੱਚੋਂ ਨਹੀਂ ਹੈ ਕੋਈ ਅਜੇ ਲੱਗਿਆ ਨਹੀਂ। ਹੁਣ ਉਹ ਸਾਰੀਆਂ ਤੋਂ ਕਿੰਨੇ ਹੋਣਾ ਦੱਸੋ, ਕਮਾਲ ਕਰਦੇ ਅਜੇ ਆਪ ਨਹੀਂ ਪਤਾ ਲੱਗਦਾ ਕਿ ਅਸੀਂ ਕਿਹਦੇ ਨਾਲ ਆ, ਤਾਂ ਬਾਹਰ ਜਾ ਕੇ ਨਾਲ ਹੋ ਜਾਈਏ। ਕੀ ਕਰਦੇ ਹੋ ਹੁਣ ਸੰਧਾਲੀਆ ਸਾਹਿਬ ਉਹਦੇ ਵਿੱਚ ਜਿਹੜੀਆਂ ਮੰਗਾਂ ਰੱਖੀਆਂ, ਤੇ ਮੰਗਾਂ ਦੇ ਵਿੱਚ ਆਖਰੀ ਪਤਾ ਕੀ ਲਿਖਿਆ ਕਿ ਅੱਜ ਤੱਕ ਰਵਾਇਤ ਤਾਂ ਹੈ ਨਹੀਂ ਪ੍ਰਧਾਨ ਮੰਤਰੀ ਸਾਹਿਬ ਕਿ ਤੁਹਾਡੇ ਦਫ਼ਤਰ 'ਚੋਂ ਜਵਾਬ ਆ ਜਾਵੇ ਕਿਸੇ ਚਿੱਠੀ ਦਾ, ਪਰ ਅਸੀਂ ਫਿਰ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਸਾਂਝੀ ਚਿੱਠੀ ਦਾ ਜਵਾਬ ਦਿਓਗੇ। ਦੇਖੋ ਕਿਆ ਬਾਤ। ਪਹਿਲੀ ਗੱਲ ਉਹ ਕਹਿੰਦੇ ਜੀ ਜਿਹੜਾ 35,000 ਕਰੋੜ ਰੁਪਈਆ ਤੁਸੀਂ ਵੈਕਸੀਨੇਸ਼ਨ ਦੇ ਲਈ ਰੱਖਿਆ, ਉਹ ਕਿਰਪਾ ਕਰਕੇ ਦਵਾਈਆਂ ਤੇ ਖਰਚ ਦਿਓ, ਜਿਹੜੇ ਟੀਕਾਕਰਨ ਤੇ। ਦੂਸਰੀ ਗੱਲ ਕਿ ਸਾਰੇ ਦੇਸ਼ ਦੇ ਲੋਕਾਂ ਨੂੰ ਮੁਫਤ ਟੀਕਾ ਲਾਓ। ਤੀਸਰੀ ਗੱਲ ਹੈ ਕਿ ਭਾਈ ਦਵਾਈ ਦੀ ਪ੍ਰੋਡਕਸ਼ਨ ਵਧਾ ਦਿਓ, ਬਾਕੀ ਕੰਪਨੀਆਂ ਨੂੰ ਵੀ ਤੁਰ ਦਿਓ, ਜਿਹੜੀ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਕਹਿੰਦੀ ਸੀ। ਚੌਥੀ ਗੱਲ ਕਿ ਆ ਜਿਹੜਾ ਸੈਂਟਰਲ ਵਿਜ਼ਟਾ ਪ੍ਰੋਜੈਕਟ ਹੈ, ਜਿਹਦੇ ਵਿੱਚ ਪਾਰਲੀਮੈਂਟ ਬਣਨੀ ਹੈ, ਪ੍ਰਧਾਨ ਮੰਤਰੀ ਸਾਹਿਬ ਦਾ, ਰਾਸ਼ਟਰਪਤੀ ਸਾਹਿਬ ਦਾ ਘਰ ਬਣਨਾ, ਸੈਕਟਰੀਏਟ ਬਣਨਾ, ਕਿਰਪਾ ਕਰਕੇ ਕਹਿੰਦੇ ਉਹਦੇ ਕੰਮ ਰੋਕ ਦਿਓ। ਜਿਹੜਾ 20,000 ਕਰੋੜ ਰੁਪਈਆ ਰੱਖਿਆ ਹੈ, ਜਿਹਦੇ ਵਿੱਚੋਂ ਜਿੰਨੇ ਬਚੇ ਹੈ ਉਹ ਲੋਕਾਂ ਨੂੰ ਆਕਸੀਜਨ ਦੇ ਉੱਤੇ ਲਾ ਦਿਓ, ਆਕਸੀਜਨ ਤੇ, ਟੀਕਾਕਰਨ ਤੇ, ਬਾਕੀ ਮੈਡੀਕਲ ਉਪਕਰਨਾਂ ਦੇ ਉੱਤੇ। ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਦੇਸ਼ ਦੇ ਬੇਰੁਜ਼ਗਾਰ ਨੇ, ਕੰਮ ਧੰਦੇ ਬੰਦ ਪਏ, 6-6 ਹਜ਼ਾਰ ਰੁਪਈਆ ਦੇ ਦਿਓ, ਅਨਾਜ ਖੁੱਲੇ ਮੈਦਾਨ 'ਚ ਸੜ ਰਿਹਾ, ਗਡਾਊਨਾਂ 'ਚ ਸੜ ਰਿਹਾ, ਗਰੀਬ ਲੋਕਾਂ ਨੂੰ ਦੇ ਦਿਓ ਚੱਕ ਕੇ, ਕੋਈ ਬੰਦਾ ਭੁੱਖਾ ਨਾ ਮਰ ਜਾ, ਕੱਲ ਨੂੰ ਖਬਰਾਂ ਨਾ ਬਣ। ਤੇ ਜਿਹੜੀ ਇੱਕ ਗੱਲ ਹੋਰ ਕਹੀ ਹੈ ਕਿ ਜਿੰਨਾ ਪ੍ਰਧਾਨ ਮੰਤਰੀ ਕੇਅਰ ਦਾ ਫੰਡ ਪਿਆ ਹੁਣ ਰੱਖੋ ਨਾ, ਦੱਬੋ ਨਾ, ਲੋਕਾਂ ਨੂੰ ਵੈਕਸੀਨੇਸ਼ਨ ਤੇ, ਆਕਸੀਜਨ ਤੇ, ਵੈਂਟੀਲੇਟਰਾਂ ਦੇ ਉੱਤੇ ਲਾ ਦਿਓ, ਤੇ ਦੁਨੀਆ 'ਚ ਜਿੰਨੀਆਂ ਵੀ ਅਪਰੂਵਡ ਦਵਾਈਆਂ ਨੇ ਜਿੱਥੋਂ ਵੀ ਕਿਤੋਂ ਮਿਲਦੀਆਂ, ਇਸ ਪੈਸੇ ਦੇ ਨਾਲ ਖਰੀਦ ਕੇ ਲੋਕਾਂ ਨੂੰ ਟੀਕੇ ਲਵਾ ਦਿਓ। ਆਪਾਂ 2 ਸਾਲ ਇੰਤਜ਼ਾਰ ਨਹੀਂ ਕਰ ਸਕਦੇ। ਔਰ ਸਭ ਇਹ ਸਾਰੀਆਂ ਗੱਲਾਂ ਤੁਸੀਂ ਬਹੁਤ ਵਧੀਆ ਕਹੀਆਂ, ਜਿੰਨੀਆਂ ਵੀ ਪਾਰਟੀਆਂ ਨੇ ਲਿਖੀਆਂ ਬਹੁਤ ਵਧੀਆ ਲਿਖੀਆਂ। ਤੁਸੀਂ ਮਰੋੜ ਕੇ ਚਿੱਠੀ ਜਿਹੀ ਪਾ ਲਓ ਨਾ। ਨਹੀਂ, ਮੈਂ ਉਹਨਾਂ ਨੇ ਚਿੱਠੀ ਦੇ ਵਿੱਚ ਹੀ ਲਿਖਿਆ ਸੀ ਵੀ ਸਾਨੂੰ ਆਸ ਹੈ ਵੀ ਤੁਸੀਂ ਜਵਾਬ ਨਹੀਂ ਦਿੰਦੇ ਹੁੰਦੇ, ਤੇ ਅਸੀਂ ਫਿਰ ਉਹਨਾਂ ਦਾ ਸਤਿਕਾਰ ਕਰਾਂਗੇ। ਉਹਨਾਂ ਦੀ ਗੱਲ ਤਾਂ ਸਤਿਕਾਰ, ਜਦੋਂ ਉਹਨਾਂ ਨੇ ਖੁਦ ਹੀ ਕਿਹਾ ਹੈ ਕਿ ਭਾਈ ਸਾਹਿਬ ਸਾਨੂੰ ਆਸ ਹੈ ਨਹੀਂ, ਤੇ ਫਿਰ ਨਹੀਂ ਨਾ ਰੱਖਣੀ ਚਾਹੀਦੀ। ਐਵੇਂ ਉਹਨਾਂ ਦੀ ਅਸੀਂ ਆਸ ਦੇ ਉਲਟ ਜਾ ਕੇ ਜਵਾਬ ਦਈਏ, ਇਹ ਗੱਲ ਤੇ ਮਾੜੀ ਹੈ ਸਾਡੀ। ਨਹੀਂ ਤੁਸੀਂ ਇਹ ਜਾਨੀ ਫੁੱਲ ਚੜਾ ਦੇਣੇ ਆ। ਮੈਂ ਕਿਹਾ ਯਾਰ ਦੇਖੋ ਪੰਚਾਂ ਦਾ ਕਿਆ ਸਿਰ ਮੱਥੇ ਹੁੰਦਾ ਕਿ ਨਹੀਂ, ਜਿਹੜੇ ਪੰਚ ਦੇਖੋ ਕਿੰਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਡੀਆਂ ਜਿਹੜੀਆਂ ਕਿ ਵਿਰੋਧ 'ਚ ਨੇ। ਨਹੀਂ ਸੰਧਾਲੀਆ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਾਣੀ ਕਿ ਤੁਸੀਂ ਫਿਰ ਉਹ ਜਿਹੜਾ ਦਿੱਲੀ 'ਚ ਕੰਮ ਚੱਲਦਾ ਸੈਂਟਰਲ ਵਿਜ਼ਟਾ ਪ੍ਰੋਜੈਕਟ ਦਾ ਨਹੀਂ ਰੋਕਣਾ? ਨਾ, ਕਿਉਂ ਰੋਕਣਾ ਯਾਰ, ਕਮਾਲ ਕਰਦੇ। ਅੱਛਾ ਮੈਟਰੋ ਦਾ ਕੰਮ ਨਹੀਂ ਚੱਲਦਾ, ਪੁਲਾਂ ਦਾ ਕੰਮ ਚੱਲਦਾ, ਹੋਰ 100 ਕੰਮ ਚੱਲਦੇ ਨੇ, ਇੰਡਸਟਰੀ ਚੱਲ ਰਹੀ। ਚਲੋ ਮੇਰਾ ਇੱਕ ਸਵਾਲ ਹੈ, ਦੇਸ਼ ਨੂੰ ਰੋਕਣਾ ਨਹੀਂ ਹੈਗਾ। ਨਹੀਂ ਦੇਸ਼ ਨੂੰ ਬਿਲਕੁਲ ਨਹੀਂ। ਮੇਰਾ ਇੱਕ ਸਵਾਲ ਆ ਦੇਸ਼, ਅੱਛਾ ਹੁਣ ਮੈਂ ਥੋੜੀ ਹਿੰਦੀ 'ਚ ਨਾ ਆਵਾਂ, ਪੰਜਾਬੀ 'ਚ ਕਹਿਣਾ। ਅੱਛਾ, ਉੱਥੇ ਮਜ਼ਦੂਰਾਂ ਨੂੰ ਕੰਮ ਮਿਲਿਆ, ਤੁਸੀਂ ਖੁਦ ਕਿਹਾ ਸੀ ਪੱਤਰਕਾਰ ਸਾਹਿਬ ਕਿ ਹਰ ਰੋਜ਼ ਮਜ਼ਦੂਰ ਨੂੰ 500 ਤੋਂ 600 ਦਿਹਾੜੀ ਮਿਲ ਰਹੀ ਹੈ। ਅਸੀਂ ਜੇ ਕੰਮ ਰੋਕਤਾ ਉਹਨਾਂ ਨੂੰ 500-600 ਦਿਹਾੜੀ ਕੌਣ ਦੇਗਾ? ਤੁਸੀਂ ਉਹਨਾਂ ਦੀ ਰੋਟੀ ਖੋਹਨੇ ਹੋ, ਤੁਸੀਂ ਰੋਟੀ ਖੋ ਰਹੇ ਹੋ ਉਹਨਾਂ ਦੀ। ਕਮਾਲ ਕਰਦੇ ਹੋ ਤੁਸੀਂ। ਨਹੀਂ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਤਾਂ ਇਹ ਸੋਚਦਾ ਸੀ, ਮੇਰੇ ਮਨ 'ਚ ਵੈਸੇ ਹੀ ਸਵਾਲ ਆਇਆ। ਹਾਂ ਯਾਰ, ਅਚਾਨਕ ਮੈਨੂੰ ਅੱਜ ਐਂ ਲੱਗਾ ਵੀ ਉਹ ਪਾਸੇ ਹੋ ਗਿਆ। ਹਾਂ, ਉਹ ਪਾਸੇ ਦੇਖੋ। ਨਹੀਂ ਗੱਲ ਠੀਕ ਹੈ, ਤੁਹਾਡੇ ਅੰਦਰ ਜਿਹੜਾ ਲੀਡਰ ਆਉਂਦਾ ਨਾ ਕਦੀ ਉਹ ਕਈਆਂ ਨੂੰ ਹੁੰਦਾ ਜੀ ਇਹਦੇ ਕੀ ਆਈ ਹੈ, ਇਹਦੇ ਕੋਈ ਪਾਉਣ ਆਈ ਆ, ਤੁਹਾਡੇ ਵੀ ਲੀਡਰ ਆ ਜਾਂਦਾ ਸਿਰ। ਹੁਣ ਇਹ ਨਹੀਂ ਪਤਾ ਕਿਹੜਾ ਆਉਂਦਾ। ਚਲੋ ਹੁਣ ਗੱਲ ਕੀ ਆ, ਮੈਂ ਸੋਚਦਾ ਸੀ ਕਿ ਦੇਸ਼ ਦੀ ਇੱਕ ਪਾਰਲੀਮੈਂਟ ਹੈ। ਵੈਸੇ ਤੱਥ ਤਾਂ ਇਹ ਵੀ ਸਾਹਮਣੇ ਆਏ ਆ ਕਿ ਭਾਰਤ ਦੇ ਵਿੱਚ ਮੇਰੇ ਖਿਆਲ 1927 ਦੇ ਵਿੱਚ ਪਾਰਲੀਮੈਂਟ ਦੀ ਉਹ ਬਿਲਡਿੰਗ ਬਣੀ, ਉਹਦੇ ਨੇੜੇ ਤੇੜੇ ਕਿਤੇ, ਕਿ ਬਹੁਤ ਸਾਰੇ ਮੁਲਕ ਜਿਹੜੇ ਕਹਿੰਦੇ ਕਹਾਉਂਦੇ ਮੁਲਕ ਵੀ ਹੈ, ਵੱਡੇ ਅਮੀਰ ਮੁਲਕ, ਉਹਨਾਂ ਦੀਆਂ ਵੀ ਪਾਰਲੀਮੈਂਟ ਦੀਆਂ ਬਿਲਡਿੰਗਸ ਜਿਹੜੀਆਂ ਇਹਦੇ ਤੋਂ ਪੁਰਾਣੀਆਂ ਬਣੀਆਂ।
ਪਰ ਉਹਨਾਂ ਨੇ ਉਹਨਾਂ ਛੇੜਖਾਨੀ ਨਹੀਂ ਕੀਤੀ, ਉਹਨਾਂ ਨੇ ਨਵੀਂ ਨਹੀਂ ਬਣਾਈ, ਕਹਿੰਦੇ ਇੱਥੇ ਹੀ ਕੰਮ ਚੱਲਦਾ ਹੈ। ਦੂਸਰੀ ਗੱਲ, ਮੈਂ ਸੋਚ ਰਿਹਾ ਸੀ ਕਿ ਠੀਕ ਹੈ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਬਹਿੰਦੇ ਨੇ, ਬਹੁਤ ਸਤਿਕਾਰ ਹੈ, ਉੱਥੋਂ ਹੀ ਸਾਰੀਆਂ ਨੀਤੀਆਂ ਬਣਦੀਆਂ, ਅਸੀਂ ਕਿਸੇ ਡਿਵੈਲਪਮੈਂਟ ਦੇ ਵਿਰੋਧੀ ਨਹੀਂ, ਪਰ ਪਾਰਲੀਮੈਂਟ ਦੇ ਸੈਸ਼ਨ ਤਾਂ ਛੋਟੇ ਹੋਈ ਜਾਂਦੇ ਆ, ਕੁਐਸਚਨ ਆਵਰ ਤਾਂ ਘਟੀ ਜਾਂਦਾ ਹੈ। ਬਹੁਤ ਸਾਰੇ ਮੈਂਬਰ ਪਾਰਲੀਮੈਂਟ ਵਿਰੋਧੀ ਤਿੰਨਾਂ ਦੇ ਰੌਲਾ ਪਾਉਂਦੇ ਹੁੰਦੇ ਆ ਕਿ ਸਾਨੂੰ ਤਾਂ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ, ਜੇ ਕਿਤੇ ਮਿਲਦਾ ਵੀ ਆ ਤਾਂ ਉਹ ਵੀ ਬਾਈਕਾਟ ਕਰਕੇ ਬਾਹਰ ਆ ਜਾਂਦੇ ਆ। ਜਾਣੀ ਜਿਸ ਥਾਂ ਦੇ ਉੱਤੇ ਹਰ ਸਾਲ ਕੰਮ ਦੇ ਘੰਟੇ ਘਟੀ ਜਾਂਦੇ ਆ, ਲੋਕਾਂ ਦੀ ਗੱਲ ਹੁਣੀ ਘਟੀ ਜਾਂਦੀ ਹੈ, ਲੋਕਤੰਤਰ ਦੇ ਵਿੱਚ ਵੀ ਮੈਂਬਰ ਪਾਰਲੀਮੈਂਟ ਜਿਹੜੇ ਕਿ 18-18 20-20 ਲੱਖ ਲੋਕਾਂ ਦੇ ਪ੍ਰਤੀਨਿਧ ਨੇ, ਉਹਨਾਂ ਨੂੰ ਸਵਾਲ ਤੱਕ ਚੁੱਕਣ ਦਾ ਪੂਰਾ ਮੌਕਾ ਨਹੀਂ ਮਿਲਦਾ, ਤੇ ਉਹ ਬਿਲਡਿੰਗ ਢਾਹ ਕੇ ਅਸੀਂ ਹੋਰ ਪੈਸੇ ਖਰਚ ਕੇ ਜਾਂ ਉਸ ਬਿਲਡਿੰਗ ਦੀ ਥਾਂ ਦੇ ਉੱਤੇ ਅਸੀਂ ਨਵੀਂ ਬਿਲਡਿੰਗ ਖੜੀ ਕਰਨੀ ਹੈ। ਜਾਂ ਤਾਂ ਨਾਲ ਦੀ ਨਾਲ ਇਹ ਵੀ ਲਿਖਦੇ ਹੋ ਨਾ ਕਿ ਅਸੀਂ ਭਾਈ ਇੰਨੇ ਸੈਂਕੜੇ ਦਿਨ, 200 ਦਿਨ, 250 ਦਿਨ, 100 ਦਿਨ ਲਾ ਲਓ, 150 ਦਿਨ ਲਾ ਲਓ, ਕਿ ਅਸੀਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਰੱਖਣਾ, ਹਰ ਮੈਂਬਰ ਪਾਰਲੀਮੈਂਟ ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲੂ। ਜੇ ਬਿਲਡਿੰਗ ਨਵੀਂ ਬਣ ਜੂ, ਉੱਥੇ ਸੰਸਦ ਦੇ ਸੈਸ਼ਨ ਦੇ ਦਿਨ ਆਪਾਂ ਘਟਾਈ ਜਾਣੇ ਆ, ਰੌਲਾ ਉੱਥੇ ਪਾਈ ਜਾਣਾ, ਬਾਈਕਾਟ ਕਰੀ ਜਾਣਾ, ਤੇ ਭਾਰਤ ਦੇ ਲੋਕਾਂ ਨੇ ਫਿਰ ਇਦਾਂ ਦਾ ਮਸਲਾ ਰਗੜ ਕੇ ਗੋਡੇ ਤੇ ਲਾਉਣਾ। ਨਹੀਂ, ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਦੇਖੋ, ਕਾਰਨ ਇਹ ਆ ਕਿ 352-53 ਦੇ ਕਰੀਬ ਅਸੀਂ ਪਾਰਲੀਮੈਂਟ ਮੈਂਬਰ ਸਾਹਿਬਾਨ ਬਣਾ ਲਏ ਨੇ ਜਿਹੜੇ ਇਤਰਾਜ਼ ਨਹੀਂ ਕਰਦੇ ਹੁਣ। ਠੀਕ ਹੈ, ਥੋੜੇ ਜਿਹੇ ਰਹਿ ਗਏ ਆ, 522 ਦੀ ਹੁੰਦੀ ਹੈ, 544 ਹੁੰਦੀ ਹੈ, ਆਈ ਡੋਂਟ ਨੋ, ਕੋਈ ਗੱਲ ਨਹੀਂ, 543 ਮੈਂ ਕਹਿ ਲਵਾਂਗਾ ਆਪਣੇ ਸੈਕਟਰੀ ਨੂੰ, ਉਹ ਪਤਾ ਕਰਨਗੇ, ਉਹ ਦੱਸਣਗੇ ਮੈਨੂੰ। ਦੇਖੋ 350 ਦੇ ਕਰੀਬ ਤਾਂ ਅਸੀਂ ਸੈੱਟ ਕਰਤੇ ਆ, ਕੁਝ ਰਾਜ ਸਭਾ ਦੇ ਵਿੱਚ ਰਹਿ ਗਏ ਆ, ਉਹ ਵੀ ਸੈੱਟ ਕਰ ਲਵਾਂਗੇ, ਕੁਝ ਲੋਕ ਸਭਾ 'ਚ ਰਹਿ ਗਏ ਉਹ ਸੈੱਟ ਕਰ ਲਵਾਂਗੇ। ਜਦੋਂ 543 ਚੋਂ ਜੇ 500 ਵੀ ਸੈੱਟ ਹੋ ਗਿਆ, ਉੱਪਰਲੇ 43 ਤੇ ਵੈਸੇ ਵੀ ਢਿੱਲੇ ਮਿੱਠੇ ਰਹਿੰਦੇ ਹੁੰਦੇ, ਉਹ ਕੌਣ ਨਾ ਆਉਣ, ਫਿਰ ਜਦੋਂ ਆਪਣੇ ਬੰਦੇ ਹੋਣਗੇ ਫਿਰ ਆ ਜਿਹੜਾ ਤੁਹਾਡਾ ਇਤਰਾਜ਼ ਇਹ ਦੂਰ ਕਰ ਦੇਂਗੇ, ਫਿਰ ਹਰੇਕ ਨੂੰ ਗੱਲ ਕਰਨ ਦਾ ਮੌਕਾ ਦੇਵਾਂਗੇ, ਕੋਈ ਬੰਦਾ ਨੀਤੀ ਤੇ ਇਤਰਾਜ਼ ਨਹੀਂ ਕਰੇਗਾ, ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਏਗੀ। ਹਾਂ, ਇਹ ਵੀ ਹੋ ਸਕਦਾ ਵੀ ਅੰਦਰ ਨਾਰੇ ਨੋਟੇ ਵੀ ਲਾਇਆ ਕਰਨੇ ਆਪਣੇ ਹਿਸਾਬ ਨਾਲ। ਯਾਰ ਸੈਟਿੰਗ ਪੂਰੇ ਕੰਮ ਤਾਂ ਕਰਨ ਦੇ, ਤੁਸੀਂ ਪਹਿਲਾਂ ਹੀ ਗੱਲ ਪਏ ਨੇ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਸੰਧਾਲੀ ਸਾਹਿਬ, ਤੁਸੀਂ ਵੱਧ ਤੋਂ ਵੱਧ ਬੇਨਤੀ ਕਰ ਸਕਦੇ। ਹਾਂ, ਨਹੀਂ, ਮੈਂ ਬੇਨਤੀ ਕਰਨੀ ਹੈ, ਮੈਨੂੰ ਉਮੀਦ ਆ ਪ੍ਰਵਾਨ ਕਰੋਗੇ। ਤੁਹਾਡੇ ਕੋਲੇ ਸੈਂਟਰਲ ਵਿਸਟਾ ਪ੍ਰੋਜੈਕਟ ਜਿਹਦੇ ਵਿੱਚ ਪਾਰਲੀਮੈਂਟ ਨਵੀਂ ਬਣਨੀ ਹੈ, ਉਹਦਾ ਸਾਰਾ ਲੇਆਊਟ ਤਾਂ ਹੋਣਾ ਹੀ ਆ, ਨਕਸ਼ੇ ਦਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਕਿੱਦਾਂ ਬਣਨਾ ਹੈ। ਉਹਦੇ ਵਿੱਚ ਜਾਣੀ ਹੁਣ ਬੈਠਣ ਵਾਲੀਆਂ ਸੀਟਾਂ ਕਿ ਸੌਣ ਵਾਲੀਆਂ, ਕਿਉਂਕਿ ਕਈ ਵੈਸੇ ਵੀ ਉੱਥੇ ਜਾ ਕੇ ਸੁੱਤੇ ਹੀ ਰਹਿੰਦੇ ਆ। ਇੱਕ ਬੇਨਤੀ ਹੋਰ ਸੁਣਿਓ, ਹੋ ਸਕਦਾ ਹੈ ਕਿ ਉਹਦੇ ਵਿੱਚ ਆਪਾਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦੇ ਕਿ ਉੱਥੇ ਕੁਝ ਹੋਰ ਵੀ ਇਦਾਂ ਦਾ ਪ੍ਰਬੰਧ ਹੈਗਾ, ਕਿਉਂਕਿ ਕਈ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ 5-5 ਸਾਲ ਬੋਲਦੇ ਹੀ ਨਹੀਂ, ਇੱਕ ਵੀ ਸਵਾਲ ਨਹੀਂ ਪੁੱਛਦੇ, ਨਾ ਕਿਸੇ ਬਹਿਸ ਦੇ ਵਿੱਚ ਹਿੱਸਾ ਲੈਂਦੇ ਆ। ਉਹ ਉਨੀ ਦੇਰ ਕੀ ਕਰਦੇ ਆ, ਕੋਈ ਵੀਡੀਓ ਗੇਮ ਵਗੈਰਾ ਖੇਲਣ ਦਾ ਪ੍ਰਬੰਧ ਨਹੀਂ ਉੱਥੇ ਕੀਤਾ ਕਿ ਭਾਈ ਇਹਨਾਂ ਨੇ ਹੋਰ ਤਾਂ ਕੁਝ ਕਰਨਾ ਨਹੀਂ। ਜਾਣੀ ਇਧਰਲੇ ਪਾਸੇ ਢੋਟਾ ਲਾਉਣ ਨੂੰ ਤਾਂ ਕੁਝ ਹੋਵੇ ਨਾ ਕਿ ਬੰਦਾ ਉੱਥੇ ਮੜ ਜਾ ਸੌਂ ਸਕੇ। ਹਾਂ, ਇੱਕ ਗੱਲ ਹੋਰ, ਥੋੜ੍ਹੀ ਜਿਹੀਆਂ ਸਕਰੀਨਾਂ ਮੂਹਰੇ ਵੱਡੀਆਂ ਕਰਾ ਦਿਓ, ਕਿਉਂਕਿ ਕਈ ਵਾਰੀ ਵਿਧਾਨ ਸਭਾ ਜਾਂ ਕਈ ਪਾਰਲੀਮੈਂਟ ਦੇ ਵਿੱਚੋਂ ਕਈ ਫਿਲਮਾਂ ਦੇਖਦੇ ਵੀ ਅੜਕੇ ਆਉਂਦੇ ਹੁੰਦੇ ਆ। ਕੋਈ ਨਹੀਂ, ਕਰਦੇ ਇਨ ਫਿਊਚਰ, ਇਹ ਤੁਹਾਡੇ ਸੁਜੈਸ਼ਨ ਅੱਛੇ, ਮੈਂ ਨੋਟ ਕਰਵਾ ਦਿੰਦਾ, ਦੇਖਾਂਗੇ। ਅੱਛਾ, ਹੁਣ ਇਹ ਸਾਰੇ ਕੁਝ ਇੱਕ ਗੱਲ ਤੇ ਪੱਕੀ ਹੈ ਵਾਰ ਸਾਹਿਬ ਵੀ, ਦੇਖੋ ਧੁਨ ਜਿਸ ਪਾਸੇ ਉਸ ਪਾਸੇ ਹੈ। ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰਾਂ ਕਿਹਾ, ਜਦੋਂ ਮੈਂ ਇੱਥੋਂ ਕਈ ਵਾਰਾਂ ਕਹਿੰਦਾ, ਫਿਰ ਕਈ ਬੰਦੇ ਮੇਰੇ ਤੇ ਇਤਰਾਜ਼ ਕਰਦੇ ਹੁੰਦੇ ਵੀ ਸੰਧਾਂ ਵਾਲੇ ਸਾਹਿਬ ਤੁਸੀਂ ਤਾਂ ਮਜ਼ਾਕ ਉਡਾਉਂਦੇ ਹੋ। ਦੇਖੋ, ਮੈਂ ਮਜ਼ਾਕ ਨਹੀਂ ਉਡਾਉਂਦਾ, ਮੈਂ ਤੁਹਾਨੂੰ ਸੱਚ ਦਿਖਾਉਣਾ ਵੀ ਜੋ ਹੈਗਾ। ਤੁਸੀਂ ਅੱਜ ਨਹੀਂ ਪ੍ਰਵਾਨ ਕਰਨਾ, ਕੱਲ ਕਰ ਲਿਓ, ਕੱਲ ਨਹੀਂ ਕਰਨਾ ਪਰਸੋਂ ਕਰ ਲਿਓ, ਕਿਉਂਕਿ ਜਿਹੜੀ ਚੀਜ਼ ਜਿਸ ਤਰ੍ਹਾਂ ਚੱਲਣੀ ਹੈ ਨਾ ਉਸੇ ਤਰ੍ਹਾਂ ਹੀ ਚੱਲਣੀ। ਕਿਉਂਕਿ ਰਾਜਨੀਤੀ ਇੰਨੀ ਜ਼ਿਆਦਾ ਭਾਰੀ ਹੈ ਕਿ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਿਸੇ ਵੇਲੇ ਕਿਸੇ ਨੇਤਾਗਣ ਦਾ ਤੁਸੀਂ ਬਲੱਡ ਸੈਂਪਲ ਲਾਓ ਨਾ, ਤਾਂ ਟੀਕੇ 'ਚੋਂ 2-3 ਬੂੰਦਾਂ ਬਲੱਡ ਦੀਆਂ ਹੋਣੀਆਂ, ਬਾਕੀ ਰਾਜਨੀਤੀ ਹੁੰਦੀ ਹੈ। ਉਹ ਜਿਹੜੀ ਖੂਨ 'ਚ ਰਚੀ ਚੀਜ਼ ਹੈ, ਆਪਾਂ ਉਹਨੂੰ ਐਂ ਕਹੀਏ ਵੀ ਉਹ ਕੱਢ ਕੇ ਅਗਲਾ ਲਾਂਭੇ ਰੱਖ ਦਿਓ ਤੇ ਬਸ ਸਾਰਾ ਕੁਝ ਲੋਕਾਂ ਲਈ ਇਹੋ ਜਿਹੀ ਇੱਦਾਂ ਥੋੜ੍ਹਾ ਹੁੰਦਾ। ਸੰਧਾਲੀਆ ਸਾਹਿਬ, ਦੇਖੋ ਇਹ ਗੱਲ ਤੁਹਾਡੀ ਠੀਕ ਹੈ ਕਿ ਲੋਕੀ ਚੇਤਾ ਭੁਲਾ ਲੈਂਦੇ ਆ, ਪਰ ਮੈਂ ਅੱਜ ਸੋਚਦਾ ਸੀ, ਅੱਜ ਕੁਝ ਰਿਪੋਰਟਾਂ ਦੇਖੀਆਂ ਕਿ ਪਹਿਲਾਂ 10 ਤਰੀਕ ਨੂੰ ਸ਼ੰਭੂ ਵਾਲੇ ਬਾਰਡਰ ਤੋਂ ਕਿਸਾਨ ਦਿੱਲੀ ਨੂੰ ਗਏ, ਕਾਫਲਿਆਂ ਦੇ ਰੂਪ 'ਚ ਗਏ, ਸਾਵਧਾਨੀ ਵਰਤਣ, ਸੋਸ਼ਲ ਡਿਸਟੈਂਸ ਰੱਖਣ, ਜੋ ਵੀ ਪ੍ਰੀਕਾਸ਼ਨ ਕੋਵਿਡ ਤੋਂ ਹੋ ਸਕਦੀ ਰੱਖਣੀ ਚਾਹੀਦੀ ਹੈ। ਫਿਰ 12 ਤਰੀਕ ਨੂੰ, ਜਾਣੀ ਕਿ ਇੱਕ ਦਿਨ ਪਹਿਲਾਂ, ਉਹ ਪਰਲੇ ਪਾਸੇ ਖਨੌਰੀ ਵਾਲੇ ਬਾਰਡਰ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਹੀਕਲ ਜਿਹੜੇ ਦਿੱਲੀ ਵਾਲੇ ਪਾਸੇ ਨੂੰ ਗਏ, ਦੁਬਾਰਾ ਉੱਥੇ ਗਿਣਤੀ ਵੱਧ ਰਹੀ ਹੈ। ਤੁਸੀਂ ਇਹ ਦੇਖੋ ਕਿ ਜੇ ਸਤੰਬਰ ਮਹੀਨੇ ਦੇ ਪਿਛਲੇ ਸਾਲ ਦੀ ਗੱਲ ਕਰਦਾ, 14 ਤਰੀਕ ਦਾ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ, ਜਦੋਂ ਬਾਦਲ ਪਿੰਡ ਤੇ ਪਟਿਆਲੇ 'ਚ ਕੰਮ ਸ਼ੁਰੂ ਹੋਇਆ ਸੀ। ਸਤੰਬਰ ਲੰਘਿਆ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਅੱਧਾ ਲੰਘ ਚੱਲਿਆ। ਜੇ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਇਹ ਚੇਤਾ ਨਹੀਂ ਭੁੱਲਿਆ, ਗਰਮੀਆਂ ਉਦੋਂ ਸੀ, ਮੁੜ ਕੇ ਸਾਰਾ ਸਿਆਲ ਵੀ ਕੱਢਿਆ ਤੇ ਅੱਧੀਆਂ ਗਰਮੀਆਂ ਵੀ ਕੱਢ ਲਈਆਂ, ਮੀਂਹ ਵੀ ਉੱਪਰ ਪਿਆ, ਬਹੁਤ ਕੁਝ ਹੋਇਆ, ਪਰਚੇ ਵੀ ਹੋਏ, ਫੜੋ ਫੜੀ ਵੀ ਹੋਈ, ਬੰਦੇ ਜੇਲ੍ਹਾਂ 'ਚ ਵੀ ਗਏ, ਇੱਕ ਕੰਮ ਨਹੀਂ ਹੋਇਆ, 20 ਤਰ੍ਹਾਂ ਦੇ ਦੋਸ਼ ਵੀ ਲੱਗੇ। ਤਾਂ ਜੇ 14 ਸਤੰਬਰ ਤੋਂ ਲੈ ਕੇ ਆ 11-12 ਮਈ ਅਗਲੇ ਸਾਲ ਤੱਕ ਪੰਜਾਬ ਦੇ ਲੋਕਾਂ ਨੂੰ, ਹਰਿਆਣੇ ਦੇ ਲੋਕਾਂ ਨੂੰ ਉਸ ਖੇਤੀ ਅੰਦੋਲਨ ਦਾ ਚੇਤਾ ਨਹੀਂ ਭੁੱਲਾ, ਉਹਦੇ ਉੱਤੇ ਉਹਨਾਂ ਨੇ ਸਿਆਸਤ ਦਾ ਭੂਰਾ ਪਰਛਾਵਾਂ ਨਹੀਂ ਪੈਣ ਦਿੱਤਾ, ਅਜੇ ਤੱਕ ਉਸੇ ਤਰੀਕੇ ਤਣੇ ਖੜੇ ਆ ਤੇ ਸ਼ਾਂਤਮਈ ਤਰੀਕੇ ਦੇ ਨਾਲ ਖੜੇ ਆ ਕਿ ਭਾਈ ਆਪਾਂ ਹੱਕ ਲੈਣ ਆਏ ਆ ਤੇ ਹੱਕ ਲੈਣ ਜਾਣਾ, ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਭਾਈ ਜਿਨ੍ਹਾਂ ਬੰਦਿਆਂ ਨੇ
7-8 ਮਹੀਨੇ ਕੱਢ ਦਿੱਤੇ ਨੇ ਐਸੇ ਤਰੀਕੇ ਤੇ ਉਸੇ ਜਲਾਓ ਦੇ ਵਿੱਚ ਨੇ, ਤੇ ਤੁਹਾਡੀਆਂ ਗੱਲਾਂ ਥੋੜਾ ਜਿਹਾ ਤਾਂ ਫਰਕ ਪੈਂਦਾ ਹੀ ਹੋਣਾ ਨਾ। ਅੱਗੇ ਕਦੀ ਅੱਜ ਤੱਕ ਇਦਾਂ ਦੇਖਿਆ? ਉਹ ਭਾਵੇਂ 2 ਸਾਲ ਬੈਠੇ ਰਹਿਣ, ਕੀ ਫਰਕ ਪੈਂਦਾ? ਸੜਕ ਤੇ ਉਹ ਬੈਠੇ ਆ, ਟਰਾਲੀ ਉਹਨਾਂ ਦੀ, ਰਾਸ਼ਨ ਉਹ ਆਪਣਾ ਲਿਆਉਂਦੇ, ਖਾਂਦੇ ਆਪਣਾ ਆ, ਪੱਖਾ ਉਹਨਾਂ ਦੇ ਕੋਲ ਹੈ, ਬਿੱਲ ਉਹਨਾਂ ਦੇਣਾ। ਜੇ ਕੋਈ ਰਾਹ 'ਚ ਜਾਂਦੇ ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਂਦੀ, ਨੁਕਸਾਨ ਉਹਨਾਂ ਦਾ, ਸਾਡਾ ਕੀ ਗਿਆ ਉਹਦੇ 'ਚ? ਮੈਂ ਦੱਸਦਾ ਤੁਹਾਡਾ ਪਤਾ ਕੀ ਗਿਆ। ਤੁਸੀਂ 2 ਕਿਲੋ ਦਾਲ ਤੇ 5 ਕਿਲੋ ਚੌਲ, ਆਟਾ, ਦਾਣੇ ਦੇ ਕੇ ਤੁਸੀਂ ਵੋਟਾਂ ਲੈਣ ਨੂੰ ਫਿਰਦੇ ਸੀ, ਤੇ ਜਿਹੜੇ ਪਿੰਡਾਂ ਦੇ ਵਿੱਚੋਂ ਇਦਾਂ ਦਾ ਤੁਹਾਨੂੰ ਲੱਗਦਾ ਸੀ ਕਿ ਆਹ 4 ਚੀਜ਼ਾਂ ਦੇ ਦਿਆਂਗੇ, 4 ਵੋਟਾਂ ਲੈ ਦਾਂਗੇ, ਤੇ ਅੱਜ ਉਹਨਾਂ ਪਿੰਡਾਂ ਦੇ ਵਿੱਚੋਂ ਹੀ, ਚਾਹੇ ਉਹ ਕਿਸਾਨ ਹੈ ਤੇ ਚਾਹੇ ਮਜ਼ਦੂਰ ਹੈ ਤੇ ਚਾਹੇ ਲਾਲਾ ਜੀ ਨੇ, ਉਹ ਪਤਾ ਕੀ ਕਰਦੇ ਆ ਕਿ ਜਾਂਦੇ ਹੋਇਆ ਸਾਡਾ ਵੀ 100 ਰੁਪਈਆ ਵਿੱਚ ਪਾ ਲਿਓ, ਥੋੜ੍ਹਾ ਜਿਹਾ ਦਾਣੇ ਵਿੱਚ ਪਾ ਲਿਓ, ਆਟਾ ਪਾ ਲਿਓ, ਦਾਲ ਦੀ ਕੌਲੀ ਜਿਹੜੀ ਉਧਰਲੇ ਪਾਸੇ ਲੈ ਜਾਓ। ਦੂਸਰੀ ਗੱਲ, ਤੁਹਾਡੇ ਲੀਡਰਾਂ ਦੀ ਪਹਿਲਾਂ ਸਾਨੂੰ ਲੋੜ ਹੁੰਦੀ, ਸਾਨੂੰ ਲੱਗਦਾ ਸੀ ਕਿ ਤੁਹਾਡੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਨਹੀਂ ਗਾ ਜੇ ਬਠਿੰਡੇ ਦੇ ਵਿੱਚ ਆ ਪੁਲਿਸ ਵਾਲਾ ਕਾਬੂ ਕੀਤਾ ਹੈ, ਲੋਕਾਂ ਦੇ ਇਕੱਠ ਨੇ ਕੀਤਾ ਹੈ, ਜੇ ਅਜੇ ਤੱਕ ਵੀ ਸਾਰੇ ਲੀਡਰਾਂ ਨੂੰ ਲੱਗਦਾ ਕਿ 7 ਮਹੀਨੇ ਪੰਜਾਬ ਦੀ ਚੋਣ ਦੇ ਵਿੱਚ ਰਹਿ ਗਿਆ, ਪਰ ਕਿਸਾਨਾਂ ਦਾ ਮੁੱਦਾ ਹੀ ਭਾਰੀ ਆ ਤੇ ਪੰਜਾਬ ਦੇ ਵਿੱਚ ਲੋਕ, ਕਿਸਾਨ ਤੇ ਮਜ਼ਦੂਰ ਇਕੱਠੇ ਹੋ ਗਏ, ਹੋਰ ਕੋਈ ਗੱਲ ਕੀਤੀ ਤਾਂ ਲੋਕਾਂ ਨੇ ਅੱਖਾਂ ਲਾਲ ਕਰ ਕਰਕੇ ਸਾਡੇ ਵੱਲ ਦੇਖਣਾ, ਇਹ ਲੋਕਾਂ ਦੀ ਏਕਤਾ ਦਾ ਸਬੂਤ ਹੈ। ਨਾ ਬਠਿੰਡੇ ਵਾਲੀ ਘਟਨਾ ਦੇ ਵਿੱਚ ਕਿਸੇ ਲੀਡਰ ਨੇ ਲੋਕਾਂ ਦਾ ਸਾਥ ਦਿੱਤਾ, ਨਾ ਕਿਸਾਨੀ ਖੇਤੀ ਅੰਦੋਲਨ ਦੇ ਵਿੱਚ ਕਿਸੇ ਨੇ ਸਾਥ ਦਿੱਤਾ ਹੈ, ਤੇ ਨਾ ਆ ਕੋਵਿਡ ਤੋਂ ਬਾਅਦ ਜਿਹੜੀ ਸਥਿਤੀ ਸ਼ੁਰੂ ਹੋਈ ਹੈ, ਅਜੇ ਥੈਲੀਆਂ ਥੁੱਲੀਆਂ ਪਹੁੰਚੀਆਂ ਤਾਂ ਨਹੀਂ, ਲੋਕ ਇੱਕ ਦੂਜੇ ਨਾਲ ਰਲੇ ਹੋ ਆ। ਇਹ ਕੋਈ ਗੱਲ ਨਹੀਂ, ਠੀਕ ਆ ਗੱਲ ਤੁਹਾਡੀ, ਜਿਸ ਤਰ੍ਹਾਂ ਤੁਸੀਂ ਪ੍ਰੈਜ਼ੈਂਟ ਕੀਤੀ ਬਹੁਤ ਵਧੀਆ, ਪਰ ਇਹਦਾ ਕੋਈ ਬਹੁਤਾ ਅਸਰ ਨਹੀਂ ਹੈਗਾ। ਦੇਖੋ ਇਹ ਤੁਹਾਡੇ ਤੇ ਕਿ ਲੋਕਾਂ ਤੇ? ਨਹੀਂ, ਲੋਕਾਂ ਤੇ ਹੋਊਗਾ, ਸਾਡੇ ਤੇ ਕੋਈ ਅਸਰ ਨਹੀਂ। ਲੋਕ ਤੰਗ ਨੇ, ਆਪ ਹੀ ਤੰਗ ਉਹਨਾਂ ਨੇ ਹੋਰ ਹੋਣਾ, ਉਹਨਾਂ ਦੀ ਸਦਕੇ ਹੋਈ ਜਾਣ। ਦੇਖੋ ਪ੍ਰੋਬਲਮ ਇਹ ਆ, ਉਹ ਕਹਿੰਦੇ ਵੀ ਅਸੀਂ ਟੋਲ ਪਲਾਜ਼ੇ ਤੋਂ ਪਰਚੀ ਨਹੀਂ ਕੱਟਣ ਦੇਣੀ, ਵੀ ਨਾ ਕੱਟਣ ਦਿਓ। ਟੋਲ ਪਲਾਜ਼ੇ ਵਾਲਿਆਂ ਨੇ ਕੇਸ ਪਾਤਾ ਹੈ, ਜੱਜ ਸਾਹਿਬ ਨੇ ਕਹਿਣਾ ਇਹਨਾਂ ਨੂੰ ਇੰਨਾ ਘਾਟਾ ਪੈ ਗਿਆ, ਇਹਨਾਂ ਨੂੰ ਪੈਸੇ ਤੋਂ ਮੈਂ ਕਿਹੜਾ ਜੇਬ 'ਚ ਦੇਣੇ, ਖਜ਼ਾਨੇ 'ਚ ਦੇਣੇ। ਖਜ਼ਾਨੇ 'ਚ ਪੈਸੇ ਕਿੱਥੋਂ ਆਉਂਦੇ ਦੱਸੋ? ਸਾਡੇ। ਆ ਤਾਂ ਫਿਰ ਨੁਕਸਾਨ ਕਿਹਦਾ? ਉਸ ਤੋਂ ਬਾਅਦ ਤੁਸੀਂ ਇਹ ਕਹੋ ਕਿ ਵੀ ਹਾਂਜੀ ਇਹ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਅਸੀਂ ਉਦੋਂ ਇਦਾਂ ਕਰ ਦਾਂਗੇ, ਅਸੀਂ ਉੱਦਾਂ ਕਰ ਦਿਓ। 4-5 ਬੰਦੇ ਅਸੀਂ ਖੜੇ ਕਰਦੇ ਹੁੰਦੇ ਹਾਂ, 5-4 ਨੂੰ ਅਸੀਂ ਨਾਲ ਵੈਸੇ ਖੜਾ ਕੀਤਾ ਹੁੰਦਾ ਵੀ ਇਹਦੀਆਂ ਵੋਟਾਂ ਇੱਧਰ, ਇਹਦੀਆਂ ਵੋਟਾਂ ਇੱਧਰ। ਉਹ ਕਰਕੇ ਤੁਸੀਂ ਇੱਕ ਨੂੰ ਨਹੀਂ ਦੂਜੇ ਨੂੰ ਚੁਣ ਲਓਗੇ, ਦੂਜੇ ਨੂੰ ਨਹੀਂ ਤੀਜੇ ਨੂੰ ਚੁਣ ਲਓਗੇ, ਤੀਜੇ ਨੂੰ ਨਹੀਂ ਚੌਥੇ ਨੂੰ ਚੁਣ ਲਓਗੇ, ਕਿਸੇ ਨੂੰ ਤਾਂ ਚੁਣੋਗੇ। ਹੁਣ ਸਾਨੂੰ ਲੋੜ ਕੀ ਹੈ? ਵਿਧਾਨ ਸਭਾ ਖੇਤਰ ਜਿਹੜਾ ਉਹਦੇ, ਜੇ ਮੈਂ ਗਲਤ ਨਹੀਂ ਤੇ 1.5-2 ਲੱਖ ਵੋਟ ਹੁੰਦੀ ਹੈ, 2-2.25 ਤੱਕ ਵੀ, ਵੱਡਿਆਂ 'ਚ ਇੰਨੀ ਵੀ ਕਹਿ ਲਓ। ਜੇ ਤੁਸੀਂ ਕਹਿ ਲਓ ਵੀ MP ਦੀ ਸੀਟ ਦੀ ਆਪਾਂ ਗੱਲ ਕਰੀਏ ਤੇ 9 ਹਲਕੇ ਅਪਰੋਕਸੀਮੇਟਲੀ ਵਿਧਾਨ ਸਭਾ ਦੇ ਆਉਂਦੇ ਆ, ਹੈ ਨਾ। ਹੁਣ ਇੰਨੀ ਗਿਣਤੀ ਵੀ ਜਾਂ ਤਾਂ 1.5-2 ਲੱਖ ਵੋਟਰ ਨੂੰ ਸੈੱਟ ਕਰੀਏ, ਜਾਂ ਅਸੀਂ 9 ਵਿਧਾਨ ਸਭਾ ਹਲਕਿਆਂ ਨੂੰ ਸੈੱਟ ਕਰਕੇ ਇੱਕ MP ਵਾਲੇ ਪਾਸੇ ਜਾਈਏ, ਉਹਨੂੰ ਚੰਗਾ ਨਹੀਂ ਵੀ ਉਹ ਜਿਹੜਾ ਇੱਕ MP ਉਹਨੂੰ ਸੈੱਟ ਕਰ ਲਈਏ। ਇਹ ਗੱਲ ਥੋੜੀ ਠੀਕ। ਜਾਂ ਫਿਰ ਜਿਹਨੇ 1.5-2 ਲੱਖ ਵੋਟਰਾਂ ਕੋਲ ਵੋਟ ਲੈ ਕੇ ਉਹ MLA ਬਣਿਆ, ਉਹਨੂੰ ਸੈੱਟ ਕਰ ਲਈ। ਦੇਖੋ ਬੱਸ ਚਾਹੀਦੀ ਹੈ, ਇੱਕ ਰਿਜ਼ੋਰਟ ਚਾਹੀਦਾ ਹੈ, ਥੋੜ੍ਹੇ ਜਿਹੇ ਪੈਸੇ ਲੱਗਣੇ ਵੀਰ ਜੀ, ਤੇ ਬੰਦਾ ਸੈੱਟ ਹੋ ਜਾਣਾ। ਉਹਨੇ ਅੰਦਰ ਜਾ ਕੇ ਕੀ ਕਰਨਾ, ਉਹ ਤੇ ਫਿਰ ਤੁਹਾਡੇ ਹੱਥ ਵਸ ਨਹੀਂ ਨਾ। ਇੱਕ ਵਾਰ ਤੁਸੀਂ ਤੇ ਵੋਟ ਹੀ ਪਾ ਸਕਦੇ, 5 ਸਾਲ ਤੇ ਫਿਰ ਸਾਡੇ ਨੇ ਨਾ ਵੀਰ ਜੀ। ਨਹੀਂ ਬਿਲਕੁਲ, ਤੁਸੀਂ ਕਹੋ ਵੀ ਇਦਾਂ ਨਹੀਂ ਹੈ। ਨਹੀਂ ਇਦਾਂ ਹੀ ਆ, ਪਰ ਹਾਂ ਤੁਹਾਨੂੰ ਲੱਗਦਾ ਸੀ ਇਦਾਂ ਹੀ ਆ, ਤੁਹਾਨੂੰ ਲੱਗਦਾ ਸੀ ਇਦਾਂ ਹੀ, ਤੇ ਤੇ ਬਹੁਤ ਸਾਰੇ ਲੀਡਰਾਂ ਨੂੰ ਵੀ ਲੱਗਦਾ ਸੀ। ਮੈਂ ਬਹੁਤੇ ਪਾਸੇ ਨਹੀਂ ਜਾਂਦਾ, ਪੱਛਮੀ ਬੰਗਾਲ ਦੇ ਵਿੱਚ ਜਿੰਨੇ ਵਿਧਾਇਕਾਂ ਨੇ ਦਲ ਬਦਲੀ ਕੀਤੀ, ਕੋਈ ਭਾਜਪਾ 'ਚ ਗਿਆ, ਕੋਈ ਭਾਜਪਾ ਨੂੰ ਛੱਡ ਕੇ ਦੂਜੇ ਪਾਸੇ ਆਇਆ, ਕੋਈ ਕਾਮਰੇਡਾਂ ਨੂੰ ਛੱਡ ਕੇ ਗਿਆ। ਜਿਨ੍ਹਾਂ ਨੇ ਦਲ ਬਦਲੀ ਕੀਤੀ ਨਾ, ਹੁਣ ਜਿਨ੍ਹਾਂ ਨੇ ਵਿੱਚੋਂ ਇਲੈਕਸ਼ਨ ਲੜੀ, ਉਹਦੇ ਵਿੱਚੋਂ 71% ਹਾਰੇ ਨੇ। ਤੇ ਜਦੋਂ ਵੀ ਕੋਈ ਬੰਦਾ ਲੋਕਾਂ ਦਾ ਚੁਣਿਆ ਨੁਮਾਇੰਦਾ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਕਹੂਗਾ ਜੀ ਮੇਰਾ ਟੈਲੀਫੋਨ ਇੱਥੇ ਰੱਖ ਲਓ, ਸੂਟਕੇਸ ਪਰਲੇ ਪਾਸੇ ਨੂੰ ਭੇਜ ਦਿਓ, ਉਦੋਂ ਨੂੰ ਇੱਕ ਗੱਲ ਦਾ ਚੇਤਾ ਆਉਣਾ ਕਿ ਭਾਈ ਸਮਾਂ ਆ ਬਦਲ ਗਿਆ ਹੈ। ਹੁਣ ਲੋਕ ਚੇਤੇ ਰੱਖਦੇ ਆ ਕਿ ਤੈਨੂੰ ਕਿਹੜੇ ਚੋਣ ਨਿਸ਼ਾਨ ਦੇ ਉੱਤੇ ਚੁਣ ਕੇ ਭੇਜਿਆ ਸੀ, ਜੇ ਤੂੰ ਐਤਕੀ ਬਦਲ ਕੇ ਚੋਣ ਨਿਸ਼ਾਨ ਆਊਗਾ ਤੇ ਤੈਨੂੰ ਕੋਈ ਸਵਾਲ ਪੁੱਛਣੇ ਆ। ਉਹ ਨੀਤੀ ਚੇਂਜ ਕਰ ਲਈ ਅਸੀਂ, ਉਹ ਗਲਤ ਹੋ ਗਈ ਨਾ। ਗਲਤ ਉਹ ਇਲੈਕਸ਼ਨ ਤੋਂ ਪਹਿਲਾਂ ਨਹੀਂ ਪਾਰਟੀ ਬਦਲਾਉਣੀ, ਇਹ ਬਿਲਕੁਲ ਅਸੀਂ ਨੋਟ ਕਰ ਲਈ ਗੱਲ। ਇਲੈਕਸ਼ਨ ਹੋਣ ਦੇਣੀ ਹੈ, ਉਹਨੂੰ ਕਹਿਣਾ ਵੀ ਤੂੰ ਜਿੱਤ ਲਓ ਜੀ, ਉਸ ਤੋਂ ਬਾਅਦ ਦੇਖਣਾ ਹੈ ਵੀ ਹੁਣ ਬਤਾਉਂ ਕਿਹੜਾ ਠੀਕ ਹੈ, ਸਬਜ਼ੀ ਲਈ ਕਿਹੜਾ ਅੱਛਾ ਹੈ, ਭੜਥੇ ਵਾਲਾ ਕਿਹੜਾ ਹੈ, ਭਰ ਕੇ ਬਣਾਉਣਾ ਹੈ, ਭਰਵਾਂ ਕਿਹੜਾ ਹੈ, ਵੀ ਉੱਪਰਲੇ ਪਾਸੇ ਧਾਗਾ ਬੰਨਣਾ ਹੈ ਕਿ ਨਹੀਂ ਬੰਨਣਾ। ਕਿਉਂਕਿ ਕੋਈ ਹੋਣਾ ਜਿਹਨੂੰ ਧਾਗਾ ਬੰਨ ਕੇ ਨਾਲ ਜੁੜਨਾ, ਕੋਈ ਬਿਨਾਂ ਧਾਗੇ ਤੋਂ ਜੁੜ ਜਾਣਾ। ਜੇ ਬਿਲਕੁਲ ਸੈੱਟ ਨਾ ਆਵੇ ਫਿਰ ਅਸੀਂ ਆਲੂਆਂ 'ਚ ਪਾ ਲੈਣੇ ਆ। ਇਸ ਕਰਕੇ ਹੁਣ ਇਹ ਥੋੜਾ ਜਿਹਾ ਬਾਅਦ ਦੇ ਵਿੱਚ ਸੋਚਿਆ ਜਾਏਗਾ। ਇਹ ਗਲਤੀ ਇੱਕ ਵਾਰ ਹੋ ਗਈ, ਅਸੀਂ ਉਹ ਮੰਨਦੇ ਹਾਂ, ਹੁਣ ਅੱਗੇ ਤੋਂ ਨਹੀਂ ਹੋਏਗੀ। ਇਹ ਤੁਸੀਂ ਇਹ ਤੁਹਾਡਾ ਲਾਂਭਾ ਲਾ ਦੇਂਗੇ। ਆਪਾਂ ਹੁਣ ਪੰਜਾਬ ਵਾਲੇ ਪਾਸੇ ਆ ਜਾਈਏ। ਹੁਣ ਮੇਰੇ ਅੰਦਰਲਾ ਲੀਡਰ ਮਾਰ ਦਿਓ ਯਾਰ। ਚਲੋ ਠੀਕ ਹੈ, ਆ ਜਾਓ। ਅੱਛਾ, ਪੰਜਾਬ ਦੇ ਵਿੱਚ ਆਪਾਂ ਐਂ ਗੱਲ ਕਰਦੇ ਸੀ ਵੀ ਯਾਰ ਕੈਪਟਨ ਸਾਹਿਬ ਦੇ ਖੇਮੇ 'ਚੋਂ ਬੰਦਾ ਕੋਈ ਬੋਲ ਨਹੀਂ ਰਿਹਾ। ਪਹਿਲਾਂ 3 ਜਣੇ ਬੋਲੇ ਸੀ, 4 ਮੰਤਰੀ ਸਾਹਿਬਾਨ ਹੋਰ ਬੋਲ ਪਏ। ਸਿਹਤ ਮੰਤਰੀ ਬਲਵੀਰ ਸਿੰਘ ਹੁਰੀ ਨਾਲ, ਕਹਿੰਦੇ ਆਪਣੇ ਮਾਲ ਮਹਿਕਮੇ ਵਾਲੇ ਕਾਂਗੜ ਸਾਹਿਬ, ਉਦੋਂ ਬਾਅਦ ਦੂਸਰੇ ਪਾਸੇ ਆ ਜਿਹੜਾ ਖਾਣ ਪੀਣ ਦਾ ਪ੍ਰਬੰਧ ਕਰਨ ਵਾਲੇ ਆਸ਼ੂ ਸਾਹਿਬ, ਸਿੱਖਿਆ ਮੰਤਰੀ ਆਪਣੇ ਸਿੰਗਲਾ ਸਾਹਿਬ, ਉਹ ਕਹਿੰਦੇ ਭਾਈ ਸਾਹਿਬ ਸਿੱਧੂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਪਾਰਟੀ ਤੋਂ ਲਾਂਭੇ ਕਰ ਦਿਓ, ਕਿਉਂਕਿ ਇਹ ਜਿਹੜਾ ਬੰਦਾ ਇਹ ਜਾਂ ਤਾਂ ਆਮ ਆਦਮੀ ਪਾਰਟੀ ਨਾਲ ਰਲਿਆ ਜਾਂ ਇਹ BJP ਨਾਲ ਰਲਿਆ, ਤੇ ਉਹਨਾਂ ਦੇ ਏਜੰਡੇ ਤੇ ਕਾਂਗਰਸ ਦੇ ਅੰਦਰ ਅੰਦਰੂਨੀ ਖਾਨਾ ਜੰਗੀ ਕਰਵਾਉਣਾ ਚਾਹੁੰਦਾ ਹੈ। ਇਹਨੂੰ ਭਜਾਓ। ਇਹ ਗੱਲ ਬਿਲਕੁਲ ਠੀਕ ਹੈ।
ਕਿ ਮੈਨੂੰ ਲੱਗਦਾ ਕਿ 4 ਮੰਤਰੀ ਹੋਰ ਵੱਡੀ ਗੱਲ ਹੈ। 4 ਪਹਿਲਾਂ ਬੋਲੇ ਸੀ ਟੋਟਲ, ਕੁੱਲ ਮਿਲਾ ਕੇ ਪਹਿਲਾਂ 4 ਵੀ ਹੋ ਗਿਆ ਸੀ ਟੋਟਲ। ਚਲੋ 8 ਹੋ ਗਏ, 8 ਹੋ ਗਏ। ਅਜੇ ਵੀ ਅੱਧਿਓਂ ਥੱਲੇ ਨੇ ਤਕਰੀਬਨ, ਜਾਣੀ ਅੱਧ ਲਾ ਲਓ ਕਿ ਅੱਧ ਤਾਂ ਖੁੱਲ ਕੇ ਸਾਹਮਣੇ ਆ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਦੇ ਵਿੱਚ, ਕਿਉਂਕਿ ਆਪਣੇ ਕੋਲੇ ਜਿਹੜੇ ਵਿਜੇਂਦਰ ਸਿੰਗਲਾ ਸਾਹਿਬ ਨੇ ਤੇ ਭਾਰਤ ਭੂਸ਼ਣ ਆਸ਼ੂ ਸਾਹਿਬ ਨੇ, ਗੁਰਪ੍ਰੀਤ ਸਿੰਘ ਕਾਂਗੜ ਸਾਹਿਬ ਨੇ, ਤੇ ਨਾਲ ਤੁਸੀਂ ਜਿਹੜਾ ਜ਼ਿਕਰ ਇੱਕ ਖਾਸ ਮਹਿਕਮੇ ਦਾ ਕਰ ਦਿੱਤਾ ਕਿ ਉਹਨਾਂ ਦੀ ਗੱਲ ਆਪਾਂ ਹੁਣ ਨਹੀਂ ਕਰਨੀ। ਉਹ ਸਾਰੇ ਹੀ ਮੰਤਰੀ, ਉਹਨਾਂ ਨੇ ਇੱਕ ਸਪਸ਼ਟ ਰੂਪ ਦੇ ਵਿੱਚ, ਮੈਂ ਦੇਖ ਰਿਹਾ ਸੀ ਕਿ ਕਿਸ ਤਰੀਕੇ ਭੰਬਲ ਭੂਸਾ ਇਸ ਵੇਲੇ ਪਿਆ ਹੋਇਆ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਹੈ ਉਹ ਖੁਦ ਆਪਣੇ ਲਈ ਬੈਟਿੰਗ ਕਰ ਰਹੇ ਆ, ਜਾਂ ਤਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਖਲਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਾਜਪਾ ਜਾਂ ਆਪ ਦੇ ਨਾਲ ਇਹਨਾਂ ਦੇ ਸਬੰਧ ਲੱਗਦੇ ਅੰਦਰ ਖਾਤੇ, ਸਾਡੀ ਪਾਰਟੀ 'ਚ ਫੁੱਟ ਪਾ ਕੇ ਉਹਨਾਂ ਨੂੰ ਮਜ਼ਬੂਤ ਕਰਨ ਨੂੰ ਫਿਰਦੇ ਆ। ਹਾਈ ਕਮਾਂਡ ਨੂੰ ਬੇਨਤੀ ਆ ਕਿ ਜਿੰਨੀ ਛੇਤੀ ਹੋ ਸਕੇ, ਹੁਣ ਬੇਸਿਕਲੀ ਤਾਂ ਉਹਨਾਂ ਨੂੰ ਲੱਗਦਾ ਨਾ ਕਿ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ। ਮੈਨੂੰ ਹੋਰ ਲੱਗਦਾ, ਮੈਨੂੰ ਇਹ ਲੱਗਦਾ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ, ਕਿਉਂਕਿ ਅੱਜ ਵੀ ਟਵੀਟ ਆਇਆ ਕਿ ਜਿਹੜੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਵੇ ਇਨਸਾਫ ਤਾਂ ਲੈ ਕੇ ਰਹਾਂਗੇ। ਹੁਣ ਯਾਰ ਇਹ ਕੁਰਬਾਨੀ ਸ਼ਬਦ ਨਾ ਵਰਤੇ ਤੇ ਚੰਗਾ ਸੀ। ਨਹੀਂ, ਜਿਹੜਾ ਮਰਜ਼ੀ ਚਲੋ ਜੋ ਵੀ ਆ ਤਿਆਗ ਕਰਨਾ ਪੈ ਜਾਵੇ, ਸੱਟ ਖਾਣੀ ਪੈ ਜਾਵੇ, ਕਿਉਂਕਿ ਕੁਰਬਾਨੀ ਸ਼ਬਦ ਪੇਟੈਂਟ ਕਰਾਇਆ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ। ਹੁਣ ਇਹ 4 ਮੰਤਰੀ, ਚਲੋ ਠੀਕ ਹੈ, ਨਵਜੋਤ ਸਿੰਘ ਸਿੱਧੂ ਨੇ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਓਪਨ ਸਾਰਾ ਕੁਝ ਕਰਕੇ ਗਲਤੀ ਕੀਤੀ ਹੈ, ਪਰ ਚੰਗਾ ਹੁੰਦਾ ਇਹ 4 ਮੰਤਰੀ ਵੀ ਹਾਈ ਕਮਾਂਡ ਨੂੰ ਚਿੱਠੀ ਲਿਖ ਦਿੰਦੇ, ਦਿੱਲੀ ਜਾ ਕੇ ਮਿਲੇ ਹੁੰਦੇ, ਰਾਹੁਲ ਗਾਂਧੀ ਨੂੰ ਈਮੇਲ ਕਰ ਦਿੰਦੇ, ਜਾਂ ਜਿਹੜੇ ਪਹਿਲੇ ਮੰਤਰੀ ਸੀਗੇ ਉਹਨਾਂ ਨੂੰ ਵੀ ਖੁੱਲ੍ਹ ਕੇ, ਫਿਰ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਗਲਤੀ ਕੀ ਕੀਤੀ ਹੈ, ਉਹਨਾਂ ਦੇ ਮੁਤਾਬਕ ਗਲਤੀ ਤਾਂ ਇਹ ਕੀਤੀ ਨਾ ਕਿ ਲੋਕਾਂ ਨੂੰ ਓਪਨ ਹੋ ਕੇ ਕਹਿ ਰਿਹਾ ਕਿ ਸਾਡੀ ਸਰਕਾਰ 'ਚ ਗਲਤ ਹੈ, ਤਾਂ ਫਿਰ ਗਲਤੀ ਤਾਂ ਆਪਾਂ ਵੀ ਕਰ ਰਹੇ ਹਾਂ ਕਿ ਭਾਈ ਤੁਹਾਡੀ ਕਿਉਂਕਿ ਹਾਈ ਕਮਾਂਡ ਨੇ ਟਿਕਟ ਦਿੱਤੀ ਨਵਜੋਤ ਸਿੰਘ ਸਿੱਧੂ ਨੂੰ, ਹਾਈ ਕਮਾਂਡ ਨੇ ਮੁੜ ਕੇ ਮੰਤਰੀ ਬਣਵਾਇਆ ਬੰਦਾ, ਇਸ ਵੇਲੇ ਵੀ ਤੁਹਾਡੀ ਪਾਰਟੀ ਦਾ ਐਮਐਲਏ ਹੈ, ਤੇ ਜਦੋਂ ਤੁਹਾਡੀ ਪਾਰਟੀ ਦਾ ਐਮਐਲਏ ਹੈ ਇਹਦਾ ਮਤਲਬ ਕਿ ਉਹ ਪਾਰਟੀ ਦੇ ਵਿੱਚ ਹੈ। ਜੇ ਤੁਸੀਂ ਉਸ ਬੰਦੇ ਨੂੰ ਪਾਰਟੀ 'ਚ ਕਢਾਉਣਾ, ਉਹਦੀ ਗਲਤੀ ਤੁਸੀਂ ਇਹ ਕੱਢਦੇ ਹੋ ਕਿ ਉਹ ਬੰਦਾ ਓਪਨਲੀ ਬੋਲਦਾ ਹੈ। ਓਪਨਲੀ ਤਾਂ ਆਪਾਂ ਵੀ ਬੋਲਦੇ ਆ, ਜੇ ਪਾਰਟੀ ਦਾ ਪ੍ਰੋਟੋਕਾਲ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਗਿਆ ਤੇ ਹੱਕ ਦੇ ਵਿੱਚ ਤਾਂ ਆਪਾਂ ਵੀ ਨਹੀਂ ਗਏ, ਆਪਾਂ ਵੀ ਕਿਸੇ ਹੋਰ ਪਾਸੇ ਗਏ। ਹੁਣ ਹੋਰ ਸੁਣੋ, ਪਿਛਲੇ ਦਿਨਾਂ ਦੇ ਵਿੱਚ ਜਾਣੀ ਹਰ ਇੱਕ ਬੰਦੇ ਦਾ ਆਪਣਾ ਰੌਲਾ, ਨਵਜੋਤ ਸਿੰਘ ਸਿੱਧੂ ਦਾ ਆਪ ਜਾਂ ਭਾਜਪਾ ਦੇ ਨਾਲ ਕੋਈ ਚੱਕਰ ਹੈ, ਠੀਕ ਹੈ, ਨਹੀਂ, ਪਰ ਇਹ ਗੱਲ ਨਹੀਂ ਮੈਨੂੰ ਸਮਝ ਆਈ ਵੀ ਆਪ ਵਾਲਿਆਂ ਨਾਲ ਪਿਛਲੀ ਰਾਂ ਗਠਬੰਧਨ ਗੱਠਜੋੜ ਹੁੰਦਾ ਰਹਿ ਗਿਆ, ਐਂਡ ਉਹ ਗੱਲ ਚਲੋ ਘੁੰਮ ਫਿਰ ਕੇ ਬਾਹਰ ਵੀ ਆ ਗਈ, ਕੋਈ ਮੁੱਖ ਮੰਤਰੀ ਦੀ ਕੁਰਸੀ ਵਾਲਾ ਰੌਲਾ ਸੀ, ਹੈ ਨਾ, ਮੰਨਣ ਨਾ ਮੰਨਣ ਗੱਲ ਵੱਖਰੀ ਹੈ। ਬੀਜੇਪੀ ਦੀ ਗੱਲ ਵੀ ਆਪਾਂ ਸੁਣ ਲਈ ਵੀ ਜਿਸ ਹਿਸਾਬ ਨਾਲ ਉਧਰੋਂ ਸਾਰਾ ਕੁਛ ਐ ਛੱਡ ਕੇ ਆ ਗਏ, ਤੇ ਉਦੋਂ ਬਾਅਦ ਜਿਹੜੇ ਟੋਟਕੇ ਉਹਨਾਂ ਨੇ ਹੁਣ ਤੱਕ ਵੱਖ-ਵੱਖ ਥਾਵਾਂ ਦੇ, ਕਿਉਂਕਿ ਪੂਰੇ ਦੇਸ਼ 'ਚ ਅਗਲਿਆਂ ਨੇ ਸਟਾਰ ਪ੍ਰਚਾਰਕ ਬਣਾ ਕੇ ਭੇਜਿਆ ਸੀ, ਉਹ ਜੜ ਤੇ ਕੋਕੇ ਉਹ ਹੁਣ ਪੁੱਟੇ ਤਾਂ ਜਾਣੇ ਨਹੀਂ। ਹੁਣ ਦੁਬਾਰਾ ਸਿੱਧੂ ਸਾਹਿਬ ਭਾਜਪਾ 'ਚ ਕਿਵੇਂ ਮਤਲਬ ਇਹ ਦੋਵੇਂ ਸਵਾਲ ਨੇ, ਪਰ ਫਿਰ ਵੀ ਉਹਨਾਂ ਨੇ ਇਹਨਾਂ ਦੋਵਾਂ ਪਾਰਟੀਆਂ ਦੇ ਨਾਂ ਨਾਲ ਉਹਨਾਂ ਦਾ ਨਾਂ ਜੋੜਿਆ, ਇਹਦਾ ਮਤਲਬ ਵੀ ਸਿਆਸਤ ਤੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਹੈਗੀ ਹੈ। ਮੈਨੂੰ ਤਾਂ ਸੰਧਾਲੀਆ ਸਾਹਿਬ ਗੱਲ ਹੀ ਹੋਰ ਜਾਪਦੀ ਆ, ਗੱਲ ਹੋਰ ਪਾਸੇ ਨੂੰ ਚਲੇ ਗਈ ਆ। ਪਤਾ ਕਿੱਥੇ ਚਲੇਗੀ? ਇੱਕ ਪਾਸੇ ਤਾਂ ਕਹੀ ਜਾਂਦੇ ਕਿ ਨਵਜੋਤ ਸਿੰਘ ਸਿੱਧੂ ਦਾ ਵਜੂਦ ਹੀ ਕੋਈ ਨਹੀਂ, ਕੈਪਟਨ ਸਾਹਿਬ ਕਹਿੰਦੇ ਕਿ ਦਰਵਾਜ਼ੇ ਬੰਦ ਨੇ। ਜਿਸ ਬੰਦੇ ਦੇ ਲਈ ਦਰਵਾਜ਼ੇ ਬੰਦ ਹੈ, 4-4 ਮੰਤਰੀਆਂ ਨੂੰ ਇਕੱਠੇ ਹੋ ਕੇ ਬੋਲਣ ਦੀ ਕੀ ਲੋੜ ਹੈ, ਪਹਿਲੀ ਗੱਲ। ਦੂਸਰੀ ਗੱਲ ਕਿ ਦੁੱਲੋ ਸਾਹਿਬ ਬਹੁਤ ਵਾਰੀ ਬਿਆਨ ਦੇ ਦਿੰਦੇ ਹੁੰਦੇ ਆ, ਕਈ ਹੋਰ ਵਿਧਾਇਕ ਵੀ ਕਹਿ ਦਿੰਦੇ ਹੁੰਦੇ ਕਿ ਸਾਡੀ ਸੁਣੀ ਨਹੀਂ ਜਾਂਦੀ, ਕਦੇ ਮੰਤਰੀ ਨਹੀਂ ਬੋਲਦੇ, ਕਦੇ ਨਹੀਂ ਬੋਲਦੇ। ਇਹਦਾ ਮਤਲਬ ਕੀ ਹੈ ਕਿ ਜੇ ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਫੁੱਟ ਪਾਉਣ ਨੂੰ ਫਿਰਦੇ ਆ, ਇਹਦਾ ਮਤਲਬ ਕਿ ਅੱਜ ਵੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ 2 ਸਾਲ ਹੋ ਗਏ ਘਰੇ ਬੈਠੇ ਨੂੰ, ਤੇ ਕੈਬਨਿਟ ਦੇ 4-4 ਨਹੀਂ 8-8 ਮੰਤਰੀ ਮੰਨਦੇ ਆ ਕਿ ਨਵਜੋਤ ਸਿੰਘ ਸਿੱਧੂ ਇੰਨੇ ਜੋਗਾ ਹੈਗਾ ਕਿ ਕਾਂਗਰਸ ਪਾਰਟੀ 'ਚ ਫੁੱਟ ਪਾ ਦੂਗਾ। ਇੱਕ ਵੈਸੇ ਸਵਾਲ ਆ ਕਿ ਜੇ 8-8 ਮੰਤਰੀਆਂ ਨੂੰ 50% ਪੰਜਾਬ ਦੀ ਕੈਬਨਿਟ ਨੂੰ ਲੱਗਦਾ ਕਿ ਇੱਕ ਬੰਦਾ ਘਰੇ ਬੈਠਾ ਸਿਰਫ ਉਹ ਕੰਪਿਊਟਰ ਦੇ ਜਾਂ ਮੋਬਾਈਲ ਦੇ ਉੱਤੇ ਕੁਝ ਟਾਈਪ ਕਰਦਾ ਤੇ ਉਹਦੇ ਨਾਲ ਕਾਂਗਰਸ ਪਾਰਟੀ 'ਚ ਫੁੱਟ ਪੈ ਜੂ। ਦੂਸਰੀ ਗੱਲ, ਉਹਨਾਂ ਨੇ ਕਿਹਾ ਕਿ ਆਪ ਜਾਂ ਭਾਜਪਾ ਦੇ ਨਾਲ ਗੰਢ ਸੰਢ ਹੈ ਉਹਨਾਂ ਦੀ, ਭਾਜਪਾ ਵਾਲੇ ਤਾਂ ਕਹਿੰਦੇ ਇਕੱਲੇ ਹੀ ਸਰਕਾਰ ਬਣਾਉਣੀ, ਆਪ ਵਾਲੇ ਕਹਿੰਦੇ ਸਾਡੀ ਸਰਕਾਰ ਬਣ ਜਾਣੀ ਹੈ। ਇਹਦਾ ਮਤਲਬ ਹੈ ਕਿ ਕੀ ਇਹ ਮੰਤਰੀ ਮਾਨਤਾ ਦਿੰਦੇ ਆ ਕਿ ਭਾਈ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਤੌਰ ਤੇ ਕੀਮਤ ਹੈ, ਤਾਂ ਹੀ ਅਗਲੇ ਗੰਢ ਸੰਢ ਰੱਖਣਗੇ ਉਹਦੇ ਨਾਲ। ਨਹੀਂ ਤਾਂ ਜਿਹੜੇ ਅੱਜ ਤੱਕ ਕਿੰਨੇ ਕੁ ਬੰਦੇ ਆ ਜਿਹੜੇ ਬਾਕੀ ਕਿਸੇ ਲੀਡਰ ਦੇ ਕੋਲੇ ਬਾਕੀ ਪਾਰਟੀਆਂ ਵਾਲੇ ਜਾਂਦੇ ਕਿ ਆ ਜਾਓ, ਇਹਦਾ ਮਤਲਬ ਹੈ ਕਿ ਉਹ ਖੁਦ ਇਸ ਗੱਲ ਦੇ ਉੱਤੇ ਸਟੈਂਪ ਲਾਉਂਦੇ ਆ ਕਿ ਨਵਜੋਤ ਸਿੰਘ ਸਿੱਧੂ ਇੰਨੇ ਜੋਗਾ ਹੈਗਾ ਕਿ ਸਾਡੀ ਪਾਰਟੀ ਤੋੜ ਸਕਦਾ, ਨਵਜੋਤ ਸਿੰਘ ਸਿੱਧੂ ਇੰਨੇ ਜੋਗਾ ਹੈਗਾ ਕਿ ਭਾਈ ਉਹਨੂੰ ਬਾਕੀ ਪਾਰਟੀਆਂ ਵਾਲੇ ਕਹਿੰਦੇ ਆ ਕਿ ਭਾਈ ਸਾਡੇ ਪਾਸੇ ਆ ਕੇ ਤਾਂ ਪ੍ਰਧਾਨਗੀ ਦੀ ਕੁਰਸੀ ਸਾਂਭ ਲਾ। ਤੇ ਸਭ ਤੋਂ ਵੱਡੀ ਗੱਲ, ਹਾਈ ਕਮਾਂਡ ਨੂੰ ਹੀ ਕਿਉਂ ਕਹਿੰਦੇ ਆ, ਜਾਖੜ ਸਾਹਿਬ ਨੂੰ ਕਹਿਣ ਤਾਂ ਕਿਉਂਕਿ ਉਹ ਨੇ ਕਾਂਗਰਸ ਦੇ ਪ੍ਰਧਾਨ ਸਿੱਧੇ ਹਾਈ ਕਮਾਂਡ ਨੂੰ ਕਹਿੰਦੇ ਆ। ਇੱਕ ਚੀਜ਼ ਹੋਰ ਵਾਟ ਸਾਹਿਬ ਇਹਦੇ 'ਚ ਨੋਟ ਕਰਨ ਵਾਲੀ ਹੈ, ਦੇਖੋ ਜਦੋਂ ਸ਼ਬਦ ਵਰਤਿਆ ਜਾਂਦਾ ਨਾ ਵੀ ਉਹ ਸਾਡੇ 'ਚ ਪਾਟਕ ਪਾਉਂਦੇ ਆ, ਸਾਨੂੰ ਪਾੜਦੇ ਆ,
ਹੁਣ ਇਹ ਤੇ ਨਹੀਂ ਵੀ ਕਾਂਗਰਸ ਪਾਰਟੀ ਕੋਲ ਲੱਕੜ ਦਾ ਮੋਸ਼ਾ ਵੀ ਸਿੱਧੂ ਸਾਹਿਬ ਕੋਲੇ ਕੁਹਾੜਾ ਤੇ ਉਹ ਪਾੜ ਕੇ ਦੋਹੀਂ ਥਾਈਂ ਕਰ ਦੇਣਗੇ। ਇਹ ਤਾਂ ਮਤਲਬ ਇਹ ਹੋਗਾ ਕਿ ਵਿਚਾਰਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਆਪਸੀ ਬਹਿਸ ਹੋ ਸਕਦੀ ਹੈ ਵੀ ਤੁਹਾਡੇ ਵਿਚਾਰ ਮੇਰੇ ਨਾਲ ਨਹੀਂ ਮਿਲਦੇ, ਮੇਰੇ ਤੁਹਾਡੇ ਨਾਲ ਨਹੀਂ ਮਿਲਦੇ, ਵਿਰੋਧ ਹੈ ਇੱਕ ਦੂਸਰੇ ਦੇ ਨਾਲ ਵਿਚਾਰਾਂ ਦਾ। ਉਹ ਇੱਕ ਤਰ੍ਹਾਂ ਦੇ ਵਿਚਾਰਾਂ ਨੂੰ ਸਪੋਰਟ ਕਰਦੇ ਆ ਤਾਂ ਮਤਲਬ ਕੁਝ ਬੰਦੇ ਐਸੇ ਇਹਨਾਂ ਨੂੰ ਵੀ ਨਜ਼ਰ ਆਉਂਦੇ ਹੋਣਗੇ ਜਿਹੜੇ ਲੱਗਦਾ ਹੈ ਵੀ ਯਾਰ ਅੱਜ ਨਹੀਂ ਕੱਲ੍ਹ ਸਿੱਧੂ ਸਾਹਿਬ ਦੇ ਵਿਚਾਰਾਂ ਨੂੰ ਸਪੋਰਟ ਕਰ ਸਕਦੇ ਆ। ਪਾਠਕ ਤੇ ਤਾਂ ਹੀ ਪਊਗਾ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਇਸ ਚਿੱਠੀ ਦੇ ਨਾਲ ਇਕੱਲੀ ਇੱਕ ਬੰਦੇ ਵਾਲੇ ਪਾਸੇ ਗੱਲ ਨਹੀਂ ਗਈ। ਇਸ ਚਿੱਠੀ ਦੇ ਨਾਲ ਇਹ ਵੀ ਲਗਭਗ ਕਲੀਅਰ ਹੋ ਗਿਆ ਵੀ ਬਹੁਤ ਸਾਰੇ ਬੰਦੇ ਨੇ ਜਿਹੜੇ ਕਿ ਕਾਂਗਰਸ ਪਾਰਟੀ 'ਚ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹੋ। ਸੰਧਾਲੀਆ ਸਾਹਿਬ ਮੈਂ ਤਾਂ ਹੋਰ ਕਹਿਣਾ ਮੈਂ ਨਾ ਇਹ ਸਾਰੇ ਮੰਤਰੀ ਠੀਕ ਆਖਦੇ ਹੋਣੇ ਆ, ਲੋਕਾਂ ਨੇ ਵੋਟਾਂ ਪਾਈਆਂ ਮੁੜ ਕੇ ਮੰਤਰੀ ਬਣੇ, ਕੋਈ ਮਾੜੀ ਮੋਟੀ ਗੱਲ ਥੋੜੀ ਹੈ। ਠੀਕ ਆਖਦੇ ਹੋਣੇ ਨਵਜੋਤ ਸਿੰਘ ਸਿੱਧੂ ਨੇ ਗਲਤੀਆਂ ਕੀਤੀਆਂ ਹੋਣੀਆਂ ਆ, ਆਪਾਂ ਇਹਨਾਂ ਦੀ ਗੱਲ ਨੂੰ ਗਲਤ ਨਹੀਂ ਕਹਿੰਦੇ, ਪਰ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਤੋੜਦਾ ਹੈ ਇਹ ਦਾਅਵਾ ਕੀਤਾ ਨਾ। ਨਵਜੋਤ ਸਿੰਘ ਸਿੱਧੂ ਨੇ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਮਾੜੀ ਹੈ। ਜੇ ਟਵੀਟ ਸਾਰੇ ਦੇਖੀਏ ਮਸਲਾ ਕਿੱਥੇ ਖੜਾ ਹੈ ਕਿ ਇਹ ਕਲੀਅਰ ਕਰਨਾ ਚਾਹੀਦਾ ਸਾਡੇ ਮੰਤਰੀ ਮੰਡਲ ਦੇ ਮਾਨਯੋਗ ਜਿਹੜੇ ਇਸ ਵੇਲੇ ਦੇ ਪ੍ਰਤੀਨਿਧ ਨੇ, ਮੰਤਰੀ ਮੰਡਲ ਨੂੰ ਚਲਾਉਣ ਵਾਲੇ ਨੇ, ਕਿ ਜੇ ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਗ੍ਰਹਿ ਮੰਤਰਾਲੇ ਨੂੰ ਆਹ ਕੰਮ ਇਸ ਤਰੀਕੇ ਕਰਨਾ ਚਾਹੀਦਾ ਸੀ, ਮੈਨੂੰ ਲੱਗਦਾ ਕਿ ਨਹੀਂ ਕੀਤਾ। ਕੀ ਇਹ ਮੰਤਰੀ ਕਹਿੰਦੇ ਨੇ ਕਿ ਨਹੀਂ ਗ੍ਰਹਿ ਮੰਤਰਾਲੇ 'ਚੋਂ ਠੀਕ ਕੰਮ ਹੋਇਆ? ਕੀ ਇਹ ਸੂਬੇ ਦੀ ਕਾਨੂੰਨੀ ਟੀਮ ਦੇ ਨਾਲ ਸਹਿਮਤ ਨੇ? ਕੀ ਜੋ ਹਾਈ ਕੋਰਟ ਤੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲੀ ਰਿਪੋਰਟ ਰੱਦ ਹੋਈ ਹੈ, SIT ਤੋਂ ਬਾਹਰ ਹੋਏ ਨੇ, ਕੀ ਲੱਗਦਾ ਹੈ ਕਿ ਇਹਨਾਂ ਨੂੰ ਸਾਰਾ ਕੁਝ ਠੀਕ ਚੱਲਦਾ? ਮਸਲਾ ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਕਰਦਾ, ਮਸਲਾ ਇਹ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਨੁਕਤੇ ਚੁੱਕੇ ਆ, ਮੰਨ ਲਓ ਜਸਵਿੰਦਰ ਸਿੰਘ ਤੇ ਉਹਦੇ ਭਰਾ ਦੀ ਗੱਲ ਕੀਤੀ ਸੀ, ਕੱਲ ਹੀ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ ਆ ਕਿ ਆਪਾਂ ਇਹਨਾਂ ਮੁੰਡਿਆਂ ਨੂੰ ਇਨਸਾਫ ਨਹੀਂ ਦੇ ਸਕੇ। ਕੀ ਇਨਸਾਫ ਦੇ ਸਕੇ ਆ? ਜੇ ਉਹ ਬੰਦਾ ਕਹਿੰਦਾ ਹੈ ਕਿ ਰੇਤਾ ਬਜਰੀ ਦੀ ਕੀਮਤ ਨਹੀਂ ਘਟੀ, ਜਾਂ ਸ਼ਰਾਬ ਮਾਫੀਆ ਕੰਮ ਉਸੇ ਤਰੀਕੇ ਕਰਦਾ, ਜਾਂ ਅਸੀਂ ਇਸ ਮੁੱਦੇ ਦੇ ਉੱਤੇ ਫੇਲ ਸਾਬਿਤ ਹੋਏ ਆ, ਜਾਂ ਤਾਂ ਕਹਿ ਦੋ ਕਿ ਨਵਜੋਤ ਸਿੰਘ ਸਿੱਧੂ ਗਲਤ ਹੈ, ਅਸੀਂ ਠੀਕ ਕਹਿੰਦੇ ਆ ਨਵਜੋਤ ਸਿੰਘ ਸਿੱਧੂ ਗਲਤ, ਫਿਰ ਸਮਝ ਆਉਂਦੀ ਹੈ ਕਿ ਭਾਈ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਮੁੱਦਿਆਂ ਤੋਂ ਉਲਟ ਖੜੇ ਹੋ। ਪਰ ਕੱਲਾ ਇਹ ਕਹਿਣਾ ਕਿ ਪਾਰਟੀ ਨੂੰ ਤੋੜਨਾ ਚਾਹੁੰਦਾ, ਪਾਰਟੀ ਨੂੰ ਲੋਕਾਂ ਦਾ ਇਨਸਾਫ ਕਿੱਥੇ ਹੈ? ਲੋਕਾਂ ਦਾ ਇਨਸਾਫ ਉੱਥੇ ਹੈ ਜਿੱਥੇ ਆਮ ਪੰਜਾਬੀਆਂ ਦਾ ਹੁੰਦਾ। ਅੱਛਾ, ਆਮ ਤੌਰ ਤੇ ਲੜਾਈ ਨਹੀਂ ਤੁਹਾਨੂੰ ਪਤਾ ਹੁੰਦੀ ਵੀ ਜੇ ਇੱਕ ਧਿਰ ਬਹਿਸ ਕਰੇ, ਦੂਜੀ ਉਧਰੋਂ ਕਰੇ, ਇਧਰੋਂ ਫਿਰ ਬਹਿਸ ਹੋਵੇ, ਤੇ ਬਹਿਸ ਬਸਈਏ 'ਚ ਇੱਕ ਗੱਲ ਇੱਥੇ ਆ ਕੇ ਨਿਬੜੇ, ਤੂੰ ਫਿਰ ਆ ਕੇ ਵੇਖ ਲਾ ਜਾ। ਇਹੋ ਗੱਲ ਚਿੱਠੀ 'ਚ ਤੇ ਇਹਨਾਂ ਕਹੀ ਹੈ ਨਾ ਵੀ ਸਿੱਧੂ ਸਾਹਿਬ ਨੂੰ ਐਂ ਲੱਗਦਾ ਫਿਰ ਦੇਣ ਅਸਤੀਫਾ ਤੇ ਕੈਪਟਨ ਸਾਹਿਬ ਦੇ ਬਰਾਬਰ ਆ ਕੇ ਇਲੈਕਸ਼ਨ ਲੜਨ। ਹੁਣ ਜਿਹੜੀ ਗੱਲ ਕੈਪਟਨ ਸਾਹਿਬ ਨੇ ਕਹੀ ਸੀ ਉਹ ਗੱਲ ਮੰਤਰੀ ਸਾਹਿਬਾਨ ਕਹਿ ਰਹੇ ਆ। ਇਹਦਾ ਮਤਲਬ ਫਿਰ ਪੰਜਾਬੀਆਂ ਵਾਲੀ ਗੱਲ ਤੇ ਉਹੀ ਹੋ ਗਈ ਨਾ ਵੀ ਆ ਜਾ ਫਿਰ ਆ ਕੇ ਵੇਖ ਲਾ। ਇਹਦਾ ਮਤਲਬ ਵੀ ਵਿਚਾਰਾਂ ਦੀ ਗੱਲ ਕੋਈ ਨਹੀਂ ਕਰਨੀ, ਆ ਜਾ ਫਿਰ ਟਾਈਮ ਪਾ ਲਾ, ਥਾਂ ਤੇਰਾ ਟਾਈਮ ਤੇਰਾ, ਹਨਾ ਇਦਾਂ ਦਾ ਕੁਝ ਹੁੰਦਾ। ਮਤਲਬ ਜੇ ਹੁਣ ਇਹ ਆਪਣੇ ਇਸ ਲੈਵਲ ਦੇ ਲੋਕ ਵੀ ਕੁੱਲ ਮਿਲਾ ਕੇ ਗੱਲ ਇਹੋ ਹੀ ਨਿਕਲਣ ਡਈ ਹੈ ਵਿੱਚੋਂ ਵੀ ਆ ਜਾ ਫਿਰ ਟਾਈਮ ਪਾ ਲਾ, ਫਿਰ ਇਹਦਾ ਮਤਲਬ ਇਹ ਹੋ ਗਿਆ ਵੀ ਨੁਕਤੇ ਦੀ ਗੱਲ, ਮੁੱਦੇ ਦੀ ਗੱਲ, ਕਿਸੇ ਤਰ੍ਹਾਂ ਦੀ ਉਦਾਹਰਨ ਦੇ ਕੇ ਗੱਲ, ਉਹ ਸਾਰਾ ਕੁਝ ਪਾਸੇ ਰਹਿ ਗਿਆ ਤੇ ਬਸ ਇਹੋ ਰਹਿ ਗਿਆ ਵੀ ਟਾਈਮ ਪਾਲਾ ਬਸ ਟਾਈਮ ਪਾਲਾ। ਫਿਰ ਸੰਧਾਲੀ ਸਾਹਿਬ ਮੈਂ ਹੋਰ ਕਹਿਣਾ, ਮੈਂ ਕਹਿੰਦਾ ਕਿ ਠੀਕ ਹੈ 4 ਮੰਤਰੀ ਨੇ, ਉਹਨਾਂ ਦੇ ਕੋਲੇ ਵਿਭਾਗ ਨੇ, ਪੰਜਾਬ ਦੀ ਹਾਲਤ ਉਹਨਾਂ ਦੇ ਸਾਹਮਣੇ ਆ। ਠੀਕ ਹੈ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ ਦੇ ਇੱਕ ਹਲਕੇ ਤੋਂ ਚੋਣ ਲੜਨ ਦੇ ਨਾਲ ਪੰਜਾਬ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਨਾ, ਸਿੰਗਲਾ ਸਾਹਿਬ ਐਜੂਕੇਸ਼ਨ ਮਿਨਿਸਟਰ ਨੇ, ਜੇ ਤਾਂ ਪੰਜਾਬ ਦੇ ਸਕੂਲ ਵਧੀਆ ਬਣਦੇ ਆ, ਇਹਨਾਂ ਦੋਨਾਂ ਦੇ ਇਲੈਕਸ਼ਨ ਲੜਨਾ ਤਾਂ ਅਸੀਂ ਵੀ ਰੋਜ਼ ਰੌਲਾ ਪਾਵਾਂਗੇ ਇਲੈਕਸ਼ਨ ਲੜੋ ਯਾਰ। ਜੇ ਆਸ਼ੂ ਸਾਹਿਬ ਦਾ ਜਿਹੜਾ ਉਹ ਸਾਰਾ ਵਿਭਾਗ ਹੈ ਜਿੱਥੇ ਉਹ ਟਰੱਕਾਂ ਦੀ ਵੀ ਗੱਲ ਚੱਲਦੀ, ਕਈ ਕੁਛ ਗੱਲ ਚੱਲਦੀ ਹੈ, ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈ, ਜੇ ਤਾਂ ਉਹਦੀਆਂ ਕਮਜ਼ੋਰੀਆਂ ਦੂਰ ਹੁੰਦੀਆਂ ਤਾਂ ਲੜ ਲੈਣੀ ਚਾਹੀਦੀਆਂ। ਵੈਸੇ ਜੇ ਵੱਡੇ ਮੁਕਾਬਲਿਆਂ ਦੇ ਨਾਲ ਸੰਧਾਲੀਆ ਸਾਹਿਬ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਹੋਣੀਆਂ ਨਾ, ਤਾਂ ਫਿਰ ਸ਼ਾਇਦ ਜਦੋਂ ਜੇਤਲੀ ਸਾਹਿਬ ਦੇ ਖਿਲਾਫ ਕਪਤਾਨ ਸਾਹਿਬ ਨੇ ਚੋਣ ਲੜੀ ਸੀ ਉਦੋਂ ਹੱਲ ਹੋ ਜਾਣੀਆਂ ਸੀ, ਜਾਂ ਜਦੋਂ ਲੰਬੀਓਂ ਜਰਨੈਲ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਲੜੀ, ਸ਼ਾਇਦ ਉਦੋਂ ਮਸਲਾ ਹੱਲ ਹੋ ਜਾਂਦਾ, ਜਾਂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਕੈਪਟਨ ਜਿਹੜੇ ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਤੇ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਇਲੈਕਸ਼ਨ ਲੜੀ, ਸ਼ਾਇਦ ਉਦੋਂ ਮਸਲਾ ਹੱਲ ਹੋ ਜਾਂਦਾ। ਇੱਕ ਛੋਟੀ ਜਿਹੀ ਗੱਲ ਹੈ, ਆਜੋ ਲੰਬੀਓਂ ਜਦੋਂ ਕੈਪਟਨ ਸਾਹਿਬ ਤੇ ਵੱਡੇ ਬਾਦਲ ਸਾਹਿਬ ਇਲੈਕਸ਼ਨ ਲੜੇ ਆ ਆਮੋ ਸਾਹਮਣੇ, ਉੱਥੋਂ ਕੈਪਟਨ ਸਾਹਿਬ ਹਾਰ ਗਏ। ਇਹਦਾ ਮਤਲਬ ਵੱਡੇ ਬਾਦਲ ਸਾਹਿਬ ਵੱਡੇ ਲੀਡਰ ਹੋਏ ਕੈਪਟਨ ਸਾਹਿਬ ਤੋਂ। ਗੱਲ ਤਾਂ ਜੇ ਇਹਨਾਂ ਦੀ ਇਸੇ ਨੀਤੀ ਦੇ ਹਿਸਾਬ ਨਾਲ ਹੀ ਲੀਡਰ ਵੱਡਾ ਨਿੱਕਾ ਪਛਾਣਿਆ ਜਾਂਦਾ ਤੇ ਫਿਰ ਉੱਥੋਂ ਤਾਂ ਕੈਪਟਨ ਸਾਹਿਬ ਹਾਰ ਗਏ ਸੀ। ਇਹਦਾ ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੇ ਲੀਡਰ ਨੇ। ਕਲੀਅਰ ਹੋ ਗਈ ਗੱਲ? ਨਹੀਂ, ਇਹ ਤਾਂ ਆਪਣੇ ਆਪ ਦੇ ਵਿੱਚ ਲੋਕਾਂ ਨੇ ਕਲੀਅਰ ਕੀਤੀ ਹੈ। ਤੇ ਦੂਸਰੀ ਗੱਲ ਮੈਂ ਹੋਰ ਦੱਸ ਦੇਣਾ ਤੁਹਾਨੂੰ, ਰਵਨੀਤ ਸਿੰਘ ਬਿੱਟੂ ਇੱਕ ਗੱਲਬਾਤ ਦੇ ਵਿੱਚ ਕਹਿੰਦੇ ਆ, ਕਿਉਂਕਿ ਪੱਤਰਕਾਰਾਂ ਦਾ ਕੰਮ ਹੁੰਦਾ ਕਿ ਕਲੀਅਰ ਦੱਸੋ ਯਾਰ ਤੁਸੀਂ ਕਿੱਥੇ ਖੜੇ ਹੋ। ਉਹਨਾਂ ਨੇ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਜਵਾਬ ਪਤਾ ਕੀ ਦਿੱਤਾ, ਉਹ ਕਹਿੰਦੇ ਜੀ ਦੇਖੋ ਸਾਰੇ MLA ਸਾਹਿਬ ਕੈਪਟਨ ਸਾਹਿਬ ਨੂੰ ਜਾ ਕੇ ਪੁੱਛਦੇ, ਅਸੀਂ ਵੀ ਪੁੱਛਦੇ ਹਾਂ ਕਿ ਭਾਈ ਆ ਬੇਅਦਬੀ ਵਾਲੇ ਮੁੱਦੇ ਤੇ ਹੋਇਆ ਕੀ। ਮੈਂ ਕਹਿੰਦੇ ਇਹ ਨਹੀਂ ਬਿਲਕੁਲ ਚਾਹੁੰਦਾ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਨ, ਨਾ ਇਹ ਮੁੱਖ ਮੰਤਰੀ ਬਣਨ, ਪੁਰਾਣੇ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਪਰ ਉਹ ਕਹਿੰਦੇ ਕਿ ਜਾਂ ਤਾਂ ਕਪਤਾਨ ਸਾਹਿਬ ਲੋਕਾਂ ਦੇ ਸਾਹਮਣੇ ਆਪ ਆ ਕੇ ਕਹਿ ਦੇਣ ਕਿ ਬਾਦਲ ਪਰਿਵਾਰ ਬਿਲਕੁਲ ਠੀਕ ਹੈ, ਨਿਰਦੋਸ਼ ਹੈ, ਉਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ ਉਸ ਮਸਲੇ 'ਚ, ਸਾਨੂੰ ਕਹਿੰਦੇ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇ। ਹੁਣ ਇੱਕ ਪਾਸੇ ਕਹਿੰਦੇ ਜਾਂਚ ਵੀ ਕਿਸੇ ਪਾਸੇ ਨਹੀਂ ਲੱਗਦੀ,
ਨਾ ਕੈਪਟਨ ਸਾਹਿਬ ਸਾਹਮਣੇ ਆ ਕੇ ਕੁਝ ਕਹਿੰਦੇ ਆ ਤੇ ਲੋਕਾਂ ਨੂੰ ਜਵਾਬ ਦੇਣੇ ਔਖੇ ਹੋਏ ਆ। ਦੂਸਰੀ ਗੱਲ, ਉਹਨਾਂ ਨੇ ਇੱਕ ਹੋਰ ਨੁਕਤਾ ਚੱਕ ਲਿਆ। ਉਹ ਕਹਿੰਦੇ ਅਸੀਂ ਲੋਕਾਂ ਨੂੰ ਜਵਾਬ ਦੇ ਆ। ਹਰਪ੍ਰੀਤ ਸਿੰਘ ਸਿੱਧੂ ਨੂੰ STF ਦਾ ਮੁਖੀ ਬਣਾਇਆ ਸੀ, ਸਪੈਸ਼ਲ ਟਾਸਕ ਫੋਰਸ ਦਾ, ਨਸ਼ਿਆਂ ਦੇ ਖਿਲਾਫ। ਉਹਨਾਂ ਦੀ ਰਿਪੋਰਟ ਕਹਿੰਦੇ ਲੋਕਾਂ ਨੇ ਸਾਨੂੰ ਪੁੱਛਣੀ ਹੈ, ਜਨਤਕ ਕਿਉਂ ਨਹੀਂ ਹੋਈ? ਨਸ਼ੇ ਕੌਣ ਵੇਚਦਾ ਸੀ ਤੇ ਕੌਣ ਵਿਕਵਾਉਂਦਾ ਸੀ? ਨਰਵਨੀਤ ਬਿੱਟੂ ਦੇ ਨਾਲ ਕਿਸੇ ਦੀ ਸਿਆਸੀ ਸਹਿਮਤੀ ਵੀ ਹੋ ਸਕਦੀ ਹੈ, ਸਹਿਮਤੀ ਵੀ, ਬਹੁਤ ਕੁਝ ਹੁੰਦਾ ਰਿਹਾ, ਪਰ ਆਹ ਜਿਹੜੇ ਦੋ ਨੁਕਤੇ ਉਹਨਾਂ ਨੇ ਚੁੱਕੇ ਆ, ਹੁਣ ਕੀ ਬਾਕੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਵੀ ਬੋਲਣਗੇ? ਜਿਹੜੇ ਮੰਤਰੀ ਇਸ ਵੇਲੇ ਸਿੱਧੂ ਸਾਹਿਬ ਦੇ ਖਿਲਾਫ ਬੋਲਦੇ ਆ, ਕੀ STF ਦੀ ਉਹ ਰਿਪੋਰਟ, ਕਿਉਂਕਿ ਹਾਈ ਕੋਰਟ ਦੇ ਵਿੱਚ ਜਾਂਦੀਆਂ ਸੀ, ਉਹ ਰਿਪੋਰਟਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਭਾਈ ਉਹ ਸੀਲਬੰਦ ਨੇ, ਉਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਹੋ ਸਕਦੇ ਆ, ਨਾ ਹੈਗੇ ਆ ਕਿ ਨਹੀਂ ਸਾਨੂੰ ਨਹੀਂ ਪਤਾ। ਪਰ ਜਿਹੜੀ STF ਦੀ ਰਿਪੋਰਟ ਦਾ ਹੁਣ ਨਵਾਂ ਚੱਕਰ ਪਾ ਲਿਆ ਤੇ ਵੀ ਕਹਤਾ ਕਪਤਾਨ ਸਾਹਿਬ ਆਪ ਹੀ ਕਲੀਅਰ ਕਰ ਦੇਣ, ਨਹੀਂ ਤਾਂ ਲੋਕਾਂ ਨੇ ਸਾਨੂੰ ਪੁੱਛਣਾ ਹੈ, ਕਿਉਂਕਿ ਉਹਨਾਂ ਨੂੰ ਵੀਡੀਓ ਦਿਖਾਈ ਗਈ ਸੀ ਕਿ ਭਾਈ ਆ ਦੇਖੋ, ਆ ਵੀਡੀਓ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਸੀ ਫਲਾਨਾ ਫਲਾਨਾ ਬੰਦਾ ਚੱਕ ਕੇ ਅੰਦਰ ਦੇਣਾ ਹੈ, ਹੁਣ ਕਿੱਥੇ ਆ? ਉਹ ਕਹਿੰਦੇ ਸੀ ਆਪ ਹੀ ਦੱਸਣਾ, ਭਾਈ ਅਸੀਂ ਕੀ ਦਸੀਏ? ਦੇਖੋ, ਇਹ ਜਿਹੜੀ ਚੀਜ਼ ਕਹੀ ਜਾ ਰਹੀ ਹੈ ਵੀ ਸਿੱਧੂ ਸਾਹਿਬ ਸਾਡੇ ਖਿਲਾਰਾ ਪਾਉਂਦੇ ਆ, ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਇਕੱਲੇ ਸਿੱਧੂ ਸਾਹਿਬ ਨਹੀਂ ਪਾਉਂਦੇ, ਖਿਲਾਰਾ ਆਪ ਹੀ ਪਿਆ। ਉਹ ਹੁਣ ਬੰਦਾ ਲੱਭਦੇ ਵੀ ਕਿਹਦੇ ਨਾਂ ਦੇ ਲਾਈਏ ਖਿਲਾਰਾ। ਹੁਣ ਦੁੱਲੋ ਸਾਹਿਬ ਦੀ ਤੁਸੀਂ ਗੱਲ ਮਾੜੀ ਜਿਹੀ ਕੀਤੀ ਸੀ, ਦੁੱਲੋ ਸਾਹਿਬ ਨੂੰ ਤੇ ਇਤਰਾਜ਼ ਇਸ ਚੀਜ਼ ਤੇ ਹੋਇਆ ਹੀ ਹੈ ਵੀ ਚਰਨਜੀਤ ਚੰਨੀ ਉਹਨਾਂ ਨੂੰ ਕੀ ਅਧਿਕਾਰ ਆ ਭਾਈ ਸਾਹਿਬ ਉਹ ਬੰਦਿਆਂ ਦੀਆਂ ਮੀਟਿੰਗਾਂ ਕਰੀ ਜਾਂਦਾ। ਉਹ ਕਹਿੰਦੇ ਵੀ ਜਦੋਂ ਸਾਰਾ ਕੁਝ ਪਹਿਲਾਂ ਕਲੀਅਰ ਹੋਇਆ ਸੀ, ਕੀ ਦਲਿਤਾਂ ਦੇ ਨਾਲ ਹੋਏ ਸਾਰੇ ਵਾਅਦੇ ਸੀ ਜਿਹੜੇ ਕੀਤੇ ਸੀ ਸਰਕਾਰ ਨੇ, ਉਦੋਂ ਪੂਰੇ ਹੋ ਗਏ? ਜੇ ਉਦੋਂ ਕਦੀ ਪੂਰੇ ਨਹੀਂ ਹੋਏ ਤੇ ਐਸ ਖਾਸ ਮੌਕੇ ਤੇ ਜਦੋਂ ਪਤਾ ਲੱਗ ਰਿਹਾ ਵੀ ਸ਼ਾਇਦ ਕੋਈ ਕੁਰਸੀ ਵੱਡੀ ਮਿਲ ਸਕਦੀ ਏ, ਉਦੋਂ ਸ਼ਕਤੀ ਪ੍ਰਦਰਸ਼ਨ ਵਾਲੀਆਂ ਮੀਟਿੰਗਾਂ ਕਰ ਰਹੇ ਨੇ, ਇੱਥੇ ਮੈਨੂੰ ਇਤਰਾਜ਼ ਹੈ। ਵੀਰ ਜੀ ਗੱਲ ਹੋ ਰਿਹਾ ਨਹੀਂ, ਦੁੱਲੋ ਸਾਹਿਬ ਨੂੰ ਇਤਰਾਜ਼ ਹੈ, ਮੈਨੂੰ ਇਤਰਾਜ਼ ਮੈਂ ਦੱਸਣ ਲੱਗਾ, ਦੁੱਲੋ ਸਾਹਿਬ ਨੂੰ ਅਸਲ 'ਚ ਇਹ ਇਤਰਾਜ਼ ਨਹੀਂ ਹੋਣਾ ਕਿ ਦੇਰ ਨਾਲ ਮੀਟਿੰਗਾਂ ਕੀਤੀਆਂ ਕਿ ਸਵੇਰ ਨਾਲ ਮੀਟਿੰਗਾਂ ਕੀਤੀਆਂ ਜਾਂ ਕਿਹਨੇ ਕੀਤੀਆਂ। ਅਸਲ 'ਚ ਸ਼ਮਸ਼ੇਰ ਸਿੰਘ ਦੁੱਲੋ ਸਾਹਿਬ ਨੇ ਕਈ ਵਾਰੀ ਕਿਹਾ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਹੋਣਾ ਚਾਹੀਦਾ, ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡਾ ਉਸ ਭਾਈਚਾਰੇ ਦਾ ਲੀਡਰ ਮੰਨਦੇ ਆ। ਹੁਣ ਜਦੋਂ ਆਪਾਂ ਕੱਲ ਵੀ ਗੱਲ ਕੀਤੀ ਸੀ, ਕਈ ਵਾਰੀ ਦੋਹਾਂ ਦੇ ਲੜਾਈਆਂ ਦੇ ਵਿੱਚ ਤੀਸਰੇ ਦਾ ਨੰਬਰ ਲੱਗ ਜਾਂਦਾ ਹੁੰਦਾ, ਤੇ ਫਿਰ ਉਹ ਸੋਚਦੇ ਹੁਣ ਯਾਰ ਰੌਲਾ ਮੈਂ ਪਾਉਂਦਾ ਰਹਿ ਗਿਆ, ਮੀਟਿੰਗਾਂ ਚਰਨਜੀਤ ਨੂੰ ਚੰਨੀ ਕਰੀ ਜਾਂਦਾ, 10-12 MLA ਉੱਥੇ ਆ ਗਏ, 20-30 ਦੇ ਨਾਲ ਕਹਿੰਦੇ ਟੈਲੀਫੋਨ ਤੇ ਗੱਲ ਕਰ ਲਈ, ਕਿਤੇ ਉਹੀ ਗੱਲ ਨਾ ਹੋਵੇ ਕਿ ਆਧਾਰ ਆਪਾਂ ਬਣਾਉਂਦੇ ਰਹੇ, ਲੋਹਾ ਆਪਾਂ ਗਰਮ ਕਰਦੇ ਰਹੇ, ਬਦਾਨ ਚੱਕ ਕੇ ਠਾਹ ਦੇਣੀ ਸੱਟ ਕੇ ਤੇ ਚਰਨਜੀਤ ਨੂੰ ਚੰਨੀ ਚਮਕੌਰ ਸਾਹਿਬ ਵਾਲਾ ਮਾਰ ਜਾਏ। ਹਾਂ, ਤੇ ਬਾਅਦ ਦੇ ਵਿੱਚ ਮਤਲਬ ਇਹਨਾਂ ਦੇ ਸੁਪਨਿਆਂ ਦੇ ਵਿੱਚ ਅਡਵਾਨੀ ਸਾਹਿਬ ਆਉਂਦੇ ਹੋਣ ਮਾਰਗਦਰਸ਼ਕ ਮੰਡਲ। ਅੱਛਾ, ਆਪਾਂ ਗੱਲ ਭੁੱਲ ਨਾ ਜਾਈਏ ਕਰਨੀ, ਮੈਂ ਇੱਥੇ ਧਿਆਨ ਕਰ ਰਿਹਾ ਸੀ, ਉਹ ਇਹ ਹੈ ਕਿ ਵੀ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਕੀਤੀ ਗਈ ਹੈ ਆਪਣਾ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ। ਕਹਿੰਦੇ ਵੀ ਕੈਪਟਨ ਸਾਹਿਬ ਬੁਲਾਓ ਮਹਾਰਾਜ, ਉੱਤੇ ਵਿਚਾਰ ਗੋਸ਼ਟੀ ਕਰਨੀ। ਨਾਲ ਉਹ ਜਿਹੜੀ ਚਰਚਾ, ਉਹ ਦੇਖੋ ਉਸ ਦਿਨ ਦੀ ਗੱਲ ਚੱਲੀ, ਫਿਰ ਕੇਜਰੀਵਾਲ ਸਾਹਿਬ ਨੇ ਚੁੱਕੀ, ਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਹਿਤਾ ਵੀ ਯਾਰ ਜੇ ਇੱਧਰ ਵਾਲੀਆਂ ਕੰਪਨੀਆਂ ਤੁਹਾਨੂੰ ਨਹੀਂ ਦਵਾਈਆਂ ਦਿੰਦੀਆਂ ਤੇ ਬਾਹਰੋਂ ਮੰਗਾ ਲਓ। ਨਹੀਂ, ਉਹ ਗੱਲ ਹੁਣ ਅੱਗੇ ਵੱਧ ਜਾਣੀ ਹੈ। ਦੇਖੋ, ਕੈਪਟਨ ਸਾਹਿਬ ਨੂੰ ਮੀਟਿੰਗ ਸੱਦ ਵੀ ਲੈਣੀ ਚਾਹੀਦੀ, ਆਨਲਾਈਨ ਹੀ ਸੱਦਣੀ ਹੈ, ਕਿਹੜਾ ਇਕੱਠੇ ਹੋ ਕੇ ਸੱਦਣੀ ਹੈ। ਕਿਸਾਨੀ ਮੁੱਦਿਆਂ ਦੇ ਉੱਤੇ ਵੀ ਇੱਕ ਵਾਰੀ ਮੀਟਿੰਗ ਸੱਦੀ ਸੀ, ਤੁਹਾਨੂੰ ਚੇਤਾ ਹੋਣਾ। ਉਹ ਯਾਰ ਉਹਦੇ ਤੇ ਭਗਵੰਤ ਨੂੰ ਨਾਲ ਬਹਾ ਲੈਂਦੇ ਨਾ, ਫਿਰ ਸਾਨੂੰ ਇਤਰਾਜ਼ ਆ ਯਾਰ, ਅਸੀਂ ਨਹੀਂ ਭਗਵੰਤ ਤੇ ਇਤਰਾਜ਼ ਹੋਵੇ ਨਾ ਹੋਵੇ, ਢੀਂਡਸਾ ਸਾਹਿਬ ਤੇ ਇਤਰਾਜ਼ ਹੋ ਗਿਆ, ਬੰਦਾ ਸਾਡਾ ਹੀ ਤੁਸੀਂ ਕਿਧਰਲੇ ਪਾਸੇ ਬਣਾਈ ਜਾਂਦੇ। ਨਹੀਂ, ਉਹਨਾਂ ਨੂੰ ਹੁਣ ਕਿੱਦਾਂ ਬਿਠਾਉਣਗੇ? ਅਜੇ ਤਾਂ ਉਹਨਾਂ ਨੇ ਪਾਰਟੀ ਬਣਾਈ ਨਹੀਂ ਨਾ, ਬਣਾਈ ਨਹੀਂ। ਉਹ ਹੁਣ ਇਹ ਵੀ ਹੋ ਸਕਦਾ ਵੀ ਕੱਲ ਨੂੰ ਪਾਰਟੀ ਦੇ ਵਿੱਚ ਕੋਈ ਸੈੱਟ ਨਾ ਪਵੇ ਤੇ ਉਹ ਢੀਂਡਸਾ ਸਾਹਿਬ ਕਹਿਣ ਫਿਰ ਮੈਂ ਬਵਾਂ ਜੀ ਮੀਟਿੰਗ 'ਚ, ਬ੍ਰਹਮਪੁਰਾ ਸਾਹਿਬ ਕਹਿਣ ਨਹੀਂ ਇੱਧਰ ਰੁਪਿੰਦਰ ਨੂੰ ਮੈਂ ਕਹਿਤਾ ਇਹ ਸੈੱਟ ਕਰਨ ਲੱਗਾ ਇੱਧਰਲੇ ਪਾਸੇ। ਨਹੀਂ, ਇਦਾਂ ਨਹੀਂ ਹੁੰਦੀ। ਕਈ ਵਾਰੀ ਹੁੰਦਾ ਨਾ ਕੌਂਸਲਰ ਪਤੀ, ਕਿ ਉਹ ਕੌਂਸਲਰ ਮੈਡਮ ਜੀ ਹੁੰਦੇ ਆ, ਜਾਂ ਸਰਪੰਚ ਪਤੀ। ਹੁਣ ਕਿਸੇ ਵੀ ਤਰੀਕੇ ਬੰਦਾ ਹੀ ਬਿਠਾਉਣਾ ਹੈ, ਬਿਠਾਇਆ ਜਾ ਸਕਦਾ। ਵੈਸੇ ਇੱਕ ਗੱਲ ਹੈਗੀ ਆ ਕਿ ਜੇ ਸਰ ਪਾਰਟੀ ਮੀਟਿੰਗ ਹੋ ਜਾਏ ਚੰਗਾ। ਅਜੇ ਵੀ ਸਾਰੀਆਂ ਪਾਰਟੀਆਂ, ਭਗਵੰਤ ਮਾਨ ਵੀ ਇਹੀ ਰੌਲਾ ਪਾਉਂਦੇ ਕਿ ਕਾਂਗਰਸੀ ਆਪਸ ਲੜੀ ਜਾਂਦੇ, ਕਰੋਨਾ ਤੋਂ ਲੋਕਾਂ ਨੂੰ ਬਚਾਓ। ਸਾਰੀਆਂ ਪਾਰਟੀਆਂ ਦੇ ਬੰਦੇ MLA MP ਇਕੱਠੇ ਹੋਣ, ਜੇ ਆਕਸੀਜਨ ਇੱਥੇ ਘੱਟ ਆਉਂਦੀ ਹੈ, ਜੇ ਟੀਕੇ ਘੱਟ ਨੇ, ਜਾ ਕੇ ਕੇਂਦਰ ਨੂੰ ਇਕੱਠੇ ਹੋ ਕੇ ਕਹੋ, ਮੁੜ ਕੇ ਲੜ ਲਿਓ ਇਲੈਕਸ਼ਨ ਦੇ ਵਿੱਚ, ਆਪਾਂ ਖੁੱਲ੍ਹੇ ਹੀ ਛੱਡ ਦੇਣੇ ਆ। ਪਰ ਇੰਨਾ ਕਰੇ ਕੌਣ? ਚਲੋ ਕੁੱਲ ਮਿਲਾ ਕੇ ਹੁਣ ਜਾਣ ਦਾ ਵੇਲਾ ਹੋ ਗਿਆ। WhatsApp ਘੜੀ ਕਹਿੰਦੀ ਵੀ ਚਲੋ ਸੰਧਾਲੀਆ ਸਾਹਿਬ ਜਾਣਾ, ਬਸ ਜਾਂਦੇ ਉਹੀ ਬੇਨਤੀ ਕਿ ਭਾਈ ਥੋੜਾ ਜਿਹਾ ਸੋਸ਼ਲ ਡਿਸਟੈਂਸ, ਥੋੜਾ ਜਿਹਾ ਮਾਸਕ ਲਾ ਕੇ ਰੱਖੋ, ਪ੍ਰੀਕਾਸ਼ਨ ਰੱਖੋ, ਤੇ ਇੱਕ ਦੂਸਰੇ ਦੀ ਮਦਦ ਕਰੋ। ਚੜ੍ਹਦੀ ਕਲਾ ਦਾ ਪੱਲਾ ਨਹੀਂ ਛੱਡਣਾ। ਸ਼ੁਕਰੀਆ। ਨਹੀਂ ਜੀ, ਮੈਂ ਇਹ ਕਹੂੰਗਾ ਵੀ ਥੋੜਾ ਜਿਹਾ ਨਹੀਂ, ਬਹੁਤ ਜ਼ਿਆਦਾ ਪਰਹੇਜ਼ ਕਰੋ, ਪੂਰਾ ਮਾਸਕ ਲਾ ਕੇ ਰੱਖੋ, ਆਵਾਜਾਈ ਜੇ ਇੱਧਰ ਉੱਧਰ ਨਹੀਂ ਲੋੜ ਤਾਂ ਘਰ 'ਚ ਰਹੋ, ਜ਼ਿਆਦਾ ਵਧੀਆ, ਤੇ ਇੱਕ ਦੂਜੇ ਦੀ ਮਦਦ ਵੀ ਪੂਰੀ ਕਰੋ ਜੀ। ਸੋ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।